ਕਰਦੇ ਹੋ ਤੇ ਤੁਸੀਂ ਨਹੀਂ ਕਰਦੇ। ਇੰਝ ਹੀ ਅਸੀਂ ਮਿਰਜ਼ਾ ਸਾਹਿਬ ਨਾਲ ਨਹੀਂ ਕਰਦੇ। ਹੁਣ ਇਹਦੇ ਵਿੱਚੋਂ ਤੁਸੀਂ ਹੋਰ ਕੱਢਣਾ ਕੀ ਚਾਹੁੰਦੇ ਹੋ ਮੈਨੂੰ ਇਹ ਤੁਸਾਂ ਜਦੋਂ ਮੇਰੀ ਮਿਸਾਲ ਅੱਗੇ ਰੱਖੀ ਨਾ ਤੇ ਮੈਂ ਫਿਰ ਤੁਹਾਨੂੰ ਆਪਣੀ ਪੂਰੀ ਗੱਲ ਅਰਜ਼ ਕੀਤੀ ਹੈ ਵੀ ਮੇਰਾ ਤੇ ਇਹ ਹਾਲ ਹੈ ਕਿ ਜਿਹੜਾ ਨਬੀ ਪਾਕ ਨਾਲ ਇਖਤਲਾਫ ਕਰਦਾ ਹੈ, ਸਾਡਾ ਤੇ ਕੁਰਾਨ ਆਂਦਾ ਕਿ ਅਸੀਂ ਉਹਨੂੰ ਮੋਮਨ ਹੀ ਨਹੀਂ ਮੰਨਦੇ। ਹਾਂਜੀ ਆਹ ਤੇ ਫੇਰ ਵੀ ਮੇਰਾ ਤੁਹਾਡੀ ਵਾਰੀ ਆਈ ਹੈ ਨਾ ਨਾਸਰ ਸਾਹਿਬ, ਤੁਹਾਡੀ ਵਾਰੀ ਆਈ ਹੈ ਤੇ ਤੁਸੀਂ ਆਖਿਆ ਨਹੀਂ ਫਿਰ ਉਹਦੀ ਆਪਣੀ ਅਕਲ ਸਮਝ ਨਾ ਆਖੋ ਮੈਂ ਉਹਨੂੰ ਮਰਜ਼ਈ ਨਹੀਂ ਮੰਨਣਾ, ਉਹ ਅਹਿਮਦੀ ਨਹੀਂ, ਉਹ ਕਾਦੀਆਨੀ ਨਹੀਂ। ਮੈਂ ਉਹਨੂੰ ਗਾਲਾਂ ਯਾਰ ਕੱਢਾਂ, ਇਹ ਕੋਈ ਮੇਰੀ ਅਕਲਮੰਦੀ ਹੈ? ਮੈਂ ਕੋਈ ਗਾਲ ਕੱਢੀ ਹੈ ਜਾਂ ਮੈਂ ਤੁਹਾਨੂੰ ਆਖਿਆ ਗਾਲ ਕੱਢਣ ਦਾ? ਕਿੰਨੇ ਆਖਿਆ? ਤੁਹਾਡਾ ਮਕਸਦ ਇਹ ਹੀ ਹੈ ਨਾ ਵੀ ਜਿਹਨੂੰ ਤੁਸੀਂ ਨਹੀਂ ਮੰਨਦੇ ਤੁਸੀਂ ਆਂਦੇ ਹੋ ਉਹਨੂੰ ਜੋ ਮਰਜ਼ੀ ਖੁਸ਼ ਹੁੰਦੇ ਹੋ। ਜੇ ਮੇਰੇ ਕੋਲ ਫਤਵਾ ਲਿਆ ਜੇ ਨਾ, ਪਹਿਲਾਂ ਮੇਰੀ ਗੱਲ ਸੁਣੋ ਨਾ, ਤੁਸੀਂ ਪਹਿਲਾਂ ਮੁਸਲਮਾਨਾਂ ਵਾਲਾ ਫਤਵਾ ਮੇਰੇ ਕੋਲ ਲਿਆ, ਮੈਂ ਦਿੱਤਾ ਹੈ, ਤੇ ਫਿਰ ਤੁਹਾਡਾ ਜੇ ਸਾਡੇ ਨਾਲ ਬਣਦਾ ਹੀ ਕੱਖ ਨਹੀਂ, ਫਤਵਾ ਮੰਗਣਾ ਹੀ ਨਹੀਂ ਬਣਦਾ, ਫਿਰ ਤੁਸੀਂ ਕਿਉਂ ਮੰਗਿਆ? ਸਾਡਾ ਤੇ ਇਹ ਫਤਵਾ ਜੇ, ਅਸੀਂ ਤੇ ਉਹਨੂੰ ਮੁਸਲਮਾਨ ਮੋਮਨ ਨਹੀਂ ਮੰਨਦੇ ਜਿਹੜਾ ਨਬੀ ਪਾਕ ਨਾਲ ਇਖਤਲਾਫ ਕਰੇ। ਪਰ ਯਾਰ ਨਜ਼ੀਰ ਸਾਹਿਬ ਤੁਸੀਂ ਵੁਜ਼ੂ ਵੀ ਕਰਨਾ ਸੀ ਅੱਜ। ਫਤਵਾ ਦਾ ਕੀ ਹੈ ਵੀ ਕੁਰਾਨ ਮਜੀਦ ਨੂੰ ਤੇ ਤੁਸੀਂ ਸਮਝਣ ਲੱਗੋ ਤੇ ਤੁਸੀਂ ਤੁਹਾਡੇ ਵਿੱਚ ਕੋਈ ਇਨਸਾਫ ਹੋਏ, ਕੋਈ ਅਕਲਮੰਦੀ ਹੋਏ, ਤੁਸੀਂ ਤੇ ਕੁਰਾਨ ਜੀ ਨੂੰ ਸਮਝ ਹੀ ਨਹੀਂ ਸਕਦੇ। ਨਹੀਂ ਸਾਨੂੰ ਛੱਡੋ, ਅਸੀਂ ਕੀ ਆ, ਅਸੀਂ ਕੁਰਾਨ ਮਜੀਦ ਨੂੰ ਸਮਝੇ ਜਾਂ ਨਹੀਂ ਸਮਝੇ, ਹੁਣ ਮਸਲਾ ਤੁਹਾਡੇ ਘਰ ਦਾ ਹੈ ਕਿ ਇਹ ਤੁਹਾਡੇ ਉੱਤੇ ਵੱਡੀ ਡੀਪੀ ਲਾ ਕੇ ਮਲਕ ਤਲਤ ਜ਼ਹੂਰ ਮਲਕ ਵਾਣ ਦਰਮਿਆਲ ਪਿੰਡ ਤਲਾ ਗੰਗ ਚ ਆਉਂਦਾ ਹੈ, ਉੱਥੇ ਪਾਕਿਸਤਾਨ ਤੇ ਇਸ ਵੇਲੇ ਦੁਬਈ ਚ ਮਕੀਮ ਨੇ। ਇਹ ਇਕੱਲੇ ਨਹੀਂ, ਇੱਥੇ 3-4 ਹੋਰ ਵੀ ਲੱਗੇ ਫਿਰਦੇ ਨੇ, ਆਉਂਦੇ ਨੇ ਮਿਰਜ਼ਾ ਸਾਹਿਬ ਨਾਲ ਇਖਤਲਾਫ ਕੀਤਾ ਜਾ ਸਕਦਾ ਹੈ। ਅੱਗੇ 2025 ਤੋਂ ਸੁਣੋ ਇੱਕ ਮਿੰਟ, 2025 ਤੋਂ ਪਹਿਲਾਂ ਸਭ ਇੰਜ ਲਾਸ਼ਾਂ ਸਨ ਜਿੰਜ ਤੁਸੀਂ ਹੋ ਗਏ ਜਾਂ ਨਾਸਰ ਸਾਹਿਬ ਹੋ ਗਏ, ਕੋਈ ਨਹੀਂ ਸੀ ਬੋਲਦਾ, ਆਂਦੇ ਸੀ ਮਿਰਜ਼ਾ ਸਾਹਿਬ ਨਾਲ ਇਖਤਲਾਫ ਕਰਦਾ ਸੀ, ਉਹਨਾਂ ਨਬੀ ਮੰਨਿਆ ਤੇ ਨਬੀਆਂ ਨਾਲ ਇਖਤਲਾਫ ਕਰਦਾ। ਹੁਣ ਇਹ ਲੱਗ ਪਏ ਨੇ ਇਖਤਲਾਫ ਕਰਨ ਤੇ ਮੈਂ ਪਿਆਨਾ ਕਿ ਇਹਦਾ ਵੇਲੇ ਨਾਲ ਆਰ ਕਰ ਲੋ, ਨਹੀਂ ਤੇ ਪੱਕੀ ਫਸਲ ਜਿਹੜੀ ਹੈ ਨਾ ਉਹਦੇ ਤੇ ਗੜਾ ਪੈ ਚੱਲਿਆ ਜੇ। ਕੁਝ ਨਹੀਂ ਹੁੰਦਾ, ਤੁਸੀਂ ਬਿਲਕੁਲ ਫਿਕਰ ਨਾ ਕਰੋ, ਕੁਝ ਨਹੀਂ ਹੁੰਦਾ। ਉਹ ਤੇ ਯਾਰ ਜੀ ਤੁਸੀਂ ਬੰਦਿਆਂ ਦਾ ਨਾਂ ਲੈਂਦੇ ਹੋ ਮਲਕ ਸਾਹਿਬ ਦਾ, ਜਿਵੇਂ ਤੁਸੀਂ ਸੁਣੀ ਜੇ ਖਬਰ, ਲੇਟੈਸਟ ਅਪਡੇਟ ਸੁਣੀ ਜੇ? ਨਹੀਂ ਜੀ ਨਹੀਂ। ਇਹ ਜਨਾਬ 2025 ਚ ਇਹਨਾਂ ਦੇ ਜਮਾਤ ਚ ਬੰਦੇ ਪੈਦਾ ਪਏ ਹੁੰਦੇ ਨੇ ਜਿਹੜੇ ਪਿਆਂਦੇ ਨੇ ਕੈਨੇਡਾ ਦਾ ਇੱਕ ਨਾਸਰ ਹੈ, ਇੱਕ ਟਰੁਥ ਸੀਕਰ ਹੈ, ਇੱਕ ਉਹ ਖਾਨ, ਉਹਨਾਂ ਦੀ ਤੇ ਰਿਕਾਰਡਿੰਗ ਮੈਂ ਕੀਤੀ, ਇੱਕ ਹੈ ਤਲਤ ਮਲਕ ਸਾਹਿਬ ਨੇ, ਇੱਕ ਟੋਨੀ ਤਾਹਿਰ ਅਮਜਦ ਟੋਨੀ। ਇਹ 5-7 ਬੰਦੇ ਹੋ ਗਏ ਨੇ ਪੈਦਾ ਜਿਹੜੇ ਆਂਦੇ ਨੇ ਕਿ ਮਿਰਜ਼ਾ ਸਾਹਿਬ ਨਾਲ ਵੀ ਇਖਤਲਾਫ ਕੀਤਾ ਜਾ ਸਕਦਾ ਹੈ। ਨਹੀਂ ਜੀ ਨਹੀਂ ਕੀਤਾ ਜਾ ਸਕਦਾ। ਨਹੀਂ, ਮਿਰਜ਼ਾ ਸਾਹਿਬ ਤੇ ਕਹਿੰਦੇ ਨੇ ਕਿ जो मुझसे इख्तलाफ मज़हब की वजह से दिली अनाद रखते हैं वो काफिर है। ਇਹ ਨਹੀਂ ਨਾ ਕਾਫਰ, ਇਹ ਡਰਦੇ ਨੇ ਨਾ, ਇਹ ਕਾਫਰ ਵੀ ਨਹੀਂ ਨਾ ਆਂਦੇ ਨੇ, ਬਸ ਉਹਨਾਂ ਦੀ ਆਪਣੀ ਅਕਲ ਸਮਝ। ਮਿਰਜ਼ਾ ਸਾਹਿਬ ਆਖਦੇ ਨੇ ਹੁਣ ਸਾਨੂੰ ਕਿਹੜਾ ਅਖਤਿਆਰ ਹੈ ਆਖਣ ਦਾ? ਮਿਰਜ਼ਾ ਸਾਹਿਬ ਅੱਲਾ ਦੇ ਨਬੀ ਨੇ, ਉਹਨਾਂ ਕੋਲ ਅਖਤਿਆਰ ਹੈ, ਉਹ ਕਹਿ ਸਕਦੇ ਨੇ, ਅਸੀਂ ਕਹਿ ਸਕਨੇ ਆ ਕਿਸੇ ਨੂੰ ਇਸ ਤਰ੍ਹਾਂ? ਉਹ ਜਾਣੇ ਤਾਂ ਮਿਰਜ਼ਾ ਸਾਹਿਬ ਤੇ ਫਿਰ ਕਹਿੰਦੇ ਜੇ ਪਏ ਕਿ ਤੁਸੀਂ ਕਾਫਰ ਹੋ ਗਏ ਹੋ, ਜਿਹੜਾ ਇਖਤਲਾਫ ਰੱਖੇਗਾ ਉਹ ਕਾਫਰ ਹੈ। ਬਿਲਕੁਲ ਉਹ ਮਿਰਜ਼ਾ ਸਾਹਿਬ ਕਹਿੰਦੇ ਨੇ, ਉਹ ਜੋ ਮਰਜ਼ੀ ਕਹਿਣ। ਤੁਸੀਂ ਮੁਸਲਮਾਨ ਕਿੱਥੋਂ ਹੋ ਜੇ ਮਿਰਜ਼ਾ ਸਾਹਿਬ ਤੁਹਾਨੂੰ ਆਂਦੇ ਨੇ ਵੀ ਇਖਤਲਾਫ ਕਰਦੇ? ਤੁਸੀਂ ਹੈ ਕਿਤੇ ਸੋਚਿਆ ਤੇ ਕਰੋ ਯਾਰ, ਇਮਾਨਦਾਰੀ ਨਾਲ ਸੋਚਿਆ ਕਰੋ ਵੀ ਮੁਸਲਮਾਨ ਹੈਗੇ ਹੋ ਤੁਸੀਂ। ਸਹੀ ਹੋ, ਪਹਿਲੇ ਆਪ ਸਰਕਾਰੀ ਫੈਸਲਾ ਕਰ ਲਓ। ਨਮਾਜ਼ ਨਹੀਂ ਪੜ੍ਹਦੇ, ਨਮਾਜ਼ ਤੁਹਾਨੂੰ ਨਹੀਂ ਆਉਂਦੀ, ਸੱਚ ਤੁਸੀਂ ਨਹੀਂ ਬੋਲਦੇ, ਕਿਹੜੀ ਬਦੀ ਹੈ ਜਿਹੜੀ ਤੁਹਾਡੇ 'ਚ ਨਹੀਂ ਪਾਈ ਜਾਂਦੀ? ਫਿਰ ਤੁਸੀਂ ਕਹਿੰਦੇ ਹੋ ਅਸੀਂ ਮੁਸਲਮਾਨ। ਨਮਾਜ਼ ਦੇ ਨਾਲ ਰੋਜ਼ਾ ਵੀ ਕਰ ਲਓ ਤੇ ਹੱਜ ਵੀ ਕਰ ਲਓ ਤੇ ਜ਼ਕਾਤ ਵੀ ਕਰ ਲਓ। ਆਹ ਜਿਹੜੇ ਮੌਲਾਨਾ ਸਾਹਿਬ ਕੂਦੇ ਨੇ ਇਹ ਹੁਣ ਚੰਗੇ ਹੋਏ ਨੇ, ਹੁਣ ਮੈਂ ਇਹਨਾਂ ਨੂੰ ਲਾਈਕ ਕਰਦਾ। ਮੈਂ ਕਿਹਾ ਵੀ ਨਾਲ ਬਈ ਨਮਾਜ਼ ਤੇ ਚਲੋ ਹੋ ਗਈ ਤੇ ਹੱਜ ਤੇ ਜ਼ਕਾਤ ਤੇ ਰੋਜ਼ੇ ਦੇ ਕੀ ਕਸੂਰ ਹੈ, ਉਹਨੂੰ ਵੀ ਵਿੱਚ ਪਾ ਲਓ। ਨਹੀਂ ਬਈ ਹੁਣ ਬੜੇ ਚੰਗੇ ਹੋ ਗਏ ਨੇ ਹੁਣੇ। ਨਹੀਂ ਇਹ ਤੁਹਾਨੂੰ ਸ਼ੱਕ ਹੀ ਹੈ, ਹੁਣ ਹੀ ਉਹਨਾਂ ਨੇ ਜਨਾਬ ਇੱਥੇ ਸ਼ੁਰੂ ਕਰ ਲੈਣਾ ਜੇ, ਐਡੇ ਚੰਗੇ ਨਹੀਂ ਹੋਏ ਉਹ। ਨਹੀਂ, ਉਹਨਾਂ ਨੇ ਮਿਰਜ਼ਾ ਜੀ ਦੀਆਂ ਕਿਤਾਬਾਂ ਖੋਲ ਲੈਣੀਆਂ। ਮੈਨੂੰ ਇਹ ਬੜੇ ਪਿਆਰੇ ਲੱਗਦੇ ਨੇ ਹੁਣ, ਕਿਉਂਕਿ ਇਹਨਾਂ ਦੇ ਵਿੱਚ ਥੋੜਾ ਬਹੁਤਾ ਸ਼ਰਮ ਹਯਾ ਆ ਗਈ ਅੱਲਾ ਦੇ ਫਜ਼ਲ ਨਾਲ, ਮੈਨੂੰ ਬੜੇ ਪਿਆਰੇ। ਨਹੀਂ ਸਿੱਖ ਜਾਣਗੇ ਆਸਤਾ ਆਸਤਾ, ਸਿੱਖ ਜਾਣਗੇ, ਪਹਿਲਾਂ ਨਹੀਂ ਸੀ। ਨਹੀਂ, ਮੈਨੂੰ ਪਹਿਲੇ ਇਹ ਤੇ ਚਲੋ ਮਸਲਾ ਹੱਲ ਕਰ ਲਓ ਤੇ ਰੋਜ਼ਾ ਤੇ ਹੱਜ ਜ਼ਕਾਤ ਦਾ ਕੀ ਕਸੂਰ ਹੈ? ਉਹ ਮਿਰਜ਼ਾ ਜੀ ਨੇ ਕਦੇ ਨਹੀਂ ਸੀ ਅਦਾ ਕੀਤੀ ਤਾਂ ਵਾਸਤੇ। ਉਹ ਨਹੀਂ, ਕੋਈ ਮਸਲਾ ਵੀ ਤੇ ਹੋ ਸਕਦਾ ਨਾ ਉਸ ਕੰਮ 'ਚ, ਉਸ ਕੰਮ 'ਚ ਅੱਲਾ ਨੇ ਛੂਟ ਹੀ ਤੋਂ ਰੋਜ਼ਾ, ਹੁਣ ਬੰਦਾ ਬਿਮਾਰ ਸਫਰ 'ਚ ਮਾਫੀ ਤੇ ਹੈ ਵੇ ਤੇ ਅੱਜ ਵਾਸਤੇ ਜਿਹੜਾ
ਰਸਤਾ ਔਰ ਬੜੀਆਂ ਸ਼ਰਤਾਂ ਨੇ ਉਹ ਤੈਅ ਹੋਣੀਆਂ ਚਾਹੀਦੀਆਂ ਨੇ ਸਾਰੀਆਂ ਚੀਜ਼ਾਂ, ਤੇ ਤਾਂ ਹੱਜ ਵੀ ਵਿੱਚ ਹੋ ਸਕਦੀ ਹੈ ਗੁੰਜਾਇਸ਼। ਤੇ ਹੋਰ ਕੀ ਰਹਿ ਗਿਆ ਪਿੱਛੇ? ਹਕਮੋ ਅਦਲ ਨੂੰ ਇਹ ਚੀਜ਼ਾਂ ਮਾਫ ਹੋ ਗਈਆਂ ਨੇ। ਨਹੀਂ, ਪਿੱਛੇ ਕਿਹੜੀ ਚੀਜ਼ ਰਹਿ ਗਈ ਹੈ? ਨਹੀਂ ਉਹੀ ਤੇ ਕਹਿ ਰਿਹਾ ਵਾਂ, ਤੇ ਨਮਾਜ਼ ਵੀ ਤੇ ਉਹ ਛੱਡ ਕੇ ਪੜਦੇ ਰਹੇ ਨੇ। ਨਹੀਂ, ਨਮਾਜ਼ ਜ਼ਕਾਤ ਉਹਨਾਂ ਨੇ ਕਦੀ ਦਿੱਤੀ ਕੋਈ ਨਹੀਂ, ਰੋਜ਼ਾ ਵੀ ਉਹ ਛੱਡਦੇ ਰਹੇ ਨੇ, ਪੂਰੇ ਮਹੀਨੇ ਦੇ ਛੱਡੇ ਨੇ। ਜ਼ਕਾਤ ਉਹਨਾਂ ਨੇ ਉਹ ਰੱਖਿਆ ਹੀ ਕੋਈ ਨਹੀਂ, ਜ਼ਕਾਤ ਦੇਣ ਤੋਂ ਬਾਅਦ ਕਾਹਦੀ ਦੇਣੀ ਸੀ? ਉਹਨਾਂ ਨੇ ਤਾਂ ਸਾਰਾ ਕੁਝ ਦੇ ਬਈ ਨਾਜ਼ਲ ਹੋਈ ਹੈ ਕਿ ਮੈਂ ਮੱਕੇ ਮਰਾਂਗਾ ਜਾਂ ਮਦੀਨੇ ਮਰਾਂਗਾ, ਤੇ ਉਹ ਉਹਨਾਂ ਨੂੰ ਹੱਜ ਕਰਨਾ ਹੋ ਜਾਣਾ। ਇਹ ਮੌਲਾਨਾ ਸਾਹਿਬ ਨੇ ਅਹਿਮਦੀ ਵੀ ਹੋ ਜਾਣਾ। ਇਹ ਬੜੇ ਪਿਆ ਹੁਣ ਨਹੀਂ, ਉਹ ਕਿੰਜ ਹੋ ਜਾਣਾ? ਕੋਈ ਕਰੋ ਨਾ, ਮੈਂ ਤੇ ਕਹਿੰਦਾ ਪਿਆ ਕਰੋ, ਕੋਈ ਟਿੱਲ ਮਾਰੋ ਹਾਂ ਥੋੜਾ ਜਿਹਾ, ਲੇਕਿਨ ਇਹ ਵੇ ਕਿ ਇਹ ਮਿਰਜ਼ਾ ਜੀ ਦੀ ਨਮਾਜ਼, ਜੁਮਾ ਪੜਾਇਓ, ਜ਼ਕਾਤ ਉਹ ਕਿੱਧਰ ਗਈ? ਉਹ ਕੋਈ ਦੱਸੋ ਤੇ ਸਹੀ ਨਾ, ਕੋਈ ਫਜ਼ਾਇਲੋ ਬਰਕਾਤ ਦੱਸੋਗੇ ਤੇ ਫੇਰ ਹੀ ਨਾ ਕੋਈ ਸੋਚਾਂਗੇ। ਜੁਮਾ ਮੈਂ ਤੁਹਾਡੇ ਤੇ ਖੁਸ਼ ਆ ਮੌਲਾਨਾ ਸਾਹਿਬ, ਮੁਫਤੀ ਸਾਹਿਬ, ਤੁਹਾਡੇ ਤੁਸੀਂ ਬੜੇ ਬਦਲ ਗਏ ਹੋ। ਮਾਨਨਾ ਨਹੀਂ ਪਤਾ ਨਹੀਂ ਕਾਹਤੋਂ ਖੁਸ਼ ਹੋ ਗਏ ਹੋ ਤੁਸੀਂ ਤੇ ਬੜੇ ਸਖਤ ਹੁੰਦੇ ਹੋ। ਮੈਨੂੰ ਤੁਹਾਡੀ ਆਵਾਜ਼ ਸੁਣ ਕੇ ਮੈਂ ਡਰਦਾ ਰਹਿਣਾ ਵੀ ਯਾਰ ਪਤਾ ਹੁਣ ਵੀ ਡਾਂਗ ਬੰਦੇ ਨੇ ਫੜ ਲਈ, ਹੁਣ ਵੀ ਡਾਂਗ ਫੜ ਲਈ, ਲੇਕਿਨ ਹੁਣ ਨਾਲ ਬੜਾ ਸਮਝਦਾਰ ਹੋ ਗਏ ਹੋ। ਨਹੀਂ ਐਨਜੀ ਦਾਸਰ ਸਾਹਿਬ, ਮੈਂ ਪਹਿਲੇ ਵੀ ਸਾਂ ਤੇ ਤੁਹਾਨੂੰ ਕੋਈ ਗਲਤਫਹਿਮੀ ਹੋ ਰਹੀ ਹੈ, ਐਸੀ ਕੋਈ ਗੱਲ ਨਹੀਂ ਯਾਰ। ਮੈਂ ਵੇਖਿਆ ਤੁਹਾਨੂੰ, ਮੈਂ ਵੇਖਿਆ ਤੁਸੀਂ ਅੱਗੇ ਨੂੰ ਸਾਹ ਨਹੀਂ ਹੋ ਲੈਣ। ਨਹੀਂ ਦੇਖੋ, ਮੈਂ ਤੇ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਤੋਂ ਇਲਾਵਾ ਤੇ ਗੱਲ ਕਰਦਾ ਹੀ ਨਹੀਂ, ਤੇ ਗਾਲ ਅਸੀਂ ਕਦੀ ਕੱਢੀ ਕੋਈ ਨਹੀਂ। ਪਰ ਮੈਂ ਹੁਣ ਦੁਆ ਮੰਗਣੀ ਹੈ ਤੁਸੀਂ ਅਹਿਮਦੀ ਹੋ ਜਾਓ, ਕਿਉਂਕਿ ਤੁਸੀਂ ਇਸ ਕਾਬਲ ਹੋ ਗਏ ਹੋ, ਸਾਬਰ ਹੋ ਗਏ ਹੋ। ਅਹਿਮਦੀ ਤਾਂ ਅਸੀਂ ਅਜੇ ਵੀ ਹੈ ਵਾਂ, ਇਹਦੇ ਚ ਕੋਈ ਸ਼ੱਕ ਹੈ? ਅੱਲਾਹ ਤਾਲਾ ਤੁਹਾਨੂੰ ਬਖਸ਼ੇ ਅਗਲੇ ਜਹਾਨ। ਭਾਈ ਅਹਿਮਦੀ ਤੇ ਮੈਂ ਹੁਣ ਵੀ ਹੈ ਵਾਂ, ਤੇ ਬਾਹਰ ਤੁਹਾਨੂੰ ਸਲੂਟ ਹੈ ਸਾਡਾ, ਕਿਉਂਕਿ ਤੁਸੀਂ ਮੇਰੇ ਕੋਲ ਕਿੰਨੀ ਮੁਹੱਬਤ ਪਿਆਰ ਨਾਲ ਗੱਲ ਕਰਦੇ। ਜੇ ਤੁਸੀਂ ਮੈਨੂੰ ਦਾਬੇ ਮਾਰ ਦਿੰਦੇ ਤੇ ਗੱਲ ਤੇ ਮੈਂ ਕੁਝ ਨਹੀਂ ਕਰ ਸਕਦਾ, ਮੈਂ ਕੀ ਕਰਨਾ ਸੀ? ਪਰ ਸਾਡਾ ਪਿਆਰ ਮੁੱਕ ਜਾਣਾ ਸੀ ਤੁਹਾਡੇ ਨਾਲ। ਹਾਂ, ਅੱਛਾ, ਫਿਰ ਇਹ ਤੇ ਥੋੜਾ ਜਿਹਾ ਸਾਨੂੰ ਦੱਸੋ ਤੇ ਸਹੀ ਨਾ ਕਿ ਮਿਰਜ਼ਾ ਸਾਹਿਬ ਰੋਜ਼ੇ ਵੀ ਛੱਡਦੇ ਰਹੇ ਨੇ, ਤੇ ਜ਼ਕਾਤ ਉਹਨਾਂ ਨੇ ਕਦੀ ਦਿੱਤੀ ਕੋਈ ਨਹੀਂ, ਤੇ ਹੱਜ ਉਹਨਾਂ ਨੇ ਕਦੀ ਕੀਤਾ ਕੋਈ? ਇਹ ਕੀ ਮਾਜਰਾ ਹੈ, ਕੀ ਹਕੀਕਤ ਹੈ? ਇਹਦਾ ਮਤਲਬ ਹੈ ਜਿਹੜਾ ਬੰਦਾ ਇਹ ਕੰਮ ਨਾ ਕਰੇ ਤੇ ਉਹ ਮਸੀਹ ਮੌਦ ਬਣ ਸਕਦਾ ਹੈ? ਫਿਰ ਤੇ ਮਸੀਹ ਮੌਦ ਬਣਨਾ ਬੜਾ ਆਸਾਨ ਹੋ ਗਿਆ ਨਾ। ਦੇਖੋ, ਹੱਜ ਦੀਆਂ ਸ਼ਰਤਾਂ ਅਗਰ ਤੁਹਾਨੂੰ ਪਤਾ ਹੋਏ ਵੀ ਹੱਜ ਕਿਹਦੇ ਉੱਤੇ ਜਾਇਜ਼ ਹੈ, ਤੇ ਫਿਰ ਤੁਸੀਂ ਇਤਰਾਜ਼ ਨਾਲ ਮੇਰਾ ਵੀਰ ਕਰੋ। ਹੱਜ ਮਤਲਬ ਕੀ ਸ਼ਰਤਾਂ ਨੇ, ਕੋਈ ਦੱਸੋ ਨਾ ਸਾਨੂੰ ਵੀ। ਸੇਫ ਹੋਣਾ ਚਾਹੀਦਾ ਹੈ, ਤੁਹਾਡੀ ਜ਼ਿੰਦਗੀ ਪਹਿਲਾਂ ਸੇਫ ਹੋਣੀ ਚਾਹੀਦੀ ਹੈ, ਤੁਹਾਡੇ ਕੋ ਤੁਹਾਡਾ ਰਾਹ ਕੋਈ ਤੁਹਾਨੂੰ ਖਤਰਾ ਨਹੀਂ ਹੋਣਾ ਚਾਹੀਦਾ, ਤੇ ਹੱਜ ਤੁਹਾਡੇ ਤੇ ਫਰਜ਼ ਹੈ, ਕਰੋ। ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਆਣਾ ਤੇ ਫਿਰ ਅੱਲਾਹ ਤਾਲਾ ਨੇ ਜਦੋਂ ਆਖਿਆ ਕੋਈ ਪ੍ਰੋਬਲਮ ਨੂੰ ਧੱਕੇ ਨਾਲ ਹਿੱਕ ਦੀ ਜ਼ੋਰ ਨਾਲ ਸਵਾਬ ਨਹੀਂ ਤੁਸੀਂ ਲੈ ਸਕਦੇ, ਜਾ ਕੇ ਹੱਜ ਕਰੋਗੇ। ਨਹੀਂ, ਮਿਰਜ਼ਾ ਜੀ ਨੂੰ ਕਿਹੜਾ ਖਤਰਾ ਸੀ ਜਾਂ ਕੀ ਸੀ ਮਾਜਰਾ, ਕਿ ਕਿਉਂ ਨਹੀਂ ਸੀ ਉਹਨਾਂ ਨੇ ਹੱਜ ਕੀਤਾ? ਕੋਈ ਦੱਸੋ ਨਾ। ਮਿਰਜ਼ਾ ਸਾਹਿਬ ਦੇ ਸਾਰੇ ਹੀ ਆਲਮ ਜਿਹੜੇ ਨੇ ਉਹ ਖਿਲਾਫ ਸਨ। ਜਦੋਂ ਉਹਨਾਂ ਦਾਵਾ ਕੀਤਾ ਸੀ ਵੀ ਮੈਂ ਨਬੀ ਵੀ ਹਾਂ, ਤੇ ਉਦੋਂ ਖਿਲਾਫ ਹੋ ਗਏ। ਪਹਿਲਾਂ ਮਿਰਜ਼ਾ ਸਾਹਿਬ ਨੂੰ ਲਵ ਕਰਦੇ ਹਨ ਸਾਰੇ ਉਹ ਆਲਮ ਜਿਹੜੇ ਹਨ। ਜਦੋਂ ਉਹਨਾਂ ਦਾਵਾ ਕੀਤਾ ਉਦੋਂ ਮਿਰਜ਼ਾ ਸਾਹਿਬ ਦੇ ਖਿਲਾਫ ਹੋ ਗਏ, ਤੇ ਮਿਰਜ਼ਾ ਸਾਹਿਬ ਕਿਵੇਂ ਹੱਜ ਕਰ ਸਕਦੇ ਹਨ ਬਾਈ? ਅੱਛਾ, ਖਿਲਾਫ ਹੋ ਗਏ ਸਨ, ਉਹਨਾਂ ਨੂੰ ਜਾਨ ਦਾ ਖਤਰਾ ਸੀ। ਬਿਲਕੁਲ, ਸਾਰੇ ਆਲਮ ਉਹਨਾਂ ਆਖਿਆ ਪਹਿਲਾਂ ਤਾਂ ਅਸੀਂ ਮੰਨਦੇ ਹਾਂ ਤੂੰ ਸਹੀ ਹੈ, ਸਲਾਮ ਦਾ ਬੜਾ ਤੂੰ ਚਾਨਣ ਵਾਲਾ ਹੈ, ਲੋਕਾਂ ਨੂੰ ਜਵਾਬ ਵੀ ਦੇਣਾ ਹੈ ਗੈਰ ਮੁਸਲਮਾਨਾਂ ਨੂੰ। ਭਾਈ ਹੁਣ ਤੂੰ ਨਬੂਵਤ ਦਾ ਦਾਵਾ ਕਰ ਲਿਆ, ਯੂ ਆਰ ਸ਼ਦਾਈ। ਜਿਵੇਂ ਦੂਜਿਆਂ ਨਬੀਆਂ ਨੂੰ ਲੋਕਾਂ ਆਖਿਆ ਸ਼ਦਾਈ, ਪਾਗਲ, ਮਜਨੂ, ਇਹ ਪਾਗਲ ਹੋ ਗਏ ਨੇ ਸਾਰੇ ਨਬੀਆਂ ਨੇ ਜੀ। ਮਿਰਜ਼ਾ ਸਾਹਿਬ ਨੂੰ ਉਹਨਾਂ ਆਖਿਆ, ਉਹਨਾਂ ਦੇ ਜਿਹੜੇ ਦੋਸਤ ਹੁੰਦੇ ਹਨ ਆਲਮ ਉਸ ਦੌਰ ਦੇ, ਕਿਉਂਕਿ ਨਬੀ ਇਹਨਾਂ ਲਈ ਸ਼ਾਇਦ ਹੀ ਨਾ ਆਇਆ ਵੀ ਜਿਵੇਂ ਬੜੀ ਵੱਡੀ ਬਾਹ ਆ ਗਈ ਹੈ। ਨਬੀ ਦਾ ਮਹਿਨਾ ਨਹੀਂ ਸਮਝਦੇ ਵੀ ਨਬੀ ਦੇ ਇੱਕ ਰਹਿਮਤ ਹੈ। ਇਹ ਲੋਕੀ ਨਬੀ ਨੂੰ ਉਦੋਂ ਮੰਨਦੇ ਨੇ ਜਦੋਂ 500-600 ਸਾਲ ਹੋ ਜਾਣ, ਉਹ ਫੌਤ ਹੋ ਜਾਏ, ਫਿਰ ਅੰਦਰੋਂ ਈਸਾ ਸੈਣਾ, ਹਜ਼ਰਤ ਮੂਸਾ ਆਣਾ, ਹਜ਼ਰਤ ਜਿੰਨਾ ਚਿਰ ਵਿਚਾਰੇ ਰਹਿੰਦੇ ਨੇ ਉਹਨਾਂ ਚਿਰ ਲੋਕੀ ਉਹਨਾਂ ਨੂੰ ਮਾਰਦੇ, ਗਾਲਾਂ ਕੱਢਦੇ। ਤੇ ਤਰੀਖ ਹੈ ਨਾ, ਤੁਸੀਂ ਸ਼ੱਕ ਵੇਖ ਲਵੋ, ਕੋਈ ਨਬੀ ਆਖੇ ਵੀ ਮੈਂ ਸੁੱਖ ਦਾ ਸਾਹ ਲਿਆ ਨਬੀ ਹੋ ਕੇ ਆਪਣੀ ਜ਼ਿੰਦਗੀ 'ਚ, ਨੋ ਵੇ। ਤੁਹਾਡੀ ਗੱਲ ਬੜੀ ਚੰਗੀ ਚੱਲ ਰਹੀ ਮੁਫਤੀ ਸਾਹਿਬ, ਅਗਰ ਤੁਸੀਂ ਇਜਾਜ਼ਤ ਦਿਓ ਤੇ ਦੇਖੋ, ਤੁਸੀਂ ਤਾਂ ਸਾਡੇ ਕੋਲੋਂ ਪੁੱਛਦੇ ਹੀ ਰਹਿੰਦੇ ਹੋ, ਤੇ ਮੈਂ ਤੁਹਾਡੇ ਕੋਲੋਂ ਅੱਜ ਇੱਕ ਸਵਾਲ ਵੈਸੇ ਕਰਨਾ, ਅਗਰ ਇਜਾਜ਼ਤ ਦਿਓ ਤੇ ਜਵਾਬ। ਮੁਫਤੀ ਸਾਹਿਬ, ਸਵਾਲ ਇਹ ਵੇ ਕਿ ਜਿਹੜੇ ਈਸਾ ਯਹੂਦੀ ਨੇ, ਜਿਹੜੇ ਜਦੋਂ ਈਸਾ ਅਲੈਹਿਸ ਸਲਾਮ ਆਏ ਨੇ, ਤੇ ਯਹੂਦੀਆਂ ਨੇ ਈਸਾ ਅਲੈਹਿਸ ਸਲਾਮ ਨੂੰ ਕਿਉਂ ਨਹੀਂ ਮੰਨਿਆ? ਕੀ ਵਜ੍ਹਾ ਸੀ? ਜਿਹੜੇ ਜਿਨ੍ਹਾਂ ਨੇ ਯਹੂਦੀਆਂ ਨੇ ਈਸਾ ਅਲੈਹਿਸ ਸਲਾਮ ਨੂੰ ਨਹੀਂ ਮੰਨਿਆ?
ਮਸਲਨ ਜਿਹੜੇ ਯਹੂਦ ਜਿਸ ਵਕਤ ਈਸਾ ਅਲੈਹ ਇਸਲਾਮ ਦਾ ਜ਼ਹੂਰ ਹੋਇਆ ਹੈ ਤੇ ਉਹ ਜਿਹੜੇ ਲੋਕ ਜਿਨ੍ਹਾਂ ਨੇ ਨਹੀਂ ਮੰਨਿਆ, ਜਿਹੜੇ ਅੱਜ ਤੱਕ ਉਹਨਾਂ ਨੂੰ ਨਹੀਂ ਮੰਨਦੇ, ਮਸਲਨ ਕ੍ਰਿਸਚੈਨਿਟੀ ਤੇ ਮੰਨ ਲਿਆ ਨਾ ਉਹਨਾਂ ਨੇ, ਜਿਹੜੇ ਯਹੂਦੀ ਉਹਨਾਂ ਨੇ ਨਹੀਂ ਮੰਨਿਆ, ਉਹ ਕਿਉਂ ਨਹੀਂ ਮੰਨਿਆ? ਕੀ ਵਜ੍ਹਾ ਹੈ ਉਹ ਯਹੂਦੀਆਂ ਨੂੰ ਜਾ ਕੇ ਪੁੱਛੋ, ਮੈਨੂੰ ਕੀ ਪੁੱਛਦੇ ਹੋ? ਅੱਛਾ, ਤੁਹਾਡਾ ਨਹੀਂ ਆਹੋ, ਮਤਲਬ ਮੈਨੂੰ ਤੇ ਨਹੀਂ ਨਾ ਪਤਾ, ਹੁਣ ਯਹੂਦੀਆਂ ਦਾ ਕੰਮ ਹੈ, ਜਿਨ੍ਹਾਂ ਨੇ ਨਹੀਂ ਮੰਨਿਆ ਉਹਨਾਂ ਨੂੰ ਜਾ ਕੇ ਪੁੱਛੋ। ਭਲਾ ਮੇਰੇ ਨਾਲ ਤੇ ਕੋਈ ਸਵਾਲ ਬਣਦਾ ਹੀ ਨਹੀਂ ਹੈ। ਉਹ ਜੀ ਮੌਲਾਨਾ ਸਾਹਿਬ ਠੀਕ ਕਹਿੰਦੇ ਨੇ, ਉਹ ਯਹੂਦੀ ਉਦੋਂ ਜਿਵੇਂ ਹੁਣ ਮਸੀਹ ਆਇਆ ਨਾ, ਮਿਰਜ਼ਾ ਸਾਹਿਬ ਆਏ ਨੇ ਤੇ ਵੈਸੇ ਤੁਸੀਂ ਸਵਾਲ ਕੀਤਾ ਕਿਉਂ? ਬੇਸਿਕਲੀ ਨਾਸਰ ਸਾਹਿਬ, ਮੁਫਤੀ ਸਾਹਿਬ ਇਹ ਕਹਿ ਰਹੇ ਨੇ ਤੁਹਾਨੂੰ, ਇਹ ਬੇਸਿਕਲੀ ਉਹਨਾਂ ਨੇ ਇਸ਼ਾਰਾ ਤੁਹਾਨੂੰ ਦਿੱਤਾ ਹੈ ਕਿ ਸਵਾਲ ਉਹ ਕਰੋ ਜਿਹੜਾ ਮੇਰੇ ਨਾਲ ਰੈਲੇਵੈਂਟ ਹੋਵੇ ਜਾਂ ਇਸਲਾਮ ਨਾਲ ਸਮਝ ਗਿਆ ਵਾ, ਉਹ ਸਵਾਲ ਕਰੋ ਨਾ ਤੁਸੀਂ। ਦੇਖੋ ਵਲੀਦ ਸਾਹਿਬ ਕਰੋ ਨਾ, ਮੁਫਤੀ ਸਾਹਿਬ ਇਦਾਂ ਹੀ ਸੀ ਨਾ, ਇਸ਼ਾਰਾ ਸੀ ਵਿੱਚ ਐਂਜੇ ਹੋਈ ਹੈ ਨਾ ਜੀ। ਦੇਖੋ ਵਲੀਦ ਸਾਹਿਬ ਤੁਸੀਂ ਵੀ ਦੇਖੋ, ਮੈਂ ਸਾਰੇ ਦੇਖੋ ਮੈਂ ਸਮਝਣਾ ਚਾਹੁੰਦਾ ਵਾਂ, ਮਿਰਜ਼ਾ ਸਾਹਿਬ ਨੂੰ ਕੋਈ ਕੱਢਣਾ ਚਾਹੁੰਦੇ ਨੇ ਉਹ ਵੀ ਦੱਸ ਦੇਣ ਕਿ ਭਾਈ ਇਹ ਸਵਾਲ ਨਹੀਂ ਤੁਸੀਂ ਗੱਲ ਨਹੀਂ ਸਮਝੇ। ਮੈਂ ਦੇਖੋ ਈਸਾ ਅਲੈਹ ਇਸਲਾਮ ਨੂੰ ਦੇਖੋ, ਤੁਸੀਂ ਵੀ ਮੰਨਦੇ ਹੋ ਅੱਲਾ ਦੇ ਸੱਚੇ ਨਬੀ ਸਨ, ਤੇ ਤੁਸੀਂ ਨਹੀਂ ਮੰਨਦੇ। ਚਲੋ ਠੀਕ, ਸਾਨੂੰ ਤੇ ਚਲੋ ਛੱਡ ਦਿਓ। ਨਹੀਂ ਕਾਦੀਆਨੀ ਤੇ ਨਹੀਂ ਨਾ ਮੰਨਿਆ ਵੀ, ਤੇ ਨਾਲ ਗੱਲ ਜਿਹੜੀ ਹਕੀਕਤ ਹੈ ਉਹ ਦੱਸੀ ਦੀ ਹੁੰਦੀ। ਠੀਕ ਹੋ ਗਈ ਕਿਉਂ ਨਹੀਂ ਮੰਨਦੇ? ਅਸੀਂ ਮੰਨਦੇ। ਇੱਕ ਮਿੰਟ ਠਹਿਰੋ ਭਾਈ, ਨਹੀਂ ਵਲੀਦ ਭਾਈ ਤੁਸੀਂ, ਮੈਂ ਤੇ ਇੱਕ ਜਨਰਲ ਸਵਾਲ ਪੁੱਛਿਆ ਵੀ ਕਿ ਈਸਾ ਅਲੈਹ ਇਸਲਾਮ ਦਾ ਜ਼ਹੂਰ ਹੋਇਆ ਹੈ। ਅੱਛਾ ਨਾਸਰ ਸਾਹਿਬ ਜੀ ਨਾਸਰ ਸਾਹਿਬ ਦੱਸੋ, ਸਵਾਲ ਕਰਨਾ ਵਾ ਤੁਸੀਂ ਹਾਲੇ? ਆਹੋ, ਮੈਂ ਤੁਹਾਡੇ ਕੋਲੋਂ ਤੁਹਾਡਾ ਵੀ ਇਸ ਤੇ ਮੈਂ ਇੱਕ ਮਿੰਟ ਸੁਣੋ, ਇੱਕ ਮਿੰਟ ਠਹਿਰੋ ਭਾਈ। ਨਾਸਰ ਬੈਠੇ ਨੇ, ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿਹੜੇ, ਮੈਂ ਨਾਸਰ ਬੋਲਦਾ ਵਾਂ, ਦੋਨੋਂ ਬੋਲ ਪੈਂਦੇ ਹੋ, ਮੈਨੂੰ ਸਮਝ ਨਹੀਂ ਆ ਰਹੀ ਕਿੱਦਾਂ ਕਰਕੇ ਨਾਸਰ ਕਰ। ਨਹੀਂ ਮੈਂ ਇੱਕ ਮਿੰਟ ਭਾਈ ਚੁੱਪ ਕਰਨਾ ਤੁਸੀਂ। ਵਲੀਦ ਭਾਈ, ਮੈਂ ਤੁਹਾਡਾ ਬਹੁਤ ਜ਼ਰੂਰੀ ਵੱਲਾ ਇਸ ਤੇ ਮੌਕਫ, ਇਸ ਸਵਾਲ ਦਾ ਜਵਾਬ ਮੈਂ ਤੁਹਾਡੇ ਮੂੰਹ ਤੋਂ ਵੀ ਬਹੁਤ ਜ਼ਰੂਰੀ ਸੁਣਨਾ ਚਾਹੁੰਦਾ। ਮੇਰੇ ਕੋਲ ਮੇਰੀ ਗੱਲ ਸੁਣੋ ਬਸ, ਇਸ ਸਵਾਲ ਤੋਂ ਪਹਿਲੇ ਮੇਰੀ ਗੱਲ ਸੁਣ ਲਓ। ਤੁਸੀਂ ਸਵਾਲ ਕਰ ਲੈਣਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਦੇਖੋ ਇੱਥੇ ਤੁਸੀਂ ਮੇਰੇ ਕੋਲੋਂ ਮੌਕਫ ਲਓਗੇ ਨਾ, ਉਹਦਾ ਗੱਲ ਇਹ ਵਾ ਕਿ ਉਹਦਾ ਫਾਇਦਾ ਹੈ ਕੋਈ ਨਹੀਂ। ਮੈਂ ਤੁਹਾਨੂੰ ਉਹਦੀ ਗੱਲ ਅਰਜ਼ ਕਰਦਾ ਵਾਂ। ਇੱਕ ਬੈਠੇ ਨੇ ਇੱਥੇ ਮੁਫਤੀ ਸਾਹਿਬ ਤੇ ਦੂਸਰੇ ਬੈਠੇ ਨੇ ਜਿਨ੍ਹਾਂ ਨੂੰ ਮੈਂ ਉਸਤਾਦ ਕਹਿੰਦਾ ਵਾਂ, ਅਮਰ ਨਜ਼ੀਰ ਸਾਹਿਬ, ਠੀਕ ਆ? ਤੁਸੀਂ ਡਾਇਰੈਕਟ ਇਹਨਾਂ ਕੋਲੋਂ ਮੌਕਫ ਲੈ ਲਓ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਜੋ ਇਹ ਕਹਿਣਗੇ ਮੈਂ ਉਹੀ ਮੰਨਦਾ। ਮੈਂ ਉਸਤਾਦ, ਉਹ ਸਾਡੇ ਪਾਸੇ ਉਸਤਾਦ ਉਹਨੂੰ ਵੀ ਕਹਿੰਦੇ ਨੇ ਨਾ, ਜਿਹੜਾ ਟਰੱਕਾਂ ਵਾਲਾ ਵੀ ਹੁੰਦਾ ਬੜਾ ਉਸਤਾਦ, ਉਹਨੂੰ ਕਹਿੰਦੇ ਨੇ ਉਸਤਾਦ। ਕਿਹੜਾ ਉਸਤਾਦ? ਤੁਸੀਂ ਉਹ ਤਾਂ ਕਹਿੰਦੇ ਨੇ ਨਾ ਕਿ ਜਿਹਦੇ ਕੋਲੋਂ ਤੁਸੀਂ ਕੋਈ ਸ਼ੈ ਸਿੱਖ ਲਓ ਉਹਨੂੰ ਉਸਤਾਦ ਹੀ ਕਹਿੰਦੇ ਆ। ਸਮਝ ਗਿਆ, ਠੀਕ ਹੈ। ਮੈਂ ਸੋਚਿਆ ਉਹ ਸਾਡੇ ਪਾਸੇ ਟਰੱਕਾਂ ਵਾਲਿਆਂ ਨੂੰ ਉਸਤਾਦ ਹੀ ਕਹਿੰਦੇ ਨੇ ਨਾ। ਮੈਨੂੰ ਪਤਾ ਤੁਹਾਡਾ ਪਾਸਾ ਕਿਹੜਾ ਵਾ, ਲੇਕਿਨ ਮੇਰਾ ਪਾਸਾ ਥੋੜਾ ਜਿਹਾ ਹੋਰ ਵਾਲੇ ਜਿਹੜੇ ਮਿਰਜ਼ਾ ਕਾਦੀਆਨੀ ਦੀ ਤੰਬੀ ਲਾਉਂਦੇ ਨੇ ਉਹਨੂੰ ਉਸਤਾਦ ਕਹਿੰਦੇ। ਅੱਛਾ, ਸਵਾਲ ਇਹ ਪੁੱਛਿਆ, ਤੁਸੀਂ ਕਰ ਲਓ ਸਵਾਲ। ਸਵਾਲ ਇਹ ਸੀ ਵਲੀਦ ਭਾਈ, ਦੇਖੋ ਇੱਕ ਦੁਨੀਆ ਵਿੱਚ ਇੱਕ ਬੰਦਾ, ਇੱਕ ਅੱਲਾ ਦਾ ਨਬੀ ਆਇਆ ਹੈ, ਉਹਨੂੰ ਕੋਈਆਂ ਲੋਕਾਂ ਨੇ ਨਹੀਂ ਮੰਨਿਆ, ਠੀਕ ਹੈ? ਤੇ ਸਾਨੂੰ ਇਤਨਾ ਪਤਾ ਹੋਣਾ ਚਾਹੀਦਾ ਨਾ ਕਿ ਜਿਹੜੇ ਯਹੂਦੀ ਨੇ, ਜਿਨ੍ਹਾਂ ਨੇ ਇਨਕਾਰ ਕੀਤਾ ਨਾ, ਜਿਹੜਾ ਈਸਾ ਅਲੈਹ ਇਸਲਾਮ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ, ਉਹ ਕੀ ਵਜ੍ਹਾ ਰੱਖਦੇ ਨੇ? ਸਾਇੰਸ ਕੀ ਉਹਨਾਂ ਦੀ, ਕਿਉਂ ਨਹੀਂ ਮੰਨਿਆ ਉਹਨਾਂ ਨੇ? ਉਹੀ ਸਵਾਲ ਆ ਉਹਨਾਂ ਕੋਲ। ਤੇ ਮੇਰੇ ਜਵਾਬ ਨਾਲ ਮੁਤਮਿਨ ਨਹੀਂ ਤੇ ਹੋਏ, ਹੱਦ ਹੋ ਗਈ। ਨਹੀਂ ਤੁਸੀਂ ਤੇ ਦੇਖੋ ਨਾ, ਤੁਸੀਂ ਤੇ ਮੈਨੂੰ ਪਤਾ, ਤੁਹਾਡਾ ਤੇ ਮੈਨੂੰ, ਮੈਂ ਤਾਂ ਸੁਣੋ ਤੇ ਨਾ, ਮੈਂ ਦੱਸ ਵਜ੍ਹਾ ਇਹ ਹੈ ਕਿ ਤੁਹਾਡਾ ਤਾਂ ਮੈਨੂੰ ਪਤਾ ਹੈ ਨਾ ਮੌਲਵੀ ਸਾਹਿਬ। ਦੇਖੋ ਤੁਸੀਂ ਤੇ ਉਹ ਕਿ 14ਵੀਂ ਸਦੀ ਦੇ ਜਿਹੜੇ ਮੌਲਵੀ ਨੇ, ਉਹਨਾਂ ਨੇ ਅੱਲਾਹ ਤਾਲਾ ਨੇ ਉਹ ਕਿਹਾ, ਰਸੂਲ ਅੱਲਾਹ ਨੇ, ਉਹਨਾਂ ਦੇ ਸੁਣ ਲਓ ਜ਼ਰਾ, ਉਹ ਸੁਣ ਲਈ ਦੀ ਹੁੰਦੀ ਹੈ। 14ਵੀਂ ਸਦੀ ਦੇ ਮੌਲਵੀਆਂ ਨੂੰ ਕੀ ਕਿਹਾ ਹੈ ਹਜ਼ਰਤ ਸਾਹਿਬ, ਨਬੀ ਆਲਮ ਸੱਲੱਲਾਹੁ ਅਲੈहि ਵਸੱਲਮ ਨੇ ਕੀ ਫਰਮਾਇਆ? ਮੌਲਵੀ ਸਾਹਿਬ ਸੁਣ, ਦੇਖੋ ਤੁਸੀਂ ਲਾ ਲੈਣਾ ਆਪਣਾ ਜਿਹੜਾ ਚਾਲ ਲੈਣਾ, ਕੋਈ ਮਸਲਾ ਨਹੀਂ ਮੈਨੂੰ ਉਸ ਗੱਲ ਦਾ। ਉਹ ਹਦੀਸ ਸੇ ਮੇਰੀ ਗੱਲ ਤੇ ਸੁਣੋ ਨਾ ਉਹੀ ਗੱਲ ਸੇ ਸੁਣਾ ਦਿਓ। 14ਵੀਂ ਸਦੀ ਦੇ ਮੌਲਵੀ ਨੂੰ ਕੀ ਹੈ? फितने उनमें से निकलेंगे तो उनमें ही दाखिल हो जाएंगे, ठीक है? मेरी गल सुन ना, मेरी गल तो सुन लो ना, मेरी गल तो सुन लो। ਹੌਸਲਾ ਰੱਖੋ। ਹਦੀਸ ਦਾ ਵੇਖੋ, ਤੁਸੀਂ ਹਦੀਸ ਦੀ ਗੱਲ ਕੀਤੀ ਜੇ ਤੇ ਰੈਫਰੈਂਸ ਦੇ ਦਿਓ, ਇਹ ਗੱਪਾਂ ਨਾ ਮਾਰੋ। ਠੀਕ ਹੋ ਗਿਆ। ਨਹੀਂ ਮੈਂ ਸੁਣ ਲਵੋ, ਇੱਕ ਬੰਦਾ ਗੱਲ ਕਰ ਲੇ ਯਾਰ, ਇੱਕ ਬੰਦਾ ਗੱਲ ਕਰ ਲੇ। ਵਲੀਦ ਭਾਈ ਜੀ ਮੁਸ਼ਕਿਲ ਹੈ ਹੁਣ ਭਾਈ, ਦੋ ਨਾਸਰ ਜੁੜੇ ਹੋ, ਇੱਕ ਬੰਦਾ ਗੱਲ ਕਰ ਲੈ। ਮੁਫਤੀ ਸਾਹਿਬ ਇੱਕ ਮਿੰਟ ਦੇਣਾ, ਇੱਕ ਬੰਦੇ ਨੂੰ ਮੈਂ ਰੁਕਵਾ ਲਵਾਂ ਨਾ, ਤਾਂ ਕਿ ਫਿਰ ਈਜ਼ੀ ਹੋ ਜਾਏ ਕੰਮ ਨਾ। ਇਹ ਜਿਹੜੇ ਨਾਸਰ ਸਾਹਿਬ ਨੇ ਨਾ, ਕੁਵੈਤ ਵਾਲੇ, ਇਹ ਬੋਲਦੇ ਰਹਿਣ, ਤੇ ਨਾਸਰ ਸਾਹਿਬ ਜਿਹੜੇ ਬਗੈਰ ਆਈਡੀ ਦੇ ਨਾ, ਤਾਂ ਪਲੀਜ਼ ਤੁਸੀਂ ਥੋੜੀ ਦੇਰ ਵਾਸਤੇ ਮਿਊਟ ਕਰੋ, ਤਾਂ ਕਿ ਗੱਲ 1 ਤੋਂ 1 ਹੁੰਦੀ ਪਈ ਹੈ ਨਾ, ਉਹਨੂੰ ਜ਼ਰਾ ਈਜ਼ੀ ਕਰਕੇ ਕਰ ਲਈਏ। ਵਲੀਦ ਭਾਈ ਮਿਹਰਬਾਨੀ, ਇੱਕ ਮਿੰਟ ਰੁਕ ਜਾਓ, ਮੈਨੂੰ ਪਹਿਲੇ ਮਿਊਟ ਕਰਾ ਲੈਣ ਦਿਓ, ਤਾਂ ਕਿ ਤੁਸੀਂ ਈਜ਼ੀ ਹੋ ਕੇ ਗੱਲ ਕਰ ਸਕੋ ਦੋਨੋਂ। ਅੱਛਾ ਨਾਸਰ ਸਾਹਿਬ, ਹੁਣ ਪਲੀਜ਼ ਮਿਊਟ ਨਾ ਖੋਲਣਾ, ਕਿਉਂਕਿ ਫਿਰ ਪ੍ਰੋਬਲਮ ਹੋਏਗੀ, ਤੇ ਮੈਨੂੰ ਨਾ ਚਾਹੁੰਦੇ ਹੋਏ ਥੋੜੀ ਦੇਰ ਵਾਸਤੇ ਨੀਚੇ ਕਰਨਾ ਪਏਗਾ,
ਵਰਨਾ ਤੁਸੀਂ ਪਲੀਜ਼ ਮਾਈਕ ਨਾ ਓਪਨ ਕਰਨਾ, ਤੁਸੀਂ ਅੱਛੇ ਇਨਸਾਨ ਲੱਗ ਰਹੇ ਹੋ ਮੈਨੂੰ। ਹੁਣ ਨਾਸਰ ਸਾਹਿਬ ਜਿਹੜੇ ਕੁਵੈਤ ਵਾਲੇ ਤੇ ਰੱਤੀ ਡੀਪੀ ਵਾਲੇ ਨੇ ਨਾ, ਤੁਸੀਂ ਪਲੀਜ਼ ਗੱਲ ਕਰੋ ਜਿਹੜੀ ਕਰਨੀ ਹੈ। ਅੱਛਾ ਅੱਛਾ ਨਹੀਂ ਗੱਲ ਹੈ ਮੈਂ ਕਰਨੀ ਹੈ, ਤੁਹਾਨੂੰ ਤੇ ਨਹੀਂ ਕਿਹਾ। ਇੱਕ ਮਿੰਟ ਠਹਿਰੋ, ਮੈਨੂੰ ਕਿਹਾ ਉਹਨੇ ਗੱਲ ਕਰਨ ਦਾ। ਠਹਿਰੋ, ਨਹੀਂ ਇੰਜ ਨਹੀਂ, ਉਹ ਨਹੀਂ ਮੰਨਣੀ ਇੰਜ ਗੱਲ, ਮੈਨੂੰ ਕਿਹਾ ਉਹਨੇ। ਨਹੀਂ ਤੁਸੀਂ ਗੱਲ ਕੀਤੀ ਨਹੀਂ, ਤੁਸੀਂ ਨਹੀਂ ਹੁਣ ਬੋਲ ਸਕਦੇ। ਮੈਨੂੰ ਮੁਫਤੀ ਸਾਹਿਬ ਹਦੀਸ ਲੈ ਲੈਂਦੇ, ਹਦੀਸ ਲੈਂਦੇ ਇਹਨਾਂ ਕੋਲ। ਹਾਂਜੀ ਹਦੀਸ ਇਹਨਾਂ ਕੋਲ ਲੈਂਦੇ ਆ, ਇਹਨਾਂ ਕੋਲ ਲੈਂਦੇ ਆ, ਹਦੀਸ ਲੈਂਦੇ ਆ। ਇਹਨਾਂ ਇਹ ਗੱਲ ਜਿੱਦਾਂ ਹੀ ਮੁਕਾਣਗੇ ਨਾ ਮੁਫਤੀ ਸਾਹਿਬ, ਮੈਂ ਖੁਦ ਇਹਨਾਂ ਨੂੰ ਕਹਿ ਦੇਣਾ ਵਾ ਕਿ ਹਦੀਸ ਦਾ ਰੈਫਰੈਂਸ ਮੈਨੂੰ ਦੇ ਦਿਓ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਬਸ ਗੱਲ ਇਹਨਾਂ ਨੂੰ ਕਰਨ ਦਿਓ ਤਾਂ ਕਿ ਆਪਾਂ ਹਦੀਸ ਜਿਹੜੀ ਆ ਨਾ ਉਹ ਲੈ ਲਈਏ। ਇਹ ਨਾ ਹੋਵੇ ਨਾ ਕਿ ਉਹ ਇਸ ਚੀਜ਼ ਨੂੰ ਬਣਾ ਕੇ ਜਵਾਜ਼ ਬਣਾ ਕੇ ਤੇ ਕਹਿਣ ਕਿ ਯਾਰ ਮੈਂ ਜਾ ਰਿਹਾ ਵਾਂ, ਫਿਰ ਬਿਹਤਰ ਨਹੀਂ ਹੋਏਗਾ ਨਾ, ਆਪਣਾ ਫਾਇਦਾ ਨਹੀਂ ਹੋਏਗਾ, ਨੁਕਸਾਨ ਹੋ ਜਾਏਗਾ। ਬਿਲਕੁਲ ਸਹੀ ਹੈ, ਬਿਲਕੁਲ ਠੀਕ। ਹਾਂਜੀ ਕਰੋ ਨਾਸਰ ਸਾਹਿਬ ਗੱਲ। ਜੀ ਨਾਸਰ ਸਾਹਿਬ। ਅੱਛਾ ਗੱਲ ਇਹ ਹੈ ਕਿ ਦੇਖੋ, ਪਹਿਲੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਪਹਿਲੇ ਦੱਸ ਦਿਆਂ ਕਿ ਮੈਂ ਕਦੇ ਰੈਫਰੈਂਸਾਂ ਨਾਲ ਤੇ ਹਦੀਸਾਂ ਨਾਲ ਇਹ ਜਿਹੜੇ ਤੁਸੀਂ ਕਰਦੇ ਹੋ ਨਾ ਫੇਰ ਪ੍ਰਤ, ਇਹ ਮੈਂ ਕਦੇ ਕੀਤੇ ਹੀ ਨਹੀਂ। ਮੈਂ ਕਿਹਾ ਫਲਾਣਾ ਵਾਲਾ ਦਿਓ, ਠਹਿਰੋ ਜੀ, ਉਹ ਜੀ ਤੁਸੀਂ ਵਿੱਚ ਨਾ ਬੋਲੋ ਮੌਲਵੀ, ਮੇਰਾ ਫਿਰ ਸ਼ਾਮ ਸ਼ੁਰੂ ਕਰੋ ਹੁਣ ਮੁੰਡੋ, ਨਹੀਂ ਹੋ ਸਕਦਾ ਹੁਣ। ਅੱਛਾ ਕਰ ਲਓ ਤੁਸੀਂ ਆਪਣੇ ਟਾਈਮ ਤੇ ਗੱਲ ਕਰਨਾ। ਮੌਲਵੀ ਸਾਹਿਬ ਮੈਂ ਤੁਹਾਨੂੰ ਕਿਹਾ ਤੁਸੀਂ ਇੱਥੇ ਗਾਲੀਆਂ ਕਰਨ ਜਿੰਨਾ ਮਰਜ਼ੀ ਜ਼ੋਰ ਲਾ ਲਓ, ਕੋਈ ਮਸਲਾ ਨਹੀਂ ਸਾਨੂੰ। ਉਹ ਨਹੀਂ ਭਾਈ, ਕੋਈ ਇਹ ਗੱਲਾਂ ਨਾ ਕਰੋ ਨਾ ਨਾਸਰ ਸਾਹਿਬ, ਕੋਈ ਓਹੋ ਪਤਾ ਹੈ ਮੈਨੂੰ, ਓਹੋ ਮੈਨੂੰ ਪਤਾ ਉਹਨਾਂ ਨੇ ਜੋ ਕੁਝ ਕਰਨਾ, ਮੈਂ ਜਾਣਦਾ ਵਾਂ, ਛੋੜੋ। ਜਦੋਂ ਤੱਕ ਕੁਝ ਨਹੀਂ ਹੁੰਦਾ ਉਦੋਂ ਤੱਕ ਤਾਂ ਨਾ ਕੁਝ ਕਰੋ ਨਾ, ਇਦਾਂ ਉਹ ਹੋ ਜਾਣਾ ਹੈ ਨਾ। ਹੁਣ ਸੁਣੋ ਗੱਲ ਵਲੀਦ ਸਾਹਿਬ, ਦੇਖੋ ਮੈਂ ਉਹ ਗੱਲ ਕੀਤੀ ਹੈ, ਦੇਖੋ ਮੈਂ ਉਹਨਾਂ 'ਚ ਨਹੀਂ ਆ ਜਿਹੜੇ ਉਹ ਕਹਿੰਦੇ ਨੇ ਜੀ ਕਿ ਹਵਾਲਾ ਦੱਸੋ ਕਿੱਥੇ ਲਿਖਿਆ ਦਾ, ਇਹ ਕਰੋ ਨਹੀਂ, ਇਹ ਕੱਜ ਬੈਸੀਆਂ ਹੁੰਦੀਆਂ ਨੇ, ਇਹ ਕੁਝ ਅਸੀਂ ਬੜਾ ਵੇਖਿਆ ਦੁਨੀਆ 'ਚ। ਮੈਂ ਇਸ ਤੋਂ ਦੂਰ ਹਾਂ। ਗੱਲ ਇਹ ਵੇ ਕਿ ਮੈਂ ਇਹ ਮੌਲਵੀ ਸਾਹਿਬ ਨੇ ਜਿਹੜਾ ਪੁੱਛਿਆ, ਮੈਂ ਤੁਹਾਡੇ ਕੋਲੋਂ ਇਸ ਵਜ੍ਹਾ, ਤੁਸੀਂ ਕਿਹਾ ਨਾ ਕਿ ਤਸੱਲੀ ਨਹੀਂ ਹੋਈ, ਤੁਸੀਂ ਮੁਫਤੀ ਸਾਹਿਬ ਕੋਲੋਂ ਤੇ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ। ਗੱਲ ਇਹ ਵੇ ਇਹਨਾਂ ਨੇ ਤੇ ਉਹ ਹੀ ਕੰਮ ਕਰਨਾ ਵੇ ਕਿ ਇਹਨਾਂ ਨੇ ਤੇ ਆਪਣੀ ਜਿਹੜੀ ਹੈ ਨਾ ਉਹ ਫੇਰ ਪ੍ਰਾਤੀ ਕਰਨਾ ਵਾ। ਤੇ ਤੁਸੀਂ ਜਿਹੜੇ ਹੋ, ਮੈਂ ਤੁਹਾਡੇ ਕੋਲੋਂ ਸੁਣਨਾ ਚਾਹੁੰਦਾ ਸਾਂ ਕਿ ਜ਼ਹਿਰਾ ਤੁਹਾਨੂੰ ਹੀ ਪਤਾ ਕੋਈ ਮਾਮਲਾ, ਮੈਂ ਤੁਹਾਡੇ ਕੋਲ ਐਸੀ ਗੱਲ ਤੇ ਕੋਈ ਪੁੱਛੀ ਨਹੀਂ ਹੈ ਕਿ ਜਿਹੜੀ ਕੋਈ ਇਤਨੀ ਕੋਈ ਛੁਪੀ ਹੋਈ ਗੱਲ ਹੋਵੇ। ਇੱਕ ਸਾਹਮਣੇ ਵਾਜ਼ਿਹ ਗੱਲ ਪੁੱਛੀ ਹੈ ਕਿ ਇਤਨੇ ਬੜੇ ਲੋਕਾਂ ਨੇ ਅੱਲਾ ਨੇ ਸੱਚੇ ਨਬੀ ਨੂੰ ਨਹੀਂ ਮੰਨਿਆ, ਜਿਹੜਾ ਨਾ ਉਹਨਾਂ ਦਾ ਰੀਜ਼ਨ ਕੀ ਹੈ, ਬਸ ਇਤਨੀ ਜੀ ਗੱਲ ਪੁੱਛੀ ਹੈ। ਤੇ ਤੁਸੀਂ ਵੀ ਨਹੀਂ ਦਿੰਦੇ ਤੇ ਨਾ ਦਿਓ, ਫਿਰ ਮੈਂ ਕੀ ਕਰ ਸਕਦਾ। ਅੱਛਾ ਮੈਂ ਛੋਟੀ ਗੱਲ ਤੁਹਾਨੂੰ ਕਰ ਦਿੰਦਾ, ਫਿਰ ਮੁਫਤੀ ਸਾਹਿਬ ਇਹਦਾ ਜਵਾਬ ਦਿੰਦੇ ਆ, ਕਿਉਂਕਿ ਉਹ ਗੱਲ ਮੇਰੇ ਨਾਲ ਰਿਲੇਟਡ ਨਹੀਂ ਹੈ। ਮੈਂ ਸਿਰਫ ਤੁਹਾਨੂੰ ਛੋਟੀ ਗੱਲ ਇਹ ਕਰਜ਼ ਕਰਦਾ। ਦੇਖੋ ਨਾਸਰ ਭਾਈ, ਇਹ ਜਿਹੜੀ ਗੱਲ ਤੁਸੀਂ ਕਰਦੇ ਪਏ ਹੋ ਨਾ ਹਦੀਸ ਵਾਲੀ ਗੱਲ, ਇਹ ਕੋਈ ਮੇਰੀ ਗੱਲ ਨਹੀਂ ਹੈਗੀ ਕਿ ਜਿਹੜੀ ਮੈਂ ਆਣ ਜਾਣ ਦੇਵਾਂ ਤੇ ਮੈਂ ਕਹਾਂ ਕਿ ਯਾਰ ਇਹ ਕਾਮ ਬੰਦੇ ਦੀ ਗੱਲ ਹੈਗੀ ਆ ਤੇ ਨੋ ਪ੍ਰੋਬਲਮ। ਮਾਜ਼ ਅੱਲਾ, ਇਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਤੁਸੀਂ ਕੋਟ ਕੀਤਾ ਵਾ, ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਜਿਹੜੀ ਆ ਉਹ ਸਾਡੇ ਵਾਸਤੇ ਇਦਾਂ ਹੀ ਆ ਜਿੱਦਾਂ ਤੁਸੀਂ ਕਹਿ ਲਓ ਇਸ ਦੁਨੀਆ ਦੇ ਵਿੱਚ ਸਭ ਤੋਂ ਮੁਕੱਦਮ ਗੱਲ ਹੈ। ਠੀਕ ਹੈ, ਉਹ ਗੱਲ ਅਗਰ ਤੁਸੀਂ ਕੋਟ ਕਰ ਰਹੇ ਹੋ, ਸਾਡਾ ਹੱਕ ਬਣਦਾ ਵਾ, ਸਾਡਾ ਰਾਈਟ ਬਣਦਾ ਵਾ ਕਿ ਯਾਰ ਤੁਹਾਨੂੰ ਪੁੱਛੀਏ ਕਿ ਇਹ ਗੱਲ ਕਿੱਥੋਂ ਤੁਸੀਂ ਪੜ੍ਹੀ ਆ, ਇਹ ਕਿੱਥੇ ਇਹ ਗੱਲ ਲਿਖੀ ਆ। ਅਗਰ ਤੇ ਉਹ ਗੱਲ ਕਿਧਰੇ ਲਿਖੀ ਨਹੀਂ ਹੋਈ, ਤੁਹਾਨੂੰ ਚਾਹੀਦਾ ਵਾ ਕਿ ਤੁਸੀਂ ਆਪਣੀ ਵਾਰੀ ਦੇ ਵਿੱਚ ਕਹੋ ਕਿ ਵਲੀਦ ਭਾਈ ਮੈਂ ਆਪਣੀ वो बात वापस लेता हूँ, मैंने वो बात नहीं ठीक की। ਗੱਲ ਖਤਮ ਹੋ ਜਾਏਗੀ, ਮੁਫਤੀ ਸਾਹਿਬ ਵੀ ਅੱਗੇ ਚੱਲਣਗੇ, ਮੈਂ ਵੀ ਅੱਗੇ ਚਲਾ ਜਾਵਾਂਗਾ। ਮੁਫਤੀ ਸਾਹਿਬ ਠੀਕ ਗੱਲ ਕੀਤੀ ਹੈ, ਗਲਤ ਕੀਤੀ ਹੈ। ਅੱਛਾ ਸੁਣ ਲਓ ਇਹਦਾ ਜਵਾਬ, ਸੁਣ ਲਓ। ਵੇਖੋ ਤੁਸੀਂ ਮੁਫਤੀ ਸਾਹਿਬ ਇੱਕ ਮਿੰਟ ਠਹਿਰਨਾ, ਮੈਂ ਵਲੀਦ ਸਾਹਿਬ ਨਾਲ ਗੱਲ ਕਰਾਂ। ਵਲੀਦ ਸਾਹਿਬ, ਮੈਂ ਤੁਹਾਨੂੰ ਦੱਸਣਾ ਕਿ ਦੇਖੋ ਮੈਂ ਤਾਂ ਕਿਤਾਬ ਰੈਫਰੈਂਸ ਵਾਲੀ ਗੱਲ ਨਹੀਂ ਕਰਨਾ, ਲੇਕਿਨ ਮੈਂ ਉਹ ਜਿਹੜੇ ਮੌਲਵੀ ਸਾਹਿਬ ਫੋਤ ਹੋ ਗਏ ਨੇ, ਕੀ ਨਾਂ ਹੈ ਉਹਨਾਂ ਦਾ, ਉਹ ਦੇਖੋ ਮੇਰਾ ਵੀ ਦਿਮਾਗ ਹੈ ਦਿਓਬੰਦੀਆਂ ਦੇ ਬੜੇ ਮੁਫਤੀ ਸਾਹਿਬ ਦਾ ਪ੍ਰੈਸ਼ਰ ਹੀ ਬੜਾ ਵਾ, ਬੰਦਾ ਭੁੱਲ ਜਾਂਦਾ। ਨਹੀਂ ਮੁਫਤੀ ਸਾਹਿਬ ਨਾਲ ਨਹੀਂ, ਇਹ ਜਿਹੜੇ ਹੁਣ ਤੁਸੀਂ ਵੀ ਦੱਸਣਾ ਨਹੀਂ ਨਾ ਜ਼ਰਾ, ਤੁਹਾਨੂੰ ਪਤਾ ਵੀ ਹੋਇਆ ਤਾਂ ਤੁਸੀਂ ਨਹੀਂ ਦੱਸਣਾ। ਕੀ ਨਾਂ ਸੀ ਜੀ ਵੱਡੇ ਮੌਲਵੀ ਸਾਹਿਬ ਉਹਨਾਂ ਦਾ? ਨੂਰਉਦੀਨ ਸਾਹਿਬ ਮੌਲਵੀ। ਨਹੀਂ ਇਹ ਦਿਓਬੰਦੀਆਂ ਦੇ ਬੜੇ ਮੌਲਵੀ ਸਾਹਿਬ ਸਨ ਜੀ। ਅੱਛਾ ਮੌਲਵੀ ਅਬਦੁਲ ਕਰੀਮ। ਨਹੀਂ ਇੰਜ ਨਹੀਂ ਹੁੰਦਾ। ਅਬਦੁਲ ਹਕੀਮ ਪਟਿਆਲਾ ਡਾਕਟਰ ਨਹੀਂ, ਇਹ ਡਾਕਟਰ ਜਿਹੜੇ ਸਨ ਜੀ, ਇਹ ਪਿੱਛੇ ਜੇ ਫੋਤ ਹੋਏ ਨੇ, ਡਾਕਟਰ ਇਸਰਾਰੁਲ ਹਕ ਸਾਹਿਬ। ਉਹਨਾਂ ਨੇ YouTube ਵਿੱਚ, ਮੈਂ ਆਪਣੀਆਂ, ਤੁਸੀਂ ਹੁਣ ਵੀ ਵੇਖਣਾ, ਮੈਂ ਕੱਢ ਕੇ ਵੀ ਤੁਹਾਨੂੰ ਭੇਜ ਦਿੰਦਾ, ਉਹਨਾਂ ਨੇ ਇਸ ਹਦੀਸ ਤੇ ਗੱਲ ਬੜੀ ਖੁੱਲ ਬੁੱਲ ਕੇ ਕੀਤੀ ਹੈ ਕਿ ਉਹ ਹਦੀਸ, ਔਰ ਉਹਨਾਂ ਨੇ ਕਿਹਾ ਵੀ ਕਿ ਬਿਲਕੁਲ ਇੱਥੇ ਪੂਰੀ ਹੋ ਰਹੀ ਹੈ ਕਿ ਅਸਮਾਨ ਦੇ ਨੀਚੇ ਬਦਤਰੀਨ ਮਖਲੂਕ ਉਹਨਾਂ ਨੇ ਕਿਹਾ ਜਿਹੜੇ ਆਏ ਨੇ, ਔਰ ਬਿਲਕੁਲ ਉਹਨਾਂ ਨੇ ਕਿਹਾ ਕਿ ਸਾਡੇ ਵਿੱਚ ਉਹ ਲੋਕ ਆਏ ਨੇ। ਉਹ ਡਾਕਟਰ ਇਸਰਾਰ ਸਾਹਿਬ ਨੇ ਇੱਥੇ ਕੀਤੀ ਹੈ YouTube ਤੇ, ਔਰ ਬਿਲਕੁਲ ਲੱਗੀ ਹੈ, ਹੁਣ ਵੀ ਉਹ ਰੈਫਰੈਂਸ ਮੌਜੂਦ ਹੈ। ਅਗਰ ਤੁਸੀਂ ਵਲੀਦ ਸਾਹਿਬ ਵੇਖਣਾ ਚਾਹੋ ਤਾਂ ਵੇਖ ਲਓ। ਲੇਕਿਨ ਮੈਨੂੰ ਨਹੀਂ ਪਤਾ ਕਿ ਮੌਲਵੀਆਂ ਨੂੰ ਬਹੁਤ ਸ਼ੌਕ ਹੈ ਇਸ ਹਦੀਸ ਨੂੰ ਜ਼ਈਫ ਕਰਨ ਦਾ, ਕੱਢਣ ਦਾ। ਤੇ ਅਗਰ ਤੁਸੀਂ ਵਲੀਦ ਮੈਂ ਗੱਲ ਕਰਨਾ ਭਾਈ ਥੋੜੀ ਜੀ। ਹਾਂਜੀ ਹੁਣ ਤੁਸੀਂ ਗੱਲ ਕਰੋ। ਨਹੀਂ ਤੁਸੀਂ ਨਾਲ ਮੈਂ ਕਰਨੇ ਗੱਲ ਵਲੀਦ ਸਾਹਿਬ ਨਾਲ ਨਹੀਂ ਗੱਲ ਕਰਨ ਦਾ। ਅੱਜ ਮੇਰੀ ਵਲੀਦ ਸਾਹਿਬ ਨਾਲ ਗੱਲ ਹੋ ਰਹੀ ਹੈ, ਮੁੱਕੇ ਦੀ ਨਹੀਂ ਵਲੀਦ ਸਾਹਿਬ ਨੇ ਕਰਨੀ ਹੁਣ ਫਿਰ ਵਲੀਦ ਸਾਹਿਬ ਨੇ ਕੋਈ ਨਹੀਂ ਕਰਨੀ, ਨਹੀਂ ਕਰਨੀ ਤੇ ਨਾ ਕਰਨ। ਮੈਨੂੰ ਕਿਹੜਾ ਕੋਈ ਇੱਥੇ ਮੈਂ ਦਿੰਦਾ ਟਾਈਮ। ਇੱਕ ਮਿੰਟ ਮੇਰੀ ਗੱਲ ਸੁਣੋ ਨਾਸਰ ਸਾਹਿਬ, ਮੇਰੀ ਗੱਲ ਸੁਣੋ ਤੇ ਉਸ ਗੁਜ਼ਾਰਿਸ਼ ਨੂੰ ਵੀ ਸੁਣੋ ਤੇ ਸਮਝੋ ਉਸ ਗੱਲ। ਦੇਖੋ ਇਹ ਤਿੰਨ ਤਰਫਾ ਡਿਸਕਸ਼ਨ ਹੋ ਰਹੀ ਆ, ਮੈਂ ਮੋਡਰੇਟਰ ਆ, ਨਾਲ ਹੋਸਟ ਆ,
ਤੁਸੀਂ ਬੈਠੇ ਹੋ ਨਾਲ ਮੁਫਤੀ ਸਾਹਿਬ ਬੈਠੇ ਆ, ਠੀਕ ਆ। ਦੇਖੋ ਤੁਸੀਂ ਜਿੱਦਾਂ ਇੱਕ ਗੱਲ ਕੀਤੀ ਆ ਨਾ, ਉਹਦੇ ਵਿੱਚ ਮੁਫਤੀ ਸਾਹਿਬ ਵੀ ਗੱਲ ਕਰਨਾ ਚਾਹੁੰਦੇ ਨੇ। ਹਾਂ, ਕੋਈ ਨੀਚੇ ਕੋਈ اخلاق ਤੋਂ ਗਿਰੀ ਹੋਈ ਗੱਲ ਕਰਨਗੇ, ਤੁਸੀਂ ਜ਼ਰੂਰ ਮੈਨੂੰ ਕਹਿ ਦੇਣਾ ਕਿ ਯਾਰ ਇਹ ਦੇਖੋ ਮੁਫਤੀ ਸਾਹਿਬ ਨੇ ਇਹ ਗੱਲ ਗਲਤ ਕਰਤੀ ਹੈਗੀ ਹੈ, اخلاق ਤੋਂ ਗਿਰੀ ਹੋਈ ਆ, ਤੇ ਵਲੀਦ ਭਾਈ ਇਹ ਰੋਕੋ। ਉਹ ਇੱਕ ਅਲੱਗ ਗੱਲ ਹੈ ਨਾ, ਲੇਕਿਨ ਏਦਾਂ ਨਾ ਕਰੋ ਤੁਸੀਂ ਕਿ ਤੁਸੀਂ ਡੱਕੋ ਕਿ ਯਾਰ ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰਨੀ, ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ। ਅੱਛੀ ਗੱਲ ਨਹੀਂ ਹੈ ਨਾ। ਨਹੀਂ ਉਹਨਾਂ ਨੂੰ ਗੱਲ ਕਰਨ ਦਿਓ। ਨਹੀਂ ਮੈਂ ਇਹ ਜਿਹੜਾ ਰੈਫਰੈਂਸ ਦਿੱਤਾ ਤੁਸੀਂ ਗੱਲ ਕਰ ਲਓ। ਨੰਬਰ 2, ਮੈਂ ਅੱਜ ਚਲੋ ਇੱਕ ਵਾਰੀ ਫਿਰ ਤੁਹਾਨੂੰ ਵੇਖਣਾ, ਮੈਂ ਨਹੀਂ ਕਹਿਣਾ ਤੁਸੀਂ ਹੁਣ ਗੱਲ ਕਹੀ ਹੈ ਨਾ ਕਿ اخلاق ਤੋਂ ਗਿਰੀ ਹੋਈ, ਔਰ ਜਿਹੜੀ ਦੂਈ ਗੱਲ ਕਰਦੇ ਨੇ ਉਹ ਤੇ ਮੈਂ ਉਹਨਾਂ ਨੂੰ ਰੋਕ ਲਾਂਗਾ, ਅਗਰ ਨਾ ਰੋਕਿਆ ਤਾਂ ਤੁਸੀਂ ਕਹਿਣਾ। ਚਲੋ ਅੱਜ ਇੱਕ ਦਫਾ ਫਿਰ ਮੈਂ ਤੁਹਾਨੂੰ ਵੇਖਣਾ ਕਿ ਤੁਸੀਂ ਕਿਹੜੀ ਗੱਲ ਨੂੰ اخلاق ਤੋਂ ਗਿਰਿਆ ਸਮਝਦੇ ਹੋ ਔਰ ਕਿਹੜੀ ਗੱਲ ਤੁਸੀਂ اخلاق ਦੇ ਮੁਤਾਬਕ ਸਮਝਦੇ ਹੋ। ਮੈਂ ਅੱਜ ਤੁਹਾਨੂੰ ਦੇਖਣਾ। ਕਰੋ ਜੀ ਮੁਫਤੀ ਸਾਹਿਬ ਗੱਲ ਤੁਸੀਂ। ਚਲੋ ਮੁਫਤੀ ਸਾਹਿਬ ਕਰੋ ਗੱਲ, ਮੈਂ ਤੁਹਾਡੇ ਵਾਸਤੇ ਵਾਊਚ ਕਰਤਾ ਵਾ, ਤੁਸੀਂ ਕਰੋ। ਮੁਫਤੀ ਸਾਹਿਬ ਬਸ ਥੋੜੀ ਜਿਹੀ ਨਰਮ ਗੱਲ ਕਰਨਾ ਪਲੀਜ਼, ਕਿਉਂਕਿ ਮੈਂ ਬੜੀ ਵੱਡੀ ਗੱਲ ਬਿਲਕੁਲ ਨਰਮ ਗੱਲ ਹੋਏਗੀ। ਦੇਖੋ ਪਹਿਲੇ ਤੇ ਮੈਂ ਇੱਕ ਕੁਰਾਨ ਦੀ ਆਇਤ ਕੋਟ ਕਰ ਰਿਹਾ ਵਾਂ, ਸੂਰਾ ਅਨ-ਨਹਲ ਦੀ ਆਇਤ ਨੰਬਰ 105। ਅੱਲਾਹ फरमाता है, जिदा तर्जुमा ते मफहूम है वे, झूठ इफ्तरा तो वही लोग किया करते हैं जो खुदा की आयतों पर ईमान नहीं लाते और वही झूठे हैं, हुमुल काज़िबून, वो ही झूठे ने। ये तो थी कुरान पाक की आयत। अब हदीस सुन लें। नबी आलम सल्लल्लाहु अलैहि वसल्लम फरमाते हैं, मन काज़ाबा अलैया मुतअम्मिदन फलियतबव्वा मक़अदहु मिनन्नार औ कमा क़ाल अलैहिस्सलाम। हजूर ने फरमाया, जिसने मेरी तरफ झूठ की निस्बत की उसको चाहिए कि अपना ठिकाना जन्नत में बना ले। ऐ ते कुरान भी हो गया, हदीस भी हो गई, तो हुण मिर्ज़ा जी दी सुन लो। मिर्ज़ा जी फरमाते हैं कि झूठ बोलना और गू खाना बराबर है। मिर्ज़ा जी फरमाते हैं झूठ बोलना मुर्तद होने से कम नहीं। मिर्ज़ा जी फरमाते हैं जब एक बात में कोई झूठा साबित हो जाए तो फिर दूसरी बातों में भी इस पर एतबार नहीं रहता। मिर्ज़ा जी फरमाते हैं झूठ बोलने से बदतर दुनिया में और कोई बुरा काम नहीं। मिर्ज़ा जी फरमाते हैं वो कंजर जो वलदु ज़िना कहलाते हैं वो भी झूठ बोलते हुए शर्माते हैं। कुरान दी आयत एक पढ़ी सी, हदीस मैं एक पढ़ी सी, लेकिन मिर्ज़ा जी दे 5 हवाले मैं पढ़े जे, याद रखिया जे। मैं कहना वा 14वीं सदी दा लफ्ज़ ज़ख़ीरा अहादीस, सही हदीसां, ज़ईफ़ हदीसां, मौजू हदीसां, मिर्ज़ा कादियानी तो पहले जिन्नियां भी हदीसां लिखियां गईयां, सिर्फ 14वीं सदी का लफ्ज़ तुसीं कढ के विखा दिओ ना तो मैं तुहानूं मूँह मंगा इनाम देवांगा। ए तुसीं एड्डी वड्डा झूठ बोले है कि नबी आलम सल्लल्लाहु अलैहि वसल्लम ने फरमाया है कि 14वीं सदी के उलमा बंदर सुवर खंदीर होणगे। मैं ना 14वीं सदी का लफ्ज़ सिर्फ कढ के विखा दिओ, सिर्फ कढ के। क्या देखो जी फलां हदीस है, ए सही हदीस है, ए मौजू हदीस है, ए ज़ईफ़ हदीस है, लेकिन उहदे विच 14वीं सदी दा लफ्ज़ मौजूद है। मैं मूँह मंगे इनाम दा तुहानूं ऐलान कर चुकिया। इहो ही गल सेम रूहानी खज़ाइन जिल्द 4 सफ़ा 370 ते उत्ते मिर्ज़े कादियानी ने कीती। इहो ही गल मिर्ज़े कादियानी ने रूहानी खज़ाइन जिल्द 20 सफ़ा 40 दे उत्ते कीती। इहो ही गल रूहानी खज़ाइन जिल्द 5 सफ़ा 340 दे उत्ते कीती। इहो ही गल रूहानी खज़ाइन जिल्द 17 सफ़ा 243 ते 244 दे उत्ते कीती। ਉਹ ਵੀ ਮਿਰਜ਼ਾ ਕਾਦੀਆਨੀ ਵੀ ਕਹਿੰਦਾ ਸੀ ਕਿ ਹਦੀਸਾਂ 'ਚ ਆਇਆ ਕਿ 14ਵੀਂ ਸਦੀ ਗੱਲ ਹੈ ਵੇ। ਵੇਖੋ ਮੈਂ ਉਹ ਇਹ ਤਾਂ ਗੱਲ ਸਟਾਪ ਕਰ ਰਿਹਾ ਹਾਂ। ਵਲੀਦ ਸਾਹਿਬ ਬੈਠੇ ਨੇ, ਵਲੀਦ ਸਾਹਿਬ फैसला तुसां करना है, इन्हां कोलों रैफरेंस तुसां लैके देना है। नहीं तो वो जिहड़ा कुरान ने कहा सी वो फैसला मान लो, जो हदीस ने कहा सी वो फैसला मान लो, जिहड़ा मिर्जा साहब ने कहा है वो फैसला मान लो। बस गल बहुत अच्छा हो गया जी, बहुत अच्छा हो गया। मुफ्ती साहब सिर्फ 1 मिनट वास्ते रुकना। पहले तो नासिर साहब तुसीं गल सुनिए मुफ्ती साहब दी, पहले हाँ ना करो, मैं फिर एक अगली गल करना चाहना, फिर तुसीं जवाब देना। हाँ हाँ मैं तो बड़े गौर नाल सुनी है। हुण मेरी तसल्ली नाल गल सुन लो। देखो मुफ्ती साहब ने कोई ऐसी गल मैनूं नहीं लगदा कि हाले तक कीती आ जिहदे विच
ਤੁਸੀਂ ਪ੍ਰਵੋਕ ਹੋਏ ਹੋਵੋ, ਤੁਸੀਂ ਇਨਸਟੀਗੇਟ ਹੋਏ ਹੋਵੋ, ਜਾਂ اخلاق ਤੋਂ ਗਿਰੀ ਹੋਈ ਬਹੁਤ ਨੀਚੇ ਦੀ ਗੱਲ ਕਰਤੀ ਹੋਵੇ ਜੇ ਤੇ ਤੁਹਾਨੂੰ ਗੁੱਸਾ ਆਇਆ ਹੋਵੇ, ਠੀਕ ਹੈ। ਹੁਣ ਮੈਂ ਵੀ ਤੁਹਾਡੇ ਕੋਲੋਂ ਇਹੀ ਚਾਹੁੰਦਾ ਵਾਂ ਕਿ ਤੁਸੀਂ ਵੀ ਇਦਾਂ ਹੀ ਗੱਲ ਕਰੋ, ਕਿਉਂਕਿ ਇਸ ਟਾਈਮ ਨਾ 100 ਬੰਦੇ ਦੇ ਕਰੀਬ ਬੰਦਾ ਬੈਠਾ ਵਾ ਇੱਥੇ ਸੁਣਨ ਵਾਸਤੇ, ਤੁਹਾਨੂੰ ਤੇ ਮੁਫਤੀ ਸਾਹਿਬ ਨੂੰ। ਮੈਂ ਨਹੀਂ ਚਾਹੁੰਦਾ ਕਿ ਉਹ 100 ਬੰਦਾ ਇਸ ਬਰੋਡ ਤੋਂ ਇਹ ਲੈ ਕੇ ਉੱਠੇ ਕਿ ਯਾਰ ਇੱਕ ਫਜ਼ੂਲ ਗੱਲ ਹੋਈ ਹੈਗੀ ਆ, ਇਹ ਸਿਰਫ ਗਾਲਮ ਗਲੋਚੀ ਹੋਈ ਆ। ਅੱਛੀ ਗੱਲ ਕਰੋ ਦੋਨੋਂ, ਤਾਂ ਕਿ ਲੋਕ ਉਸ ਚੀਜ਼ ਦਾ ਫਾਇਦਾ ਉਠਾਉਣ। ਤੇ ਪਲੀਜ਼ ਹੁਣ ਤੁਸੀਂ ਗੱਲ ਕਰੋ, ਇੱਕ ਅੱਛੇ ਤਰੀਕੇ ਨਾਲ ਗੱਲ ਕਰੋ, ਚਾਹੇ ਜੋ ਮਰਜ਼ੀ ਗੱਲ ਕਰੋ, ਮੈਨੂੰ ਕੋਈ ਪ੍ਰੋਬਲਮ ਨਹੀਂ, ਲੇਕਿਨ ਅੱਛੇ ਤਰੀਕੇ ਨਾਲ ਤੁਸੀਂ ਵੀ ਹੁਣ ਜਵਾਬ ਦਿਓ, ਫਿਰ ਮੁਫਤੀ ਸਾਹਿਬ ਨੂੰ ਟਾਈਮ ਦਿਆਂਗੇ। ਕਿ ਵਲੀਦ ਸਾਹਿਬ ਵੇਖੋ, ਤੁਸੀਂ ਜਿਹੜੀ ਗੱਲ ਕੀਤੀ ਹੈ ਨਾ, ਮੌਲਵੀ ਮੁਫਤੀ ਸਾਹਿਬ ਨੇ ਅਜੇ ਤੱਕ ਕੋਈ ਐਸੀ ਗੱਲ ਨਹੀਂ ਕੀਤੀ। ਦੇਖੋ ਮੈਂ ਵੀ ਬਿਲਕੁਲ ਕੋਈ ਮਾਈਕ ਖੋਲਿਆ ਵੇ, ਐਸੀ ਗੱਲ ਨਹੀਂ ਹੈ ਕਿ ਮੁਫਤੀ ਸਾਹਿਬ ਐਸੀ ਕੋਈ ਗੱਲ ਕਰਨਗੇ ਤੇ ਤੁਹਾਨੂੰ ਪਤਾ ਲੱਗੇਗਾ ਮੇਰਾ ਵੀ ਇਤਜਾਜ। ਲੇਕਿਨ ਅੱਜ ਮੈਂ ਇਹ ਵਾਅਦਾ ਕੀਤਾ ਹੈ ਕਿ ਮੈਂ ਤੇ ਪਹਿਲੇ ਕੋਈ ਗੱਲ ਕਰੇ ਤੇ ਉੱਥੇ ਹੀ ਮੈਂ ਖੋਲ ਦੇਣਾ ਮਾਈਕ ਆਪਣਾ, ਲੇਕਿਨ ਅੱਜ ਮੈਂ ਇਹ ਗੱਲ ਕੀਤੀ ਹੈ ਕਿ ਮੈਂ ਨਹੀਂ ਖੋਲਾਂਗਾ, ਮੈਂ ਪਹਿਲੇ ਇੰਤਜ਼ਾਰ ਕਰਾਂਗਾ, ਕਿਉਂਕਿ ਅੱਜ ਮੈਂ ਤੁਹਾਡੇ ਤੇ ਛੋੜੀ ਦੀ ਇਹ ਗੱਲ ਕਿ ਤੁਸੀਂ ਕਿਹੜੀ ਗੱਲ ਨੂੰ اخلاق ਤੇ ਸਮਝਦੇ ਹੋ ਔਰ ਕਿਹੜੀ ਗੱਲ ਨੂੰ اخلاق ਤੋਂ ਬਗੈਰ ਸਮਝਦੇ ਹੋ, ਮੈਂ ਤੁਹਾਡੇ ਤੇ ਛੱਡੀ ਦੀ ਹੈ ਪਹਿਲਾਂ ਇੱਕ ਗੱਲ। ਦੂਸਰੀ ਗੱਲ ਇਹ ਹੈ ਹੁਣ ਕਿ ਜਿਹੜੀ ਮੁਫਤੀ ਸਾਹਿਬ ਨੇ ਗੱਲ ਕੀਤੀ ਹੈ, ਚਲੋ ਪਹਿਲੇ ਤਾਂ ਇਹਨਾਂ ਨੇ ਕਿਹਾ ਸੀ ਕਿ ਇਹ ਹਦੀਸ ਲਿਆਓ, ਇਹ ਲਿਆ। ਮੈਂ ਤੁਹਾਨੂੰ ਪਹਿਲਾਂ ਇਹ ਗੱਲ ਦੱਸੀ ਕਿ ਮੈਂ ਇਹ ਰੈਫਰੈਂਸਾਂ ਹਦੀਸ ਜਾਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਹਵਾਲੇ ਤੇ ਫਲਾਣ, ਮੈਂ ਇਹਦੇ ਨਾਲ ਗੱਲੇ ਨਹੀਂ, ਮੈਂ ਸਿੱਧੀ ਜੀ ਔਰ ਗੱਲ ਕਰਨਾ ਜਿਹੜੀ ਇੱਕ ਦੇਸੀ ਜਿਹਾ ਤਰੀਕਾ ਹੁੰਦਾ। ਚਲੋ ਅਗਲੀ ਗੱਲ ਇਹ ਹੈ ਕਿ ਮੁਫਤੀ ਸਾਹਿਬ ਨੇ ਪਹਿਲੇ ਕਿਹਾ ਸੀ ਕਿ ਦੱਸੋ ਕਿੱਥੇ ਕਿਤਾਬ ਹੈ, ਲੇਕਿਨ ਹੁਣ ਮੈਨੂੰ ਇਹ ਲੱਗਦਾ ਹੈ ਕਿ ਇੱਥੇ ਤੱਕ ਤੇ ਉਹ ਮੰਨ ਗਏ ਨੇ ਕਿ ਇਹ ਗੱਲ ਤੇ ਹੈ ਵੇ, ਲੇਕਿਨ ਹੁਣ 14ਵੀਂ ਸਦੀ ਦਾ ਜਿਹੜਾ ਹੈ ਨਾ ਉਹਦੇ ਵਿੱਚ ਲਫ਼ਜ਼ ਨਹੀਂ ਹੈ। ਜਿੱਥੇ ਤੱਕ ਮੈਂ ਸਮਝਿਆ ਮੁਫਤੀ ਸਾਹਿਬ ਦੀ ਗੱਲ ਤੋਂ ਕਿ ਇਹ ਜਿਹੜੀ ਗੱਲ ਹੁਣ ਬਿਆਨ ਹੋਈ ਹੈ, ਇਹ ਚਲੋ ਕਿਧਰੇ ਨਾ ਕਿਧਰੇ ਤੇ ਇਹ ਗੱਲ ਹੈ ਵੇ, ਲੇਕਿਨ ਹੁਣ ਇਹ ਹੈ ਕਿ ਇਸ ਗੱਲ ਵਿੱਚ 14ਵੀਂ ਸਦੀ ਨਹੀਂ ਹੈ, ਇਹ ਗੱਲ ਉਹਨਾਂ ਨੇ ਕਹੀ। ਤੇ ਗੱਲ ਇਹ ਵੇ ਕਿ ਦੇਖੋ ਮੈਂ ਜਿੱਥੇ ਤੱਕ ਸਮਝਣਾ ਔਰ ਜਿਹੜਾ ਮੈਂ ਆਪਣਾ ਮੇਰਾ ਮਤਲਬ ਹੈ ਵੇ, ਉਹ ਗੱਲ ਇਹ ਕਿ ਜਿਹੜੀ ਚੀਜ਼ ਜਿੱਥੇ ਪੂਰੀ ਹੋ ਜਾਵੇ ਨਾ ਉਹਨੂੰ ਉੱਥੇ ਹੀ ਲਾਗੂ ਕਰੀਦਾ। ਅਗਰ ਐਸੀ ਕੋਈ ਗੱਲ ਹੈ ਉਹਦੇ ਵਕਤ ਦਾ ਤਯਨ ਨਹੀਂ ਹੈ ਉਸ ਵਿੱਚ, ਤੇ ਉਹ ਜਦੋਂ ਪੂਰੀ ਹੁੰਦੀ ਹੋਈ ਨਜ਼ਰ ਆਵੇ ਤੇ ਫਿਰ ਅਗਲੇ ਕਹਿ ਦਿੰਦੇ ਨੇ ਕਿ ਹੁਣ ਇਹ ਚੀਜ਼ ਪੂਰੀ ਹੁੰਦੀ ਹੈ, ਇਹੋ ਹੀ ਉਹ ਵਕਤ ਹੈ। ਜਿੱਥੇ ਤੱਕ ਮੈਂ ਸਮਝਿਆ ਵਾਂ ਇਹੋ ਹੀ ਗੱਲ ਹੈ ਉਹ। ਤੇ ਮੈਂ ਤਾਂ ਇਤਨੀ ਲੰਬੀ ਗੱਲ ਨਹੀਂ ਕਰਦਾ, ਮੇਰੀ ਜਿਹੜੀ ਸਮਝ ਜਾਈ ਤੋਂ ਮੈਂ ਤੁਹਾਨੂੰ ਦੱਸ ਦਿੱਤੀ। ਠੀਕ ਹੈ ਜੀ ਮੁਫਤੀ ਸਾਹਿਬ, ਕਰੋ ਤੁਸੀਂ ਗੱਲ ਅੱਗੇ। ਅੱਛਾ, ਮੈਂ ਹੁਣ ਇੱਕ ਛੋਟੀ ਗੱਲ ਕਰ ਦਵਾਂ। ਪਹਿਲੇ ਤੇ 1 ਮਿੰਟ ਮੁਫਤੀ ਸਾਹਿਬ ਤੁਸੀਂ ਜਵਾਬ ਦੇਣਾ, ਬਸ ਉਹ ਬਾਜੀ ਆਏ ਨੇ, मैं सिर्फ सलाम ले ला जी। बाजी अस्सलाम वालेकुम। अस्सलाम वालेकुम। वालेकुम सलाम। 30 सेकंड ले सकती हूँ बीच में? मुफ्ती साहब की बारी है, आप मुफ्ती साहब से डायरेक्ट पूछो। मुफ्ती साहब मैं सिर्फ 10 सेकंड लेती हूँ। जी। अगर मैं आज कह दूँ कि वलीद आप जो है कल केले के ऊपर स्लिप हो जाओगे और आप स्लिप हो जाओ तो ये बात सच्ची हो जाएगी। 14th सेंचुरी की बात वेरी शॉकिंग है। मैंने बचपन से सुना है कि 14वीं सदी के उलमा जो है वो कुत्ते और सुअर हो जाएंगे, इस तरह की बात। तो मैं वेरी इंटरेस्टेड हूँ कि मुझे इसका हवाला चाहिए। जज़ाकल्लाह। जी नासिर साहब, देखें मैंने आपको अल्लाह का कलाम सुनाया, अल्लाह का कलाम सुनाया है, उसका आपने कोई जवाब नहीं दिया। अल्लाह फरमाता है इन्नमा यफ्तारिल काज़िबल्लज़ीना ला युमिनूना बिआयातिल्लाहि व उलाइका हुमुल काज़िबून। झूठ इफ्तरा तो वही लोग किया करते हैं जो खुदा की आयतों पर ईमान नहीं लाते और वही झूठे हैं। तो क्या मिर्ज़ा कादियानी ने ये जो 14वीं सदी को हदीस की तरफ मंसूब किया है, और आपने भी की है, मिर्ज़ा कादियानी की इत्तबा करते हुए, तो क्या ये मिर्ज़ा कादियानी खुदा की आयतों पर ईमान नहीं लाता था? क्योंकि झूठ और इफ्तरा किया है ना। तो अल्लाह तो ये कह रहे, या तो कहिए कि अल्लाह का कलाम कोई अलग है और मिर्ज़ा साहब अलग हैं, वो अलग की किसी दुनिया से ताल्लुक़ रखती है। नबी आलम सल्लल्लाहु अलैहि वसल्लम की हदीस है, आयतुल मुनाफिकी सलासुन इज़ा हद्दसा काज़बा व इज़ा वादा अखलफा व इज़ा तुमीना खाना। कि जब आए ये जो मुनाफिक की 3 अलामतें हजूर अलैहिस्सलाम ने फरमाई कि जब बोलेगा जनाब वो झूठ बोलेगा, वादा करेगा तो खिलाफ करेगा, और इमानत अगर उसके पास रखी जाए तो उसके अंदर खयानत करेगा। हाँ जी, या तो बताइए कि अल्लाह के नबी कुछ गलत माज़अल्लाह इरशाद फरमा रहे। फिर मैंने आपको नबी आलम सल्लल्लाहु अलैहि वसल्लम की जो मुस्लिम शरीफ के मुकदमे में हदीस लिखी है वो सुनाई कि मन काज़बा अलैया मुतअम्मिदन
फलियतबव्वा मक़अदहु मिनन्नार, कि जिसने मेरी तरह झूठ की निस्बत की उसको चाहिए कि अपना ठिकाना जन्नत में बना ले। जो शख्स ये कहे कि यह हदीस में है, अल्लाह के नबी ने फरमाया है, हालांकि अल्लाह के नबी ने नहीं फरमाया, हदीस में नहीं है, तो वो तो जन्नमी है। तो आप क्या समझते हैं कि मिर्जा साहब आपके जन्नमी हैं कि नहीं? बताइए, इसका जवाब दें। फिर मिर्जा जी ने जो फरमाया था कि झूठ बोलने से बदतर दुनिया में और कोई बुरा काम नहीं, झूठ के मुर्दार को किसी तरह ना छोड़ना ये कुत्तों का तरीक है, ना इंसानों का। झूठ बोलना और गू खाना बराबर है, झूठ बोलना मुर्ताद होने से कम नहीं। बताएं तो सही ना, कम से कम इसका कोई जवाब आपने दिया ही नहीं है। और भाई मैंने आपको मिर्जा साहब के हवाले दिए हैं, और यही 14वीं सदी को उन्होंने हदीसों की तरह मंसूब किया है। मैं कहता हूँ जखीरा हदीसों के अंदर 14वीं सदी का लफ्ज तक नहीं है, जब तो आप कह रहे हैं वो जनाब ये हदीस के अंदर है, आपके मिर्जा साहब कह रहे हैं ये हदीस के अंदर है। और इसका जवाब तो दें कम से कम। मुफ्ती साहब जी नासिर साहब, नहीं भाई तल्ला साहब चुप रहिएगा, बिल्कुल बोलना नहीं। मुफ्ती साहब एक मिनट, मुफ्ती साहब एक मिनट रुकना, मैं कराना। ਮਲਕ ਸਾਹਿਬ ਤੁਸੀਂ ਕਿਉਂਕਿ ਬਿਜ਼ੀ ਹੋ ਗਏ ਸੀ ਤੇ ਆਮਿਰ ਭਾਈ ਵੀ ਥੋੜੇ ਬਿਜ਼ੀ ਨੇ ਤੇ ਉਹ ਆਂਦੇ ਨੇ ਤੇ ਤੁਹਾਡੀ ਗੱਲ ਮੈਂ ਦੁਬਾਰਾ ਕਰਾ ਦਾਂਗਾ, ਲੇਕਿਨ ਇਸ ਟਾਈਮ ਮੁਫਤੀ ਸਾਹਿਬ ਦੀ ਤੇ ਨਾਸਰ ਭਾਈ ਦੀ ਗੱਲ ਜਿਹੜੀ ਹੈ ਨਾ ਉਹ ਡਾਇਰੈਕਟ 1 to 1 ਹੋ ਰਹੀ ਹੈ। ਤੇ ਅਗਰ ਤੇ ਥੋੜੀ ਦੇਰ ਤੁਸੀਂ ਵੇਟ ਕਰਨਾ ਹੈ ਤੇ ਆਮਿਰ ਭਾਈ ਦਾ ਵੇਟ ਕਰ ਲਓ, ਨਹੀਂ ਤੇ ਫਿਰ ਥੋੜੀ ਦੇਰ ਵਾਸਤੇ ਨਾ ਪਲੀਜ਼ ਇਜਾਜ਼ਤ ਦਿਓ ਤਾਂ ਕਿ ਉਹ ਦੋਨੋਂ 1 to 1 ਗੱਲ ਕਰ ਸਕਣ ਤੇ ਮੁਸ਼ਕਲ ਨਾ ਆਵੇ। ਦੱਸ ਦਿਓ ਤਾਂ ਕਿ ਮੈਂ ਫਿਰ ਗੱਲ ਨੂੰ ਅੱਗੇ ਚਲਾਵਾਂ। नासिर भाई आप बात करना चाहते हैं मुफ्ती साहब वो से? कर रहे हैं, वो कर रहे हैं। नहीं वो ये गल हो रही है साडी, गल हो रही है, ਤੁਸੀਂ ਇਹ ਕੋਲਮ ਸਿਰਾ ਬਣਿਆ ਜੇ ਮਿਹਰਬਾਨੀ। नासिर भाई ठहरो, एक मिनट ठहरो जी, ठहरो सारे ठहरो। मैं मलक तल्ला साहब करो तुसी गल मेरी जा करो। नहीं वो करते रहे ने। नहीं भाई इंज नहीं नासिर हाँ साहब। मुफ्ती साहब एक मिनट रुक जाओ, एक मिनट मुफ्ती साहब रुक जाओ। नासिर साहब इंज ना करो, मुफ्ती साहब ਜਿਹੜੇ ਨੇ ਉਹ ਤੁਹਾਡੇ ਨਾਲ 1 to 1 ਗੱਲ ਕਰ ਰਹੇ ਨੇ। कोई गल नहीं, मेरे सीनियर ने कोई बम चला देना है। एक मिनट ठहरो, एक मिनट। नहीं ਤੁਹਾਡੀ ਗੱਲ ਬਾਅਦ ਦੇ ਵਿੱਚ ਕਰਾ ਦਾਂਗੇ। तो वलीद भाई मेरी गल सुन लो, कोई मसला नहीं, मैं भी इत्थे ही हां, लेकिन वो मलक तल्ला साहब सीनियर ने, मेरे बुजुर्ग ने, वो आ गए ने ते वो और नहीं 14वीं सदी ਦੀ ਗੱਲ ਤੁਸੀਂ ਕੀਤੀ, ਉਹਨਾਂ ਨੇ ਨਹੀਂ ਨਾ ਕੀਤੀ। ਉਹ ਜਦੋਂ ਕਰਨਗੇ ਨਾ ਅਸੀਂ ਉਹਨਾਂ ਨਾਲ ਡਿਬੇਟ ਕਰ ਲਾਂਗੇ। 14वीं सदी को मैं डिफेंड करना इजाजत दो भाई नासिर साहब ना भाई ना इंज नहीं भाई। नहीं वो मलक तल्ला साहब होन ते मैं यार वलीद साहब देख लो ना। मैं रुक जाओ मुफ्ती साहब एक मिनट रुक तो जाओ ना, एक मिनट रुक तो जाओ। नासिर साहब ਤੁਸੀਂ ਗੱਲ ਨਹੀਂ ਕਰਨੀ ਮੁਫਤੀ ਸਾਹਿਬ ਦੇ ਨਾਲ, ਤੁਸੀਂ 14ਵੀਂ ਸਦੀ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ ਤੁਹਾਡੇ ਕੋਲ ਤੁਸੀਂ ਡਿਫੈਂਡ ਨਹੀਂ ਕਰ ਸਕਦੇ। नहीं कर सकता मलक तल्ला साहब होन ते मैं नहीं। ਕੀ ਉਹ ਗਲਤ ਗੱਲ ਸੀ ਜਿਹੜੀ ਤੁਸੀਂ ਕੀਤੀ ਹੈ? मैं आखिया वो गल करनगे, मैं इत्थे ही हां, अगर नहीं तो मैं भी इत्थे ही हां, लेकिन वो गल करनगे। नहीं गल ਤੁਸੀਂ ਹੀ ਕਰੋਗੇ ਕਿਉਂਕਿ ਮੁਫਤੀ ਸਾਹਿਬ ਨਾਲ ਗੱਲ ਤੁਹਾਡੀ ਹੁੰਦੀ ਪਈ ਸੀ। मैं नहीं करनी मलक तल्ला साहब दी ना, अगर हुन मैं नहीं करनी, वो हुन वो करनगे। और नासिर भाई साडा वजन हर बंदा नहीं चाह सकदा, ਤੁਸੀਂ ਕਰ ਲਓ ਇਹਨਾਂ ਨਾਲ ਕੋਈ ਨਹੀਂ ਕਰਨੀ। ਤੁਸੀਂ ਮਲਕ ਜੀ ਇਸ ਤਰ੍ਹਾਂ ਦੀ ਗੱਲ ਹੈ, ਤੁਸੀਂ ਤਗੜੇ ਹੋ, ਤੁਸੀਂ ਜੋ ਅਲਹਮਦੁਲਿल्लाह मैं नहीं तरकड़ा, मेरे ਕੋਲ ਜਿਹੜਾ ਅੱਲਾਹ ਦਾ ਪੈਗਾਮ ਹੈ ਉਹ ਤਰਕੜਾ ਹੈ। ਲੇਕਿਨ ਨਾਸਿਰ ਭਾਈ ਤੁਹਾਡੇ ਨਾਲ ਜਦੋਂ ਗੱਲ ਹੋਏਗੀ, ਹਾਂਜੀ ਤੁਹਾਡੇ ਨਾਲ ਜਦੋਂ ਗੱਲ ਕਰਨਾ ਮੈਂ ਕਰਨੀ ਨਹੀਂ ਹੁਣ ਤੁਸੀਂ ਕਰਨੀ ਹੈ, ਨਹੀਂ ਤਾਂ ਮੈਂ ਨਹੀਂ ਕਰਨੀ, ਹੁਣ ਤੁਸੀਂ ਕਰਨੀ। ਫਿਰ ਮਲਕ ਸਾਹਿਬ ਕੋਲ ਇਜਾਜ਼ਤ ਲੈ ਲੈਂਦੇ ਆ ਥੋੜੀ ਦੇਰ ਵਾਸਤੇ। ਨਾਸਰ ਸਾਹਿਬ ਤੁਸੀਂ ਨਹੀਂ ਭਾਈ, ਲੇਕਿਨ ਸਫੀਆ ਸਿਸਟਰ ਨੇ ਤੇ ਸਵਾਲ ਕੀਤੇ ਆ ਨਾ ਨਾਸਰ ਸਾਹਿਬ ਦੀ ਗੱਲ ਦਾ, ਉਹਦਾ ਜਵਾਬ ਤੇ ਉਹਨਾਂ ਨੂੰ ਦੇਣਾ ਚਾਹੀਦਾ ਨਾ। ਹਾਂਜੀ ਨਾਸਰ ਸਾਹਿਬ ਦਿਓ, ਬਾਜੀ ਬੈਠੇ ਨੇ, ਮੌਜੂਦ ਨੇ ਬਾਜੀ, ਉਹ ਕੀ ਇੱਥੇ ਸਮਝ ਕੇ ਜਾਣਗੇ ਕਿ ਸਾਰੀ ਜ਼ਿੰਦਗੀ ਜਿਹੜੀ ਹਦੀਸ ਨੂੰ ਅਸੀਂ 14ਵੀਂ ਸਦੀ ਸਮਝਦੇ ਰਹੇ ਹਾਂ, ਕਿਆ ਉਹ ਲਫ਼ਜ਼ ਹਦੀਸ में है ही नहीं? वो दसने हैं ਤੁਹਾਨੂੰ ਮਲਕ ਦਰ ਸਾਹਿਬ, ਦੱਸੋ ਇਹਨੂੰ, ਦਸਨੇ ਅਸੀਂ, ਤੁਸੀਂ ਕਿਉਂ ਘਬਰਾਉਂਦੇ ਹੋ? ਇਜਾਜ਼ਤ ਹੈ? ਨਹੀਂ ਮਲਕ ਸਾਹਿਬ, ਨਹੀਂ ਮਲਕ ਸਾਹਿਬ ਤੁਹਾਨੂੰ ਇਜਾਜ਼ਤ ਨਹੀਂ ਹੈ ਹਾਲੇ। ਮੇਰੇ ਖਿਆਲ 'ਚ ਆਮਿਰ ਭਾਈ ਮੌਜੂਦ ਨੇ ਸ਼ਾਇਦ, ਜਾਂ ਸ਼ਾਇਦ ਨਹੀਂ ਮੌਜੂਦ। ਅਗਰ ਉਹ ਮੌਜੂਦ ਹੋਣਗੇ ਤਾਂ ਫਿਰ ਤੁਸੀਂ ਪਲੀਜ਼ ਬੋਲਣਾ, ਲੇਕਿਨ ਹਾਲੇ ਨਹੀਂ ਤੁਸੀਂ ਬੋਲ ਸਕਦੇ, ਮੇਰੇ ਤੋਂ ਤੁਸੀਂ ਭਾਰੇ ਹੋ ਬਹੁਤ ਜ਼ਿਆਦਾ। ਮੈਂ ਥੋੜਾ ਬਿਜ਼ੀ ਹਾਂ ਤੇ ਇੱਕ ਗੈਸਟ ਆਏ ਨੇ ਮੇਰੇ ਹਲੇ, ਉਹ ਸ਼ਾਪਸ਼ੂਟਰ ਕਹਿ ਰਿਹਾ ਸੀ ਤੇ ਕੋਈ ਗੱਲ ਕਰਨੀ ਚਾਹੁੰਦੇ ਤੁਸੀਂ ਇਹਨਾਂ ਲੋ, ਮੈਂ ਥੋੜੀ ਦੇਰ ਨੂੰ ਆ ਜਾਣਾ, ਬਸ ਥੋੜਾ ਜਿਹਾ ਟਾਈਮ ਹੋਰ ਦੇ ਦੇਣਾ ਥੋੜਾ ਜਿਹਾ। ਠੀਕ ਆ ਚਲੋ ਫਿਰ ਮਲਕ ਸਾਹਿਬ ਤੁਸੀਂ ਥੋੜੀ ਦੇਰ ਰੁਕੋ, ਆਮਿਰ ਭਾਈ ਆਂਦੇ ਪਏ ਨੇ ਤੇ ਨਾਸਿਰ ਸਾਹਿਬ ਤੁਸੀਂ ਦੇ ਦਿਓ ਜਵਾਬ, ਅਗਰ ਦੇਣਾ ਵਾ ਆਪਣੀ ਆਖਰੀ ਟਰਨ ਚਾਹੇ ਲੈ ਲਓ। ਨਹੀਂ ਮੈਂ ਬਲੀਰ ਭਾਈ ਜਦੋਂ ਨਾਸਿਰ ਸਾਹਿਬ ਨਾਲ ਮੇਰੀ ਗੁਫ਼ਤਗੂ ਸ਼ੁਰੂ ਹੋਣੀ ਹੋਏਗੀ ਤੇ ਮੈਨੂੰ ਦੱਸ ਦਿਆ ਜੇ, ਮੈਂ ਮਾਈਕ ਮਿਊਟ ਕਰਕੇ ਚੁੱਪ ਕਰਕੇ ਬੈਠਾ ਹਾਂ। ਠੀਕ ਹੈ ਠੀਕ ਮੁਫਤੀ ਸਾਹਿਬ ਜੀ। ਨਾਸਿਰ ਸਾਹਿਬ ਆਪਣੀ ਆਖਰੀ ਗੱਲ ਕਰ ਸਕਦਾ, ਮੈਂ ਮਕਾਮ ਤੇ ਮਸਰੂਫ ਹਾਂ, ਮਲਕ ਤਲਤ ਸਾਹਿਬ ਮੇਰੀ ਜਗ੍ਹਾ ਗੱਲ ਕਰਨਗੇ, ਮੈਂ ਹੁਣ ਗੱਲ ਨਹੀਂ ਕਰ ਸਕਦਾ, ਮਿਹਰਬਾਨੀ ਥੋੜੀ। ਠੀਕ ਹੈ ਸਫੀਆ ਬਾਜੀ, ਜਵਾਬ ਜਿਹੜਾ ਵਾ ਨਾ ਨਾਸਿਰ ਸਾਹਿਬ ਵਾਸਤੇ ਤੁਸੀਂ ਆਏ ਸੀ ਤੇ ਮੈਂ ਮਾਜ਼ਰਤ ਚਾਹੁੰਦਾ ਵਾਂ, ਉਹ ਮੇਰੇ ਖਿਆਲ 'ਚ ਉਹਨਾਂ ਕੋਲੋਂ ਗੱਲ ਜਿਹੜੀ ਆ ਸਲਿੱਪੀ ਹੋ ਗਈ ਆ ਤੇ ਉਹ ਹੁਣ ਨਹੀਂ ਗੱਲ ਕਰਨਾ ਚਾਹ ਰਿਹਾ ਅੱਗੇ। ਅਗਰ ਮੇਰੇ ਨਾਲ ਕੋਈ ਸਵਾਲ ਕਰਨਾ ਚਾਹੁੰਦਾ ਹੈ ਤਾਂ ਮੈਂ ਹਾਜ਼ਰ ਹਾਂ।
स्लिप ऑफ टंग ते चलो नासर साहब को होइए, लेकिन मिर्जा जी का की करना जे? मैं ते हवाले मिर्जा जी दे दिते ने भाई, उन्होंने की करना जे? मैं ते नासर साहब की गल ही नहीं कर रहा, मैं ते मिर्जा साहब की गल कर रहा। मेरे नाल करो ना, मैं भी मिर्जा साहब दा पैरोकार हां, कर लो। अच्छा तुसा करनी है ते फिर मैं ते शिकस्त हज़रत कबूल 24 करते हो नासर साहब दी के 24 hour नासर साहब को कोई जवाब नहीं, तुसा करनी है? आ जाओ। मैं ते बैठा और मैं किस नाम बिस्मिल्लाह मैं क्या पहले कबूल कर लवो ना, एक गल किसी किनारे लाई दी हुंदी है, जी, तरीका हुक्म नहीं। करो, फरमाओ, तुसी फरमाओ। अवान हो, अपने अवान होने दा कोई कम अज कम ਜਿਹੜਾ ਵੇ ਉਹ ਅਹਿਸਾਸ ਕਰੋ। ਨਾਸਰ मैं ਸਾਹਿਬ ਦੀ की ਜਾਂ ਤੇ एहसास ਇਸ ਦਾ करना है, ਐਲਾਨ ਕਰੋ दसो। ਕਿ ਭਾਈ ਸਾਡਾ ਮੁਰੱਬੀ ਨਾਸਰ ਜਿਹੜਾ ਵੇ ਉਹ ਹਥਿਆਰ ਸੁੱਟ ਦਿੱਤੇ ਨੇ ਉਹਨੇ, ਉਹ नहीं ਮੁਫਤੀ नहीं ਬਸ਼ਰ ਦਾ ਇਹ साडे ਸਵਾਲ ਦਾ ਜਵਾਬ साडे ਨਹੀਂ ਦੇ रसूल ਸਕਦਾ ਤੇ ਮੈਂ ਹੁਣ ਮਲਕ ਤਲਤ ਅਵਾਨ अच्छा ਜਵਾਬ ਦਿਆਂਗਾ। ਹੁਣ ਸੁਣੋ ਨਾ, ਸਾਡਾ ਅਸੂਲ ਹੈ ਜਿੱਲੇ ਸਾਡਾ ਤੋਂ ਵੱਡਾ ਆਲਮ ਅੱਜ ਮੈਂ ਤੋਂ ਬਹੁਤ ਬੜਾ ਆਲਮ ਆ, ਉਹ ਮੈਨੂੰ ਬਹੁਤ ਬੜਾ ਆਲਮ ਮੰਦੇ ਤੇ ਜਿੱਲੇ ਵੱਡਾ कौन? आलम हो जाए मेरे तो पहले फिर नासर साहब ने गल क्यों शुरू की थी? जे एक बड़ा बड़ा आलिम मुरब्बी मौजूद सी ते इन्नी देर उन्होंने गल क्यों की थी? मुफ्ती साहब हुन इजाजत दे नहीं एक वे कि भाई अगर तुसी वड्डे सो, तुसी वड्डे आलिम सो इन्हां दे ते इन्हां ने पहले गल क्यों शुरू की थी? अच्छा हुन इजाजत दियोगे बोलण दी ते मैं दसांगा। मैं वली साहब कोई नबेड़ा करो भाई। ਮੈਂ ਤੇ ਨਬੇੜਾ ਕਰਤਾ ਇਸ ਗੱਲ ਦਾ ਕਿ ਮਲਕ ਸਾਹਿਬ ਨੂੰ ਮੈਂ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ ਐਜ਼ ਅ ਹੋਸਟ ਕਿ ਜਦੋਂ ਤੱਕ ਆਮਿਰ ਭਾਈ ਨਹੀਂ ਆਣਗੇ ਮਲਕ ਸਾਹਿਬ ਨਹੀਂ ਬੋਲ ਸਕਦੇ, ਤੇ ਇਹੀ ਮੇਰਾ ਫਾਈਨਲ ਗੱਲ ਹੈਗੀ ਆ। ਵਲੀਦ ਭਾਈ ਜਾਂ ਤੇ ਨਾਸਰ ਸਾਹਿਬ ਨੂੰ ਆਖੋ ਨਾ ਤੁਸੀਂ ਜਵਾਬ ਦੇ ਨਹੀਂ ਸਕਦੇ ਆ, ਤੁਹਾਡੇ ਕੋਲ ਨਹੀਂ ਹੈ, ਤੁਸੀਂ ਗਲਤ ਜਿਹੜਾ ਨਾ ਜਵਾਬ ਦਿੱਤਾ, ਗਲਤ ਸਵਾਲ। ਮੇਰੇ ਕੋਲੋਂ ਕਿਉਂ ਡਰਦੇ ਹੋ? ਮੈਂ ਕੀ ਖਾ ਬੈਠਾ, ਮੈਂ ਕੀ ਐਟਮ ਬੰਬ ਚਲਾ ਦਿੱਤਾ ਹੈ? ਮੈਂ ਦੱਸਣਾ ਮੈਂ ਦੱਸਣਾ ਆਪਣੇ ਸਿਆਲ ਸਾਹਿਬ। ਹਾਂ ਮੈਂ ਜਵਾਬ ਨਹੀਂ ਦੇ ਸਕਦਾ, ਮੇਰੇ ਕੋਲ ਜਵਾਬ ਨਹੀਂ ਹੈ। ਰਿਕਾਰਡਿੰਗ ਕਰ ਲਓ, ਤੁਸੀਂ ਕਰੋਗੇ ਹੋਰ ਸਵਾਲ ਕਰਨਾ ਨਹੀਂ ਸੀ। ठीक हो गया जी, बिल्कुल ठीक, बिल्कुल है गल, है इंसान वाली गल है कि मेरे को जवाब नहीं है। करके बता दीजिएगा जी बाजी सफिया, इंसान वाली गल है कि जी बाजी सफिया मेरे को मंगो। मैंने कहा बाद में हवाला चेक करके बता दें। हाँ जी मैं बाजी चैलेंज किया है। मैं एक मिनट मलक साहब गल कर दियो, गल करन दियो, एक मिनट गल तुहाडे नाल करने आ। बाजी सफिया मैंने चैलेंज किया है, 14वीं सदी का लफ्ज जखीरा हदीसों में निकाल के दिखा दे, मुंह मंगा इनाम मैं अभी ऐलान कर रहा हूँ, ये ले। ਅੱਛਾ ਮੁਫਤੀ ਸਾਹਿਬ ਗੱਲ ਨੂੰ ਆਪਾਂ ਕਿਨਾਰਾ ਲਾ ਦਿੰਦੇ ਆ। ਗੱਲ ਇਦਾਂ ਹੈਗੀ ਆ ਕਿ ਨਾਸਰ ਸਾਹਿਬ ਨੇ ਆਪਣੇ ਮੂੰਹੋਂ ਖੁਦ ਐਲਾਨ ਕਰਤਾ ਕਿ ਉਹਨਾਂ ਦੇ ਕੋਲ ਜਵਾਬ ਨਹੀਂ ਹੈਗਾ। ਉਹਨਾਂ ਨੇ ਗੱਲ ਜਿਹੜੀ ਆ ਉਹ ਨਹੀਂ ਠੀਕ ਕੀਤੀ ਨਾ, ਦੂਸਰੇ ਲਫ਼ਜ਼ ਨਹੀਂ ਇਸਤੇਮਾਲ ਮੈਂ ਕਰਦਾ, ਅੱਛਾ ਨਹੀਂ ਹੁੰਦਾ ਨਾ, ਹਰ ਬੰਦੇ ਦਾ ਆਪਣਾ ਇੱਕ ਹਿਸਾਬ ਕਿਤਾਬ ਹੈ। ਤੇ ਹੁਣ ਮੈਨੂੰ ਸਿਰਫ ਇਹ ਗੁਜ਼ਾਰਿਸ਼ ਕਰ ਦਿਓ, ਦੇਖੋ ਗੱਲ ਹੁੰਦੀ ਆ ਹਮੇਸ਼ਾ ਦੋ ਤਰਫਾ। ਮਲਕ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ, ਲੇਕਿਨ ਮੈਨੂੰ ਪਤਾ ਹੈ ਕਿ ਗੱਲ ਕਿਧਰੇ ਹੋਰ ਪਾਸੇ ਚਲੀ ਜਾਣੀ ਆ। ਤੁਸੀਂ ਕਰਨਾ ਚਾਹੁੰਦੇ ਹੋ ਕਿਉਂਕਿ ਬਾਜੀ ਇੱਥੇ ਮੌਜੂਦ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਬਰੋਡ ਜਿਹੜੀ ਨਹੀਂ ਬਿਲਕੁਲ ਟਾਈਮ ਤੈਅ ਕਰ ਲੈਣ, 2 ਮਿੰਟ ਹੈ ਗੱਲ ਕਰ ਲੈਣ, 2 ਮਿੰਟ ਮੈਂ ਕਰ ਲਾਂ। ਚਲੋ ਠੀਕ ਆ, ਮੈਂ ਚਲੋ ਠੀਕ ਆ, ਮੈਂ ਇਦਾਂ ਕਰ ਲੈਂਦਾ ਵਾਂ। ਮਲਕ ਸਾਹਿਬ ਠੀਕ ਹੈ, ਟਾਈਮ ਦੇ ਨਾਲ ਤੁਸੀਂ ਗੱਲ ਕਰੋਗੇ? ਬਿਲकुल ठीक है लेकिन किसी ਦੇ ਆਲਮ ਉਲਮਾ ਤੇ ਇਹ ਕੋਈ ਹੁਟਿੰਗ ਨਹੀਂ ਕਰਨਗੇ ਤੇ ਫਿਰ ਜਵਾਬਤਨ ਮੈਂ ਵੀ ਕਰਾਂਗੇ, ਜ਼ਹਿਨ ਵਿੱਚ ਬਿਠਾ ਲਓ। ਬਿਲਕੁਲ ਠੀਕ ਆ, ਲੇਕਿਨ ਤੁਸੀਂ ਦੋਨੋਂ ਦੇਖੋ ਇੱਕ ਇਸ ਉਮਰ ਦੇ ਇਸ ਹਿੱਸੇ ਦੇ ਵਿੱਚ ਹੋ ਕੇ ਮੈਨੂੰ ਦੱਸਣ ਦੀ ਕੋਈ ਖਾਸ ਜ਼ਰੂਰਤ ਨਹੀਂ ਹੈਗੀ, ਤੇ ਦੂਸਰੀ ਗੱਲ ਇਹ ਹੈਗੀ ਆ ਕਿ ਬਾਜੀ ਨਾਲ ਮੌਜੂਦ ਬੈਠੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਦੋਨਾਂ 'ਚ ਕੋਈ ਐਸਾ ਮਾਮਲਾ ਹੋਏਗਾ। ਸਿਰਫ ਇਹ ਮੈਨੂੰ ਦੱਸ ਦਿਓ ਕਿ 2 ਮਿੰਟ ਟਾਈਮ ਲਾ ਕੇ ਮੁਫਤੀ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ, ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਮੈਂ 2 ਮਿੰਟ ਦਾ ਟਾਈਮ ਲਾਵਾਂ ਤੁਹਾਨੂੰ? ਕਬੂਲ ਹੈ 4 ਵਾਰ ਕਬੂਲ ਹੈ। ਅੱਛਾ ਜੀ, ਪਹਿਲੀ ਗੱਲ ਕਿੰਨੇ ਕਰਨੀ ਹੈ, ਮੈਂ ਕਰਾਂ ਕਿ ਤਲਤ ਸਾਹਿਬ ਕਰਨਗੇ? ਤੁਸੀਂ ਦੱਸੋ ਤੁਹਾਡਾ ਕੀ ਇਤਰਾਜ਼ ਹੈ, ਕੀ ਸਵਾਲ ਹੈ, ਮੈਂ ਤੁਹਾਨੂੰ ਜਵਾਬ ਦੇਵਾਂਗਾ। ਚਲੋ 1 ਮਿੰਟ ਦਿਓ ਫਿਰ ਮੈਨੂੰ, ਮੈਂ ਪਹਿਲੇ ਮੁਫਤੀ ਸਾਹਿਬ ਨੂੰ ਪਹਿਲੇ 1 ਮਿੰਟ ਦੇ ਦਿਓ ਨਾ, 1 ਮਿੰਟ ਰੁਕ ਜਾਓ ਜੀ, ਮੇਰੇ ਕੋਲ ਹੈ ਵੇ ਸਟਾਪ ਵਾਚ ਵਲੀਦ, ਮੈਂ ਕਰ ਲਾਂਗਾ। ਠੀਕ ਆ 1 ਮਿੰਟ ਦੇ ਦਿਓ। ਉਹ ਪਤਾ ਨਹੀਂ ਨਾ ਮੁਫਤੀ ਸਾਹਿਬ, ਉਹ ਤਾਂ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਉਹ ਹੋਵੇ ਕਿ ਨਹੀਂ ਜੀ ਮੈਂ ਇਦਾਂ ਕਰਨਾ ਵਾ, ਤੇ ਮੈਂ ਲਾ ਦਿੰਦਾ ਤੁਹਾਨੂੰ ਸਟਾਪ ਵਾਚ, ਤੇ ਕੋਈ ਏਡਾ ਮਸਲਾ ਨਹੀਂ ਹੋਏਗਾ ਫਿਰ ਨਾ। 1 ਮਿੰਟ ਸਿਰਫ ਮੈਨੂੰ ਦੇ ਦਿਓ मुफ्ती साहब, चलो बिस्मिल्लाह। जी जज़ाकल्लाह। अच्छा जी, बात ये है कि कुरान के अंदर अल्लाह पाक इरशाद फरमाता है कि सूरा अन-नहल आयत 105 के अंदर कि झूठ इफ्तरा तो वही लोग किया करते हैं जो खुदा की आयतों पर ईमान नहीं लाते और वही झूठे हैं। फिर मैंने एक हदीस पेश की थी, नबी आलम सल्लल्लाहु अलैहि वसल्लम फरमाते हैं मन कज़ब अलैया मुतअम्मिदन फलयतबव्वा मक़अदहु मिनन नार। जिसने मेरी तरह झूठ की निस्बत की उसको चाहिए कि अपना ठिकाना जन्नत में बना ले। मिर्ज़ा साहब
فرماتے ہیں جھوٹوں کے متعلق کہ جھوٹ کے مردار کو کسی طرح نہ چھوڑنا یہ کتوں کا طریق ہے نہ کہ انسانوں کا۔ پھر فرماتے ہیں جھوٹ بولنے سے بدتر دنیا میں اور کوئی برا کام نہیں۔ پھر فرماتے ہیں کہ جھوٹ بولنا مرتد ہونے سے کم نہیں۔ پھر فرماتے ہیں وہ کنجر جو ولد الزنا کہلاتے ہیں وہ بھی جھوٹ بولتے ہوئے شرماتے ہیں۔ آگے فرماتے ہیں جھوٹ بولنا اور گو کھانا ایک برابر ہے۔ اب سنیے، یہ جناب میرے سامنے یہ روحانی خزائن جلد 4 ہے، صفحہ 370 ہے۔ مرزا صاحب فرماتے ہیں لیکن بڑی توجہ دلانے والی یہ بات ہے کہ خود آن حضرت صلی اللہ علیہ وسلم نے، اب یہ دیکھ لیں، خود آن حضرت صلی اللہ علیہ وسلم نے ایک مہدی کے ظہور کا زمانہ وہی زمانہ قرار دیا ہے جس میں ہم ہیں، اور 14ویں صدی کا اس کو مجدد قرار دیا ہے۔ یہ ایک حوالہ بھی پیش کر رہا ہوں، میں کہتا ہوں یہ حدیث دنیا کی کسی کتاب سے ثابت کر دیں، منہ منگا انعام میں دے دوں گا۔ اگر ثابت نہ کر سکیں تو پھر مانیے گا کہ یہ جھوٹ بولنا گو کھانے کے مترادف ہے، جھوٹ کے مردار کو کسی طرح نہ چھوڑنا کہ یہ کتوں کا طریقہ ہے۔ ٹائم ہو گیا مفتی صاحب، ٹائم ہو گیا۔ ملک صاحب ایک منٹ رکنا، میں تھوڑا ٹائم لاواں پھر تمہیں دساں گا، پھر تسی شروع کرنا۔ جی مفتی صاحب، ملک صاحب شروع کرو۔ بسم اللہ الرحمن الرحیم۔ بات یہ ہے کہ بالکل 100% سچی بات ہے۔ جس کے پاس حدیثوں کا اور قرآن کا فہم ہے، تعلیم ہے، علم ہے، لائی لگ مسلم نہیں ہے۔ محمد مصطفیٰ سرور کائنات صلی اللہ علیہ وسلم نے فرمایا موسوی امت اور میری امت ایسے ہے جیسے دائنے اور بائنے پاؤں کی چپل۔ اس دور میں محمد صلی اللہ علیہ وسلم کے دور میں فرق نہیں ہوتا تھا کہ کون سی چپل رائٹ والی ہے کون سی چپل لیفٹ والی، جو مرضی جس پاؤں میں پہن لو۔ اور موسوی شریعت میں ان کے مسیح 14ویں صدی میں تشریف لے کر آئے تھے، عیسیٰ علیہ السلام۔ اسی لحاظ سے یہ مسلمانوں کا اجماع تھا جو آج چیخیں مار رہے ہیں، ان کے باپ دادا اجداد تھا، یہ اجماع تھا کہ 14ویں صدی وہ صدی ہے جس میں امام مہدی کا ظہور ہونا ہے۔ یہ مرزا صاحب کی تو بات علیحدہ کر دیں۔ جو بندہ جس کی عمر 60 سال ہے وہ قرآن پر حلف دے دے مسلمان کہ 14ویں صدی میں مسلمانوں نے امام مہدی کا انتظار نہیں کیا، اور یہاں تک کیا کہ 14ویں صدی ختم ہو گئی۔ ان علماء نے کہا کہ 14ویں صدی اس وقت تک ختم ہی نہیں ہوگی جب تک مہدی کا ظہور نہیں ہوگا۔ یعنی اتنا مضبوط یقین اور اجماع تھا مسلمانوں کا، کیونکہ آنے والا تو آ چکا اور یہ اس کا انکار کر چکے۔ اب یہ بھاگتے ہیں کہ نہیں 14ویں صدی دکھاؤ۔ آپ اتنی بات کہہ تو میں ہار مان لوں گا کہ 14ویں صدی میں جن کا امام مہدی کے آنے کے ظہور کا عقیدہ تھا وہ کافر منافق کی اولاد تھے۔ اپنی باری میں بس اتنا کہہ دو آپ سچے میں جھوٹوں، اور کہ یہ ثواب دارین ان تک پہنچے جنہوں نے 14ویں صدی میں امام مہدی کے ظہور کا انتظار کیا۔ ملک صاحب ٹائم ہو گیا۔ ایک منٹ مفتی صاحب، میں ٹائم لاؤں۔ جی مفتی صاحب۔ اچھا جی، میری بات کا کوئی جواب نہیں دیا۔ روحانی خزائن جلد 4 صفحہ 370 کی ایک مرزا قادیانی صاحب کی بیان کردہ ایک حدیث کا میں نے ذکر کیا ہے، اس کا انہوں نے کوئی جواب نہیں دیا۔ اوپر سے ایک اور حدیث انہوں نے سنا دیا، اس کا بھی حوالہ مجھے چاہیے کہ موسوی امت اور میری امت ایک جیسی ہوگی، اور کہہ رہے تھے وہ جوتی کا تسمہ تو پتہ نہیں کیا، وہ حدیث بھی مجھے چاہیے۔ یہ 2 حدیثیں مجھے چاہیے، اپنے وقت کے اوپر ان 2 حدیثوں کے جواب دے رہے ہیں۔ ہاں جی، نہیں تو پھر ماننا پڑے گا کہ جھوٹ بولنا اور گو کھانا آپس میں برابر ہے۔ نہیں تو یہ ماننا پڑے گا، پھر ماننا پڑے گا کہ جھوٹ کے مردار کو کبھی بھی معاف نہ کرنا کہ یہ کتوں کا طریقہ ہے، انسانوں کا تو یہ کام ہی نہیں ہے۔ ماننا پڑے گا، یہ پھر ماننا پڑے گا یہ جھوٹ کے مردار کو کسی طرح نہ چھوڑنا یہ کتوں کا طریقہ ہے اور نہ انسانوں کا۔ ہاں جی، ماننا پڑے گا کہ یہ جھوٹ کے مردار کو کسی طرح نہ چھوڑنا یہ کتوں کا طریقہ ہے، نہ انسانوں کا۔ ہاں جی، نہیں، کتوں کو نہیں چھوڑا کرتے، یہ مرزا جی نے قاعدہ کلیہ بنایا ہے کہ جو جھوٹا ہوتا ہے اس کو چھوڑنا نہیں۔ ہاں جی چھوڑنا نہیں ہے، ان کتوں کو چھوڑنا نہیں ہے، یہ مرزا جی نے قاعدہ بنایا ہے، میں نے قاعدہ نہیں بنایا۔
دو حدیثیں آپ کے ذمے ہو گئی ہیں. ہاں جی پہلے تو ایک حدیث جان پھنسی سی, ہن تسی دوجی حدیث پیش کر چڑھی ہے. یہ حدیث مجھے چاہیے. اگر یہ حدیثیں دو پیش نہ کر سکے تو حضور علیہ الصلوۃ والسلام نے فرمایا ہے من کذب علی متعمدا فلیتبوأ مقعدہ من النار, جس نے میری طرف جھوٹ کی نسبت کی اس کو چاہیے کہ اپنا ٹھکانہ جہنم میں بنا لے. اور آپ نے اور آپ کے مرزا صاحب نے اللہ کے نبی کی طرف ایک جھوٹ کی نسبت کر کے جنمی بن گئے آپ لوگ. اگر آپ ثابت نہ کر سکے, اگر ٹائم ہو گیا جی ملک صاحب. دیکھیں یہ حدیث مانگ رہے ہیں, پہلے اعلان کریں. اگر آپ نے یہ حدیث دکھا دی تو میں احمدیت قبول کروں گا, اور میں یہ اعلان کرتا ہوں یہ حدیث میں اگر جو میں نے بیان کے نہ دکھا سکا, الفاظوں کا اوپر نیچے ہو سکتا ہے, مفہوم میں اگر اسی مفہوم میں نہ دکھا سکا تو میں جو مفتی صاحب عقیدہ بتائیں گے میں اس میں جاؤں گا. مفتی صاحب یہ اعلان کریں گے اور میں حدیث دکھاؤں گا. مفتی صاحب یہ اعلان کریں. دوسری بات جو میں نے بات کی ہے وہاں سے کیوں بھاگ رہے ہو؟ اگر 14ویں صدی میں مہدی نے نہیں آنا تھا تو آپ کے باپ دادا اجداد علماء نے کیوں انتظار کیا؟ میں نے جو بات کی تھی اس طرف آیا ہی نہیں ہے. انہیں پتہ ہے کہ میں پھنس جاؤں گا. کہیں کہ جس نے 14ویں صدی میں امام مہدی علیہ الصلوۃ والسلام کا انتظار کیا کہ انہوں نے آنا ہے, وہ منافق ہے, زندیق ہے. اعلان کیوں نہیں کرتے؟ انہیں پتہ ہے کہ ہمارے باپ دادا نے, ہمارے علماء نے انتظار کیا ہے, اور ان کے روایات میں یہ موجود ہے کہ 14ویں صدی میں مہدی کا ظہور ہوگا. لیکن یہ مخالف یہ جھوٹ سامنے آیا. یہ وہ جھوٹ ہے جس پر خدا نے لعنت کی ہوئی ہے, لعنت کی ہوئی ہے اللہ تعالیٰ نے جھوٹوں پر. سمجھ لگ گیا کون جھوٹ ہے؟ اب مفتی صاحب اپنی باری میں آپ اعلان کرنا ہے کہ جس نے 14ویں صدی, کیونکہ نہ حدیث ہے نہ قرآن میں ہے, اس کے باوجود جس نے 14ویں صدی میں امام مہدی کا انتظار کیا ہے وہ زندیق ہے, وہ منافق ہے, وہ فرعون ہے. اعلان کرو, پھر میں آپ کو دکھاؤں گا آپ کی کتبوں میں سے کہ کس کس کے یہ ارشادات موجود تھے. آپ نے ہمت کرنی ہے اور میرے سوال کا جواب دینا ہے, کیونکہ یہ حدیث نہیں تھی تو لوگوں نے پھر 14ویں صدی میں آپ کے مسلمان علماء نے انتظار کیوں کیا, فتوے کیوں دیے؟ ان کے باپ کی جاگیر تھی یہ اسلام. لازم حدیث میں انہوں نے دیکھا ہوگا تو ہی 14ویں صدی میں انتظار کیا نا. ملک صاحب ٹائم ہو گیا. جی میرے سوال کا جواب لے دیں ان سے. ٹائم ہو گیا. جی مفتی صاحب دیکھ لیں جناب, صرف ابھی تو میں نے ایک بیان کی تھی مرزا قادیانی کی بیان کردہ حدیث روحانی خزائن جلد 4 صفحہ 370 کی, لیکن اس کا انہوں نے کوئی جواب نہیں دیا. اب آتے ہیں دوسری حدیث کی طرف. روحانی خزائن جلد 20 ہے صفحہ 40 کے اوپر مرزا صاحب فرماتے ہیں, اور حدیثوں, ایک حدیث نہیں, حدیثوں جمع کا صیغہ ہے, اور حدیثوں سے ثابت ہوتا ہے کہ اس مسیح موعود کی 13ویں صدی میں پیدائش ہوگی اور 14ویں صدی میں اس کا ظہور ہوگا. یہ دوسری حدیث ہے. میں کہتا ہوں یہ حدیث دنیا کی کسی کتاب سے دکھا دیں, منہ مانگے انعام کا اعلان کرتا ہوں. نہیں تو ماننا پڑے گا کہ جھوٹ کے مردار کو کسی طرح نہ چھوڑنا یہ کتوں کا طریق ہے نہ انسانوں کا, اور نہیں تو ماننا پڑے گا کہ جھوٹ بولنے سے بدتر دنیا میں اور کوئی برا کام نہیں, اور نہیں تو ماننا پڑے گا کہ جھوٹ بولنا مرتد ہونے سے کم نہیں, اور نہیں تو ماننا پڑے گا کہ وہ کنجر جو ولد الزنا کہلاتے ہیں وہ بھی جھوٹ بولتے ہوئے شرماتے ہیں, اور نہیں تو ماننا پڑے گا کہ جھوٹ بولنا اور گو کھانا ایک برابر ہے, اور ماننا پڑے گا. اگر آپ دکھاتے ہیں تو ٹھیک ہے, گزارا ہو جائے گا, پھر گو بھی نہیں کھانا پڑے گا, تو پھر مرتد بھی نہیں ہونا پڑے گا, پھر ولد الزنا بھی نہیں ہونا پڑے گا, ٹھیک ہے, اور کتوں کا طریق بھی نہیں ہونا پڑے گا. بھائی میں تو کہہ رہا ہوں دکھا دیں. اگر آپ دکھا دیں گے تو پھر یہ سارے کام سے چھٹ جائے گا, چھٹکارا ہو جائے گا. آپ کہہ رہے ہیں کہ نہیں جی نہیں, میں تب دکھاؤں گا کہ جب تم قادیانی ہونے کا اعلان کرو. ہاں جی کیوں جی, کیڑی گلوں؟ قادیانی ساڈی جُتی ہوندی ہے. جی مفتی صاحب ٹائم ہو گیا مفتی صاحب ٹائم ہو گیا. جی ملک صاحب بھاگ رہے ہیں, کسی ایک بات پر بھی کھڑے نہیں ہو رہے. حدیث کا کہہ رہے ہیں, انکار کر رہے ہیں, کہہ رہے ہیں دکھاؤ. میں نے کہا آپ اعلان کرو, آپ یہ کہہ رہے ہیں نہیں یہ دکھا دو تو میں,
وہ حدیث دکھاتا ہوں، اعلان کر، میں اعلان کروں، اگر حدیث نہ دکھا پایا، جو مفتی صاحب مجھے عقیدہ مجھے کہیں گے، حکم دیں گے، میں وہ مانوں گا، اور اگر میں نے حدیث دکھا دی اسی مفہوم میں تو پھر یہ وہ عقیدہ اپنائیں گے جو میں دوں۔ کیوں بھاگتے کیوں ہیں سچائی سے، دوڑتے کیوں ہیں یہ؟ پھر میں نے جو بات کہا، اگر یہ جھوٹا عقیدہ ہے 14ویں صدی کا، تو جنہوں نے یہ عقیدہ بنایا وہ سارے بغیرت ہیں، لعنتی ہیں، کنجر ہیں، جھوٹے ہیں، کذاب کی نسل ہے۔ بولو نا، کیوں نہیں بولتے؟ اسے پتہ ہے کہ ہمارے باپ دادا اجداد اور ہمارے علماء یہ مانتے رہے ہیں، یہ بھاگ اس لیے رہا ہے۔ یہ میں نے 3 مرتبہ سوال اٹھائے، اس نے ٹچ ہی نہیں کیا۔ بولو اگر ہمت ہے۔ اگر مرزا صاحب پر آپ الزام لگا رہے ہو، توبہ نعوذ باللہ، کہ یہ مرزا صاحب نے جھوٹ فرمایا ہے، تو پھر یہ جھوٹ تو آپ کے سارے علماء نے فرمایا ہے، پھر وہ سارے لعنتی، کذاب، گوں کھانے والے، زندیق اور منافق کے بچے ہیں۔ بولو ہاں ہیں۔ یہ وہ سچائی ہوتی ہے جس سے تم بھاگتے ہو، عقلی دلیلوں سے بھاگتے ہو۔ اس کو تو 4 مرتبہ سوال کیا ہے، مفتی صاحب نے ایک بار جواب نہیں، ٹانگوں پر وزن ہی نہیں ڈالا۔ اس مرتبہ پھر نہیں ڈالیں گے، آگے باگے گھوم کے گھما کے آ جائیں گے۔ 4تھی مرتبہ، یہ میری 4تھی مرتبہ کہہ رہا ہوں، اعلان کرو کہ جس نے 14ویں صدی میں مہدی آنے کی بات کی یا انتظار کیا، وہ منافق کا بچہ ہے، زندیق ہے، بے ایمان ہے، گوں کھانے والا ہے، کذاب ہے، جھوٹا ہے۔ بولو، کیوں نہیں بولتے؟ ایک مرتبہ بولو تو صحیح، میں پھر تمہیں کدھر لے کے جاتا ہوں وہ جگہ دیکھو۔ ایک مرتبہ اپنے منہ سے مانو، کیونکہ تم زبان ٹائم سے ہو گیا ملک صاحب، ٹائم ہو ابھی گیا، میرا جواب ان کو لے دو، خدا کا ٹائم ہو گیا، ٹائم ہو گیا۔ مفتی اچھا صاحب ولی صاحب، ابھی میرا ٹائم نہ شروع کریے گا، ابھی نہیں، ابھی سٹاپ کریں، ابھی نہیں، ابھی میں آپ سے بات کر لیں۔ اچھا بات یہ ہے کہ ولی صاحب یہ گفتگو کب تک چلے گی ایسے؟ انہوں نے تو جواب دینا نہیں ہے، 3 ٹرنیں تو ہو گئی ہیں، مطلب یہ بھی تو بتائے کوئی اس کا کوئی۔ باجی صفیہ بھی بیٹھی ہیں جو احمدی ہیں، باجی صفیہ کیا آپ کو جواب مل گئے؟ آپ بتائیے بھائی، ابھی طلعت صاحب رہنے دیں ذرا، بھائی طلعت صاحب ایک منٹ بھائی اپنی باری میں بات، میں کیوں رہنے دوں؟ آپ کی براد ہے تو آپ ایسے بات کرو گے بغیر لگائے ٹائم؟ باجی صفیہ ٹائم کو جواب مل گیا؟ ٹائم لگا کے بات کریں آپ اپنا باجی ٹائم۔ صفیہ نہیں، جی ان کا ٹائم لگائیں گے، ٹائم لگا نہیں کے ملا۔ بات کریں۔ یہ باجی صفیہ ہماری احمدی ہے، باجی صفیہ تو آئی تھی، باجی احمدی صفیہ خاتون ہے، وہ کہتی ہیں نہیں ہمیں جواب نہیں ملا۔ ولی صاحب بتائیے گا۔ او یار بھائی، ان کا ٹائم لگائیں بھائی، یہ کوئی ولی صاحب چل رہا ہے، ولی صاحب یہ ڈیبیٹ کب تک چلے گی؟ ولی صاحب میں ابھی ٹائم نہ شروع کریں، مجھے بتائیں یہ ڈیبیٹ کب تک چلنی ہے؟ مطلب مفتی یہ صاحب تو مان ہی نہیں رہے، کوئی ثبوت ہی نہیں دے رہے۔ ایک آدھ ٹرن اور چلائیں تو پھر اس کے بعد فیصلہ کرتے ہیں۔ چلے ٹھیک میرے ہے، خیال میں ایک دفعہ اور بتائیں۔ چلے میرا ٹائم شروع کریں، شروع سے شروع کریں۔ میرا پھر 1 منٹ زیادہ دینا آپ نے، ابھی دے دوں گا، کوئی مسئلہ نہیں ہے، 1 منٹ سے کوئی فرق نہیں پڑے گا، میں دے دوں گا آپ کو۔ کریں مفتی صاحب۔ لو جی اب میں تیسری حدیث پیش کرنے لگا ہوں، 2 کا تو جواب کو نہیں ملا۔ روحانی خزائن ہے، جلد 5 ہے، صفحہ 340 ہے۔ مرزا صاحب فرماتے ہیں، سو یہ عاجز عین وقت پر معمور ہوا، اس سے پہلے صدہا اولیاء نے اپنے الہامات سے گواہی دی تھی کہ 14ویں صدی کا مجدد مسیح موعود ہوگا، اور احادیث صحیحہ نبویہ پکار کر کہتی ہیں کہ 13ویں صدی کے بعد ظہور مسیح ہوگا۔ میں کہتا ہوں کوئی ایک صحیح نہیں، احادیث صحیحہ نہیں، اور ضعیف اور موضوع حدیث میں سے دکھا دیں، منہ مانگا انعام مجھ سے لے لیں، نہیں تو ماننا پڑے گا کہ جھوٹ کے مردار کو کسی طرح نہ چھوڑنا، اور یہ کتوں کا طریق ہے نہ کہ انسانوں کا، اور جھوٹ بولنے سے بدتر دنیا میں کوئی برا کام ہے ہی نہیں، اور جھوٹ بولنا مرتد ہونے سے کم نہیں، اور ماننا پڑے گا یہ آپ کو۔ اور وہ کنجر جو ولد الزنا کہلاتے ہیں وہ بھی جھوٹ بولتے ہوئے شرماتے ہیں، یہ مرزا جی کہہ رہے ہیں، میں نہیں کہہ رہا، اور یہ ماننا پڑے گا مرزا جی کو کہ کنجر جو ولد الزنا کہلاتے ہیں وہ بھی جھوٹ بولتے ہوئے شرماتے ہیں، اور جھوٹ بولنا اور گو کھانا ایک برابر ہے، ماننا پڑے گا یہ آپ کو، ہمت کریں، اور نہیں تو آج یہ ساری چیزیں ثابت ہو جانی ہیں۔ آپ جان چھڑائیں گے، جتنی جان چھڑا سکتے ہیں چھڑا لیں، اگر تو آپ دلیل دے دیں گے تو بچ جائیں گے، مرزا جی گو کھانے سے بھی بچ جائیں گے،
मिर्जा जी वलदु ज़ना होने से भी बच जाएंगे, मिर्जा जी मुर्तद होने से भी बच जाएंगे, ठीक है, और कुत्तों के तरीक से भी बच जाएंगे। नहीं तो आज अल्लाह की कसम ये साबित हो जाना है। वलीद साहब, ये मलक साहब, मैं आपके आपको इखलाक है? जी बरार चला रहे हैं आप? एक मिनट रुक जाए ना भाई, बात तो करने दे। नहीं, क्या उनका रुक माइक जाए, तो रुकने खाक दे। रुक जाए, अगर वो देखें क्या बात नासिर कर भाई रहा है। कोई बात नहीं, नासिर भाई कोई नहीं, बात नहीं, मैं भाई, वलीद साहब को एक बात याद नासिर करा भाई रहा कोई हूं, बात नहीं, इखलाक हौसला पे बात कर ले, है। हौसला ठीक है, कर ठीक ले, है। उन्हें खुद ख्याल होना चाहिए। तो भाई एक मिनट हौसला कर लें। हौसला मलिक साहब, ਤੁਹਾਨੂੰ टाइम देना, मैं एक मिनट रुक जाओ, एक मिनट रुक जाओ। एक तो ये जो नीचे हमारे भाई हैं ना, ये प्लीज थोड़ा सा ख्याल रखें कमेंट्स के अंदर, क्योंकि मैं अकेला ब्रॉड चला रहा हूँ और मुझे नीचे कमेंट्स इतनी जल्दी नजर नहीं आ रहे, क्योंकि 125 से भी ऊपर बंदा है। और दूसरी बात यह है कि वो नासिर साहब चले गए हैं गुस्सा करके, हालांकि नासिर साहब को जाना नहीं चाहिए था। मुफ्ती साहब ने हवाले मिर्जा साहब के ही पढ़ के बताया है कि अगर झूठ बोला जाएगा तो मिर्जा साहब ने जो कहा है वो ये होता है। तो वो हवाले ही पढ़े हैं, वो कि ज्यादा उन्होंने कुछ कहा नहीं है, ना उन्होंने अपनी तरफ से कोई बात की है। अब मलक साहब, आपने कहा था कि आपको 3 मिनट चाहिए, तो मैं आपको ये देखें 3 मिनट आपको दे रहा हूँ, ये ले। और मेरा सवाल ले लें, मुझे 3 मिनट भी ना दे। इस भाई मुफ्ती साहब को बोले ये क्यों नहीं कहता कि 14वीं सदी में जिसने मेहदी का इंतजार आने का इंतजार किया है और उनका ये फरमान थे कि 14वीं सदी में मेहदी आएगा, क्या वो लानती के बच्चे हैं, यजीद की नस्ल है, कुत्ते की नस्ल है, फिरौन की औलाद है? क्यों नहीं कहता ये? 5वीं मर्तबा मैं ऐसे कह रहा हूँ, इसके बाप दादा मानते रहे हैं, अब 14वीं सदी खत्म हो चुकी है, मेहदी आ चुका है, आप कहते हैं नहीं 14वीं सदी में तो आने ही नहीं था, 14वीं सदी में तो आने ही नहीं था। वो क्यों नहीं टांगों पर अपनी टांगों पर वजन डालता? ये झूठे हैं, ये वो मुंह खाने वाले मुर्दार खबीस की औलाद, कुत्ते से भी बदतर नस्ल जो झूठ बोलती है, ये लोग है। 5वीं मर्तबा मैं ये कह रहा हूँ कि ये मर्द का बच्चा बन, ईमानी और इल्मी तौर पर मर्द का बच्चा बन के यहाँ पर ऐलान कर कि 14वीं सदी में जिस मुसलमान ने ये अकीदा रखा हुआ था कि मेहदी ने आना है, वो खबीस है, कुत्ते की नस्ल है, किसे बगैरत की औलाद है, किसे शैतान की नस्ल है। क्यों नहीं कहता? इसकी टांगों पर वजन क्यों नहीं पड़ता? इसे सारा पता है कि हमारे बाप दादा उलमा अजदा ये बात मानते रहे, सिर्फ मिर्जा साहब पर इनकार सिर्फ मुखालफत बराए मुखालफत से कर रहे हैं। इसके पास ईमान नहीं है। ये जो कर रही है मिर्जा साहब के फरमान, रब्बे काबा की कसम, कुरान के नुक्ते की कसम, सारी इसके ऊपर और इसके बाप दादा अजदाद पर पड़ती हैं। इसको बोलो टांगों पर वजन डाले ना, कह दे मैं इसकी बात मान लेता हूँ कि जिस मुसलमानों ने भी 14वीं सदी में मेहदी का इंतजार किया है, वो कुत्ते का बच्चा था, खबीस की औलाद था, जंदीक की औलाद था, झूठे की नस्ल था, फिरौन की औलाद था। कहे इससे 10 गालियां और मिला के कहो ना, फिर मैं तुम्हें तुम्हारे उलमाओं की तहरीरें सुनाऊं पढ़ के? क्यों नहीं कहता? ये 6ठी बार है मेरी बार मैं इसे ये कह रहा हूँ, ये नहीं मान रहा। सिर्फ मिर्जा साहब नहीं जी, 14वीं सदी में आने ही नहीं था, कहीं लिखा भी नहीं था, वो लिखा हुआ नहीं था। तुम्हारे उलमा बाप दादा अजदाद क्यों मानते रहे हैं? ये जहालत है। यही वही बात है, सूरज निकला हुआ हो और कोई कहे कि मैं नहीं मानता, अब रात है, तो उसको कौन मनवा सकता है कि अब दिन है? तो ये वही है मुफ्ती साहब जो ये बात नहीं करेंगे, इनकी टांगों में जान ही नहीं है। ये मुखालफत बराए मुखालफत मिर्जा साहब ने 14वीं सदी में कहा है, और जो सारी मुसलमान उम्मत मान रही थी उसका क्या करोगे? और मिर्जा साहब के मुखालफिन का सबूत मौजूद है। उन्होंने कहा, ए मिर्जा गुलाम अहमद साहब, आप झूठे हो, अभी सच्चा मेहदी आ जाएगा, अभी तो 14वीं सदी खत्म होने में 20 साल 50 साल बाकी है, 60 साल बाकी है, 30 साल बाकी। ये इनके उलमा कहते रहे मिर्जा साहब के मुखालफिन उन्हें कि सच्चा मेहदी आएगा, तुम खुद ब खुद झूठे हो जाओगे। तो अस्तगफुरुल्लाह, ना सच्चा आया और ना मिर्जा साहब झूठे हुए, क्योंकि इतनी मजबूत। मलक साहब टाइम हो गया, मलक साहब टाइम हो गया। यार मेरा जवाब ले दे, नहीं तो ठीक है, टाइम हो गया, मेरा जवाब ले दे। टाइम हो गया ना, 1 मिनट दे दें। आमिर भाई, मुफ्ती साहब 1 मिनट दीजिएगा। आमिर भाई आप मौजूद हैं? मैं सुन रहा हूँ। आमिर भाई, मैं ना असल में ना मेरे ना एक ट्रेन आई है, मुझे वो ट्रेन चेक करनी है। आप सिर्फ ये 1 मिनट के लिए ना मुफ्ती साहब ने जवाब देना, सिर्फ आप ये चेक कर लें कि आप टाइम लगा सकते हैं 2-2 मिनट का, कि वो मैं लगा मेरे पास है एक्स्ट्रा वॉच यार, मेरे पास है। नहीं मैं लगा 2-2 मिनट है, 3-3 मिनट है, 2-2 मिनट है। आमिर भाई प्लीज 2-2 मिनट लगा के ना बात करवाएं, मैं ना आता हूँ, ठीक है? थोड़ा सा प्लीज देखिए। मुफ्ती साहब शुरू हो जाओ जी। अच्छा जी, दोस्त लिख रहे थे कि ये हवाले दे दें जनाब। ये रूहानी खज़ाइन जिल्द 11 सफ़ा 43 के ऊपर मिर्जा साहब ने फरमाया है, झूठ के मुर्दार को किसी तरह ना छोड़ना,
یہ کتوں کا طریق ہے نہ انسانوں کا. تو میں اس وجہ سے جھوٹ کے مردار کو نہیں چھوڑ رہا کہ اس کتے کے طریق سے بچانا چاہ رہا ہوں کہ مرزا جی کسی طریقے سے اس کتے کے طریق سے بچ جائیں. یہ روحانی خزائن ہے، جلد 22 ہے، صفحہ 459 ہے. جھوٹ بولنے سے بدتر دنیا میں اور کوئی برا کام نہیں. تو میں اس وجہ سے مرزا جی کو اس برے کام سے بچا رہا ہوں تاکہ اس بدتر کام سے بچ جائیں. روحانی خزائن جلد 17 صفحہ 56 کے اوپر فرماتے ہیں جھوٹ بولنا مرتد ہونے سے کم نہیں. میں مرزا صاحب کو مرتد ہونے سے بچا رہا ہوں. مرزا صاحب روحانی خزائن جلد 2 صفحہ 386 کے اوپر فرماتے ہیں وہ کنجر جو ولد الزنا کہلاتے ہیں وہ بھی جھوٹ بولتے ہوئے شرماتے ہیں. تو میں مرزا جی کو ولد الزنا ہونے اور کنجر ہونے سے بچانا چاہ رہا ہوں کہ یہ کنجر نہ بنے اور ولد الزنا نہ بنے. ٹھیک ہے، یہ روحانی خزائن جلد 22 ہے، صفحہ 215 ہے. مرزا جی فرماتے ہیں جھوٹ بولنا اور گو کھانا برابر ہے. میں مرزا جی کو گو کھانے سے بچا رہا ہوں. 3 حدیثیں میں نے پیش کی تھیں، اب یہ چوتھی حدیث ہے. فرماتے ہیں روحانی خزائن جلد 17 صفحہ 243 اور 44 کے اوپر، اور علاوہ نصوص صریحہ قرآن شریف اور احادیث کے تمام اکابر اہل کشوف کا اس پر اتفاق ہے کہ 14ویں صدی وہ آخری زمانہ ہے جس میں مسیح موت ظاہر ہوگا. میں کہتا ہوں وہ قرآن کی آیتیں وہ دکھائے، وہ حدیثیں دکھائے کہ جس کے اندر 14ویں صدی کا ذکر ہو. اور میں مرزا جی کو کنجر اور ولد الحرام ولد الزنا سے بچانا چاہ رہا ہوں. آپ کو تو جی ٹائم ہو گیا. چلو جی ملک صاحب. اچھا ملک صاحب، مجھے نا جب میں ابھی آیا ہوں میں نے آپ کی بات سنی نہیں. وہ جو میسج نیچے آ رہا ہے سسٹر کا، وہ کہہ رہی ہیں کہ میں تو صرف 14ویں صدی کی حدیث کے لیے آئی تھی، تو وہ آپ کے درمیان کوئی بات ہو رہی تھی، میں سن نہیں سکا. پہلے حدیث ہے کوئی اس طرح کی؟ آپ ان کو سسٹر کو پہلے ہیلپ کر دیں، بعد میں یہ جو آپس کی گفتگو ہے یہ بعد میں بھی کر سکتے ہیں. حدیث کوئی ہے 14ویں صدی والی؟ وہ پوچھ رہی ہیں نیچے. ملک صاحب موجود ہیں آپ؟ اچھا، وہ بتا رہی ہیں کہ میں 14ویں صدی کے صاحب جی ملک میں صاحب آدھے گھنٹے سے بیان کر رہا ہوں کہ یہ مرزا صاحب کا اکیلا عقیدہ نہیں تھا، سارے مسلمان علماؤں کا یہ عقیدہ تھا، اجماع تھا کہ 14ویں صدی میں مہدی کا ظہور ہوگا. میرے کو قرآن کے شوشے کی قسم، میرا خاندان احمدی نہیں تھا، میں احمدی نہیں تھا. میں نے اپنے علماؤں سے، اپنے ارد گرد ماحول سے سنا تھا. اس ٹائم 14ویں صدی میں کچھ سال باقی تھے. جب میں چھوٹا تھا میں نے سنا ہے، کہتے تھے کہ یہ آخری صدی ہے، اس میں مہدی کا ظہور ہونا ہے. یہ تو اتنے جھوٹے ہیں، سفید چٹ جھوٹا ہے، سفید چٹ. یہ ساری مرزا صاحب کی باتیں ان کے اوپر لگتی ہیں، قرآن کی قسم سب لگ، قرآن کی بھی جو جھوٹ بولی، یہ ساری باتیں ان کے اوپر. اور یہ جو آپ کہہ رہے ہو نا، ہر نبی کا مخالف اسے ولد الزنا ہونے سے بچاتا رہا ہے، مخالف، نبی کا مخالف. اور پتہ نہیں یہ جو گندی گالیاں دے رہے ہیں نبی کو، گالیاں دے کے اسی طرح کی ہر نبی کو یہ پڑھی ہیں. کوئی آپ مرزا صاحب کو تھوڑی اکیلے دے رہے، یہ محمد صلی اللہ علیہ وسلم کو پڑھی، یہ عیسیٰ علیہ السلام، موسیٰ علیہ السلام، یہ سارے نبیوں کو پڑھی ہیں. کوئی آپ کو نیا کام تھوڑی کر رہے ہیں کہ اپنے مخالف نبی کو گالیاں بک رہے ہو. اور محمد صلی اللہ علیہ وسلم کے مخالفین نے اسی طرح محمد صلی اللہ علیہ وسلم سے زیادہ سنگین گالیاں دی ہیں، اور لڑائیاں، جھگڑے، قتل و غارت، مار کٹائی کی ہیں. اس میں کون سی نئی بات ہے؟ نبی کے مخالفین نبی کے ساتھ اسی طریقے کی حدیث ہے کوئی نبیوں کا معاملہ؟ بے ادبی. عامر صاحب چپ ہو جائیں آپ. زبان نو جب میرے نبی نو کہہ رہے تھے تو کتے وڑیا دے او جو کوئی کہہ رہے سی تہاڈیاں تحریراں پیش کر رہے سی یا محمد صلی اللہ علیہ وسلم میری تحریر پیش کر رہے کہ مرزا صاحب کو میں وہ چیز بننے سے بچا رہا ہوں. وہ کس نے لکھا ہے؟ کس نے لکھا ہے؟ میں کہہ رہا ہوں مسیح بھی یہ کہتے ہیں محمد صلی اللہ علیہ وسلم کو ہم یہ ہونے سے بچا رہے ہیں. یہ ساری باتیں محمد صلی اللہ علیہ وسلم. ملک صاحب اگر مسیح آتا ہے، یہودی آتا ہے، ہندو آتا ہے، وہ محمد صاحب آپ نے اس طریقے سے بات کرنی ہے. سن تو لے، میں آپ کو ایکسٹرا ٹائم دے دوں. سن لوں آپ کی، انہوں نے بات کی ہے میری باری میں، آپ بولنا شروع. میرے نبی رسول کو بولتے ہیں گالیوں کا مزے لے کے 24 زبان اپنے دانتوں کے نیچے دے کے سن تو لے میری بات. میں دوبارہ ٹائم آپ کو لگا دیتا ہوں. میں کہتا ہوں کہ آپ کا یہ جو جھگڑا ہے یا یہ جو گالیوں کا تبادلہ شروع ہو چل رہا ہے، اس کی بجائے جو سسٹر نیچے پوچھ رہی ہیں حدیث کوئی ہے یا نہیں ہے، یہ جواب دے دیں. دیکھیں بات یہ ہے عامر صاحب، تسی الفاظاں دی جنگ نال تے کسی نو نہیں نکلن دینا. اس نے جلدی موضوع بدلی کیتا جلے اپنے تے پئیے، جلے ساڈے تے سی
बोले चुप करके मजे ले के सुन मैं के जो हल्फन है कहता हूँ अभी आया हूँ, मैं नहीं सुनी आपकी बात, कसम खा के। नहीं जो आपके माशाल्लाह आलम साहब बयान करते रहे, मैं इधर मौजूद नहीं कहने का था। मतलब ये है कि छोड़ दें, हर नबी रसूल के मुखालफिन ने उन्हें गालियां बकी है, इंसल्ट की है, ऐसी गालियों कोई को लानत नई भेजेगा। बात नहीं है, नई हदीस बात है। नहीं है जो मिर्जा से सारे नबी रसूलों के साथ ये हुआ हदीस है, कोई अभी हदीस है। सुन ले मैंने आपको इस मैडम को बताया कि मुसलमानों के जितने यार फिरके हैं, आमिर नज़ीर भाई ये ना इंसाफी हो रही, मेरा टाइम ते टुर ये गया। मैं दोबारा टाइम मलिक साहब मैं ਤੁਹਾਡਾ ਲਾਣ ਲੱਗਾ ਤਾਂ ਹੁਣ ਇਹ ਹਦੀਸ ਤੇ ਨਹੀਂ ਜੋ ਥੱਲੇ ਸਿਸਟਰ ਹਦੀਸ ਵੀ ਮੰਗਦੀ ਹੈ, ਇੱਕ ਮਿੰਟ ਤੋਂ ਮੈਂ ਐਕਸਟਰਾ मैं ਲਾ बताता हूँ ना, मैं बताता हूँ। मैंने बता दिया कि कोई ऐसा मुसलमान फिरका नहीं है जिसके उलमाओं का ये इजमा नहीं था जब तक 14वीं सदी ख़त्म नहीं हुई थी कि इमाम मेहदी अलैहिस्सलाम का ज़हूर मोहम्मद सल्लल्लाहु अलैहि वसल्लम की हदीसों के फ़हम के मुताबिक, हदीसों में 14वीं सदी का लफ्ज़ नहीं है जिसका ये अब नाजायज़ फ़ायदा उठा रहे हैं भाई ठीक हो साहब। गया, कोई हदीस नहीं, एक सिस्टम मिनट नहीं इजाजत चाहिए। दे दे, आधी बात नहीं, नहीं ऐसे नहीं, ऐसे नहीं करे ना, बात पूरी करने दे। करो। आपको क्यों डर क्यों लगता है मैं जब बात करता हूँ? ये मैं क्या खत्म होगी गल चंगा खत्म, मुंह जो रोक के गल मुंह चेते कर खत्म होगी। जी फरमाने कोई हदीस बात नहीं यह है असल में। जितने मुसलमान उलमा मौजूद है इनका तकरीबन इजमा था कि मोहम्मद सल्लल्लाहु अलैहि वसल्लम की हदीसों के फहम के मुताबिक 14वीं सदी वो बनती है जिसमें मेहदी का ज़हूर होना है, और सब मुसलमानों ने इंतजार किया, जिसकी निशानी ये है कि मुफ्ती साहब गालियां नहीं बक रहे। टाइम हो मिर्जा गया। साहब कुछ झूठा कह रहे हैं, आमिर नज़ीर मिर्जा साहब साहब हो गया, टाइम दे दियो। कह रहे हैं कि उनका ये टाइम अकीदा झूठा हो गया। था। ये देख छुआरे खत्म हो गया खाने ना। की कर तो दियो एक्स्ट्रा टाइम 1 मिनट में देता है। हदीस कोई नहीं, 1 मिनट मुफ्ती साहब में टाइम लेना। हदीस कोई नहीं सिस्टर, आप सुन लिया आपने, हदीस कोई नहीं। उनके पास सिर्फ ये है कि जब वो छोटे होते थे तो उन्होंने सुना। ना मेरी बात ना करना, मेरी बात ना करना, मेरी बात मैं खुद मौलवियों जब का किसी इजमा टाइम ही पे आपने कहा, मैं वही कहने अपनी लगा गल ना। अपनी गल कर, मेरी ना कर। अच्छा हदीस में कोई लफ्ज नहीं है, ये ठीक है। हदीस का पूरा जुमला क्यों तेरी टांगे काटती 14वीं हैं? सदी वाली ये हदीस कोई नहीं है। में 14वीं सदी का लफ्ज नहीं है, ठीक हो गया। 14वीं सदी का मौजूद है। ठीक है चलो जी मुफ्ती साहब मैं थोड़ा टाइम लाना। लो जी हदीस कोई नहीं सिस्टर, आपने सुन अच्छा लिया। मैनू टाइम कितना दे रहे हो पहले ये दस 3 दियो। मिनट टाइम शुरू करें। चलो 3 मिनट जी। अच्छा बात यह है कि ये आखिरी जो मैंने ये हवाला दिया, चौथा हवाला रूहानी खज़ाइन जिल्द 17 सफ़ा 243 और 244, दोबारा सुनिए। और अलावा नसूसे सरीहा कुरान शरीफ, यानी वाज़े तरीन नसूसे सरीहा का मतलब होंदा है कि बिल्कुल कुरान दी आयत दे विच वाज़े तौर ते, ठीक है, और अहादीस और हदीसों के अंदर भी वाज़े तौर पे कि तमाम अकाबिर अहले कशूफ का इस पर इत्तफाक है कि 14वीं सदी वो आखिरी ज़माना है जिसमें मसीह मौत का ज़हूर होगा। मैं कहता हूँ कुरान की कोई एक आयत लें जिसमें ये लिखा हो कि 14वीं सदी वो आखिरी ज़माना है जिसमें मसीह का ज़हूर होगा। अल्लाह की कसम उठा के कहता हूँ, मुंह मंगा इनाम दूंगा, मुंह मंगा इनाम। और मेरे अलावा इधर हर मुसलमान आपको इनाम का ऐलान करेगा, यकीन मानिए। अगर आप ये साबित ना कर सके कुरान से, हदीस से, पहले तो हदीस थी अब तो कुरान भी आ गया है, अगर साबित ना कर सके तो मिर्जा जी ने झूठों के बारे में फरमाया है कि झूठ बोलना और गू खाना बराबर है। फिर मान लीजिएगा कि मिर्जा कादियानी ने गू खाया है। मिर्जा कादियानी कहता है, एक मिनट को लगाम दे दो, डग कुत्ते को लगाम दो, इस डग को। आपके मिर्जा जी ने फरमाया है। वो डग सूरा, इनका माइक म्यूट करें गाली जी। नहीं देता हूँ लेकिन तू डग सूर आमिर है। भाई इनका मोहम्मद सल्लल्लाहु अलैहि वसल्लम की हदीस के मुताबिक तू डग एक मिनट रुक जाए मलिक साहब, सूर है, मुफ्ती साहब रुक जाए 1 मिनट, टाइम में रोक दे, टाइम रोक रख, खामोश हो जाओ मलिक साहब। बात ये है मुफ्ती साहब, उनको आप ये ना कहें कि उन्होंने गू खाया है या जो भी किया है, लेकिन आप उनकी इबारत पढ़ के सुना सकते हैं कि भाई उनके फतवे के मुताबिक ये फतवा है उनका कि अगर झूठ बोलता है तो वो गू खाना जी, है। जी मैं दोबारा लेकिन मिर्जा साहब को ना जी। तो अगर ये साबित ना कर सके कुरान से और हदीस से, तो मिर्जा साहब ने ऐसे झूठों के बारे में फरमाया है कि झूठ बोलना और गू खाना एक बराबर है। ऐसे झूठों के बारे में मिर्जा जी ने फरमाया है, वो कंजर जो वलदुज़्ज़ना कहलाते हैं वो भी झूठ बोलते हुए शर्माते हैं।
मिर्जा जी ने ऐसे झूठों के बारे में फरमाया है, झूठ बोलना मुर्तद होने से कम नहीं। मिर्जा जी ने ऐसे झूठों के बारे में और कज्जाबों के बारे में फरमाया है, झूठ बोलने से बदतर दुनिया में और कोई बुरा काम नहीं। फिर फरमाते हैं झूठ के मुर्दार को किसी तरह ना छोड़ना, ये कुत्तों का तरीक है ना इंसानों का। और इन्ना झूठिया ना छड्डियो जे, बिल्कुल ना छड्डियो, ऐ तो कुत्ते ने। ये मिर्जा जी ने फरमाया है, फरमाया झूठ बोलने वाले कुत्ते ने, कुत्ते, इन्होंने छड्डियो ना। मेरा टाइम खत्म हो जी। मलिक साहब आपका मैं 1 मिनट टाइम शुरू कर रहा हूँ। अब आपने ये जो है ना इसको छोड़ के अब फैसला कर दें। कितना टाइम देना? 2 मिनट, 2 मिनट, वो 3 मिनट दोनों को दे दिए थे, अब 2 मिनट टाइम है। आपने ये सिर्फ बता देना अलाल ऐलान के जो आपने बात कही मैंने सही तर्जमा नहीं किया, सही बात क्या है? मेरी वारी दा तुसां ने की करना है, मेरी वारी तुसां लाजमी बोलना होता है। अभी मैं टाइम आपका शुरू ही नहीं यानी किया। मुफ्ती साहब भी हमारे खिलाफ बोलेंगे, आपने भी बोलना है, फिर मुफ्ती साहब बोलेंगे, फिर तुसां बोलना है, फिर मैं बोलना है। नहीं मलिक साहब मैंने टाइम आपका शुरू नहीं किया। अपना काम करो जितना काम है थोड़ा। जब मैं टाइम लगाऊंगा आपने ये बताना है क्या कोई हदीस ऐसी मौजूद है यार, और सुन ले, मैं सुन ले, सुनो मफहूम जो है वो कहाँ है? मफहूम आप कह रहे हैं? सुन ले। टाइम हो गया शुरू, चलो। अभी मैं बता रहा हूँ कि ये साबित कर दे मुफ्ती साहब, ला इलाहा इल्लल्लाह मोहम्मद रसूलुल्लाह 1 लाख UAE दरम इनाम, 1 लाख UAE दरम इनाम है। सिर्फ मुफ्ती साहब नहीं, मुफ्ती साहब के चेले मेले उस्ताद शागिर्द सारों को, अगर वो साबित कर दें कि 14वीं सदी में मुसलमानों ने इमाम मेहदी के ज़हूर का इंतजार नहीं किया, अगर ये साबित कर दें रब्बे काबा की कसम, कुरान के नुक्ते ज़ेर ज़बर शोशे की कसम, 1 लाख यूनाइटेड अरब ऑफ अमारात का 1 लाख दरम इनाम जो पाकिस्तानी अभी रुपए की कीमत के मुताबिक तकरीबन 78 लाख रुपया बनता है। सिर्फ 14वीं का 13वीं का भी आमिर साहब तुसी विच पंगा लाजमी लेना होंदा है। मैं क्या सिर्फ 14वीं सदी का या 13वीं का ले लो, झूठे ले लो तुसी पहले, फिर मैं गल नाम आपने 14वीं का रखा है कि 13वीं? मेरी बारी में क्यों बोलना होता है मुझे पहले ये बता दो। चलो जारी रखें 14वीं सदी के में जो 14वीं सदी गुजरी है, इसमें सरकारी मुसलमानों ने इंतजार नहीं किया। सबूत के साथ कोई बंदा साबित कर दे, ये झूठे और दजल और बेईमान हम मानते नहीं है, ये और बात है। साबित कर दें ये कि मुसलमान उलमाओं ने और मुसलमानों में 14वीं सदी में इमाम मेहदी का ज़हूर का इंतजार नहीं किया। खुदाए वाहिद जुल जलाल की कसम, 1 लाख UAE दरम इनाम। मुफ्ती साहब उन टंगा दे प्यार पाओ, गाली ते तू नहीं कटियां। सुन पता है कि मैंने प्यो दादे नू मेरे वड वडेरिया नू पैणियां, लेकिन बस 6 मरतबा सवाल किया है कि गाली बको। वो फिरौन की नस्ल है, कुत्ते का बच्चा है, जिसने 14वीं सदी में इमाम मेहदी के आने के का इंतजार किया। साहब आपको 10 दिन पूरी बराबर है, मुझे समझ है आपका। मैं टाइम देख रहे हैं, मैं समझ रहा हूँ टाइम, मैं समझ। आमिर भाई इन्होंने सबको कहा है तो 1 लाख रुपया जमा करवा लें इनसे पहले। मैं यही मैं बात करने लगा हूँ। मलिक साहब आपने जो इनाम रखा है ना 1 लाख UAE रियाल का, जी इसकी वजाहत कर दें कि ये मौलवी कौन से, यानी चकवाल के, गुजरात के, पिंडी के मौलवी या पूरी दुनिया के उलमा इस्लाम 14वीं सदी पर मुत्तफिक रहे हैं? ना, पूरी दुनिया का इसमें मामला ही नहीं है। मेरा सिर्फ मामला पाकिस्तानी उलमाओं का है जो चीखे मार रहे हैं। ये चीखे मार रहे हैं। अगर पाकिस्तान के बिल्ली की तरह, जैसे बिल्ली को मारो तो उसकी चीखे 7 आसमान पर सुनाई देती है। ठीक हो गया। चीखे जो है आसमान पर सुनाई देती है। किस किस जिले के मौलवी हैं? पूरे पाकिस्तान। अगर पाकिस्तान के, ठीक है न, अगर 50% से ज्यादा उलमाओं के बयानात रिकॉर्डात ये सबा साबित कर दें कि 14वीं सदी में उस वक्त, अभी नहीं, अभी तो मौलवी की साहब की तरह सारे झूठे हैं, दजल बेईमान वल्द जना है। ये भी ऐसे ना मलिक साहब, ऐसे ना गालियां ना दें। इन्होंने लफ्ज इस्तेमाल किया था एक बार, मैंने उसका इनके इंतकाम लिया, बदला लिया। अभी बात ये है कि पाकिस्तान अच्छे से रुकें तो सही। ये इनाम जो है, जो इनाम आपने रखा है, मैं इसको समझना चाहता हूँ
آپ کہتے ہیں کہ پاکستان کے 50% سے زیادہ مولوی، یعنی وہ پتہ کیسے لگے گا کہ 50% سے زیادہ علماء، یعنی آج سے 50 سال پہلے تو مولویوں کو لسٹ بنانی پڑے گی۔ نا آج سے 100 سال پہلے 100 سال پہلے 100 سال پہلے سنیں 100 سال سے لے کے اس کے بعد 50 سال تک آ جاؤ، آگے اس سائڈ آ جاؤ، اس تک یہ علماؤں کے بیان دکھا دیں کہ انہوں نے کہا کہ 14ویں صدی میں مہدی کا ظہور نہیں، اور مرزا صاحب سے میں ثبوت دکھاؤں گا کہ 1925 سے لے کر ابھی یار عامر صاحب چلے میں بولنا سن یاد آ جائے وہاں پر سال تک گن لینے دو نا، 1925 سے لے کر 1975 تک آپ کہہ رہے ہیں نا، بس یہی لے لو، 1905 سے لے کر 1900 سے لے لو، آپ چھوڑو 1900 لے کے 2000 تک، لیکن 1900 یہ تو 100 سال ہو گیا نا جی، 100 سال ہے نا، تو صدی 100 سال کی ہوتی ہے نا، آپ نے کہا 50 سال۔ نہیں آپ ایسا کر لو، آپ کو ایک اور میں ایڈوانٹیج دے دیتا ہوں، کیونکہ مرزا صاحب کے فوت یعنی جب یہ صدی ابھی ختم ہو گئی ہے، اس کے بعد تو آپ کے یہی مولوی صاحب کے جو ماشاءاللہ ایمانی بیانات وہی بیان ہی نہیں تھا صاحب 1900 سے لے کر 2000 تک 100 سال میں آپ کہتے ہیں کہ مولویوں کے 50% سے زیادہ مولوی ہیں جو 14ویں صدی میں آپ کو خود بتا دیتا ہوں، 1900 سے لے کر 2000 تک، ٹھیک ہو گیا 2000 تک، اگر ان 2000 سے نہیں بلکہ تھوڑا کرو کیونکہ 14ویں صدی ختم ہو گئی تھی، 2000 نہیں 1890 سے لے کر 1880 سے لے کر 1880 سے لے کے 1980 تک۔ ملک صاحب کدھر جا رہے ہیں؟ اجماع کی تعریف کروا لے، اجماع کیا ہوتا ہے؟ اچھا 1880 سے لے کر میرے کو لائی نا اور تو میرے کو لائی، ملک صاحب نہیں گل اجماع کریں گے منو اے نام کلیئر کرن دو، انعامی رقم 1 لاکھ UAE درہم ملے گا اگر 1880 سے لے کر 1980 تک میں نکالتا ہوں علماء کی فہرست، 100 علماء کی میں فہرست نکالتا ہوں جن کی کتب بھی موجود ہوں گی، جن کا جو سوانح عمری ہے بایوگرافی جس کو وہ بھی موجود ہوگا، ان کی کتابوں میں سے اگر کہیں یہ بات نہ لکھی ہوئی ہوگی 50 سے زیادہ مولوی، 51 مولوی میں اگر دکھا دوں کہ انہوں نے کہیں ذکر نہیں کیا اپنی کتابوں میں، تو وہ 1 لاکھ یورو ہمارا ہو گیا، 1 لاکھ درہم ہمارا ہو گیا۔ میں بتا دیتا ہوں، اگر میں 60 علماؤں کی کتب سے یہ حوالہ جات پیش کر دوں تو آپ بری سنیں اور اس وقت کی ابھی کی کتاب کوئی نہیں مانی جائے گی، ٹھیک ہے اس وقت کی کتاب اگر میں آپ جتنے علماؤں کے بیانات ریکارڈ کرائیں گے میں اس سے زیادہ کے ریکارڈ قائم کراؤں گا، اور ابھی کے علماؤں بھی آپ کے لوں گا جن کا یہ ایمان تھا کہ 14ویں صدی وہ صدی بنتی تھی جس میں مہدی کا ظہور ہونا تھا۔ ملک صاحب ابھی والا نہیں، 1880 سے 1900 ابھی والا درد کیوں کر رہے ہیں آپ کو؟ وہ آپ کا علم، اپنا نہیں دکھاؤں گا، آپ کا آپ نے خود بتایا 1880 سے لے کر میں نے تو اپنا بتایا نا، لیکن میں آپ کا عالم ابھی بہت بڑا پاکستان کا جسے شیخ الاسلام کہتے ہیں، شیخ الاسلام پاکستان، شیخ الاسلام کو میں دیکھ لوں گا۔ 1880 سے لے کر 1980 تک 100 سال میں آپ نے 60 مولویوں کا دکھانا ہے، اگر آپ نے دکھا دیا 60 مولویوں کا کہ انہوں نے لکھا ہوا ہے۔ صاحب ایک منٹ چھوٹی سی بات میں، اگر میں تیلی ہوں رب کعبہ کی قسم، حضرت علی بھی تیلی تھے، ملک صاحب بکواس بند کرو بکواس دفع کرو، تیرا چاچا وہ ٹھیک کر رہے ہیں یار، میں انہوں میوٹ کرتا، ٹھیک ہو گیا۔ عامر بھائی میں نے کمنٹ آف کر دیے ہیں تاکہ کیونکہ کنٹرول نہیں ہو سکتا، لوگ زیادہ ہیں تو یہ بات کو ملک صاحب جی پیسے جمع کرو 1 لاکھ تیرا دماغ خراب، میں سواڈے کو آپ کا دماغ خراب ہے، چھچڑوں کی راکھی میں بلی کو بٹھا دوں؟ میں بتاتا ہوں میں کب کہہ رہا ہوں میری جیب میں ڈال دے، میرے اکاؤنٹ میں ڈال دے، میں آپ کو بینک میں اپنی سٹیٹمنٹ سینڈ کر دوں گا کہ میرے اکاؤنٹ میں الحمدللہ رب العالمین یہ آپ کے اکاؤنٹ میں 10 لاکھ درہم ہوگا، اس سے مجھے کیا لینا تھا نا، آپ سے تو میں آپ کو دماغ خراب ہے، میں پیسے نکلوا کے آپ لوگوں کو دے دوں۔ ملک صاحب انعام جب رکھا جاتا ہے، دیکھیں میری بھائی میں سنو آپ 4 بندے اناؤنس کریں، 4 بندے ایسے نیوٹرل، اگر انہوں نے فیصلہ دے دیا، میں نہیں کہ میں کہہ رہا ہوں، یہ جو ہماری آپ کی بات ہے اس میں 4 بندے
نیوٹرل جو آپ کو قابل قبول، مجھے قابل قبول، ابھی تو بات ہوئی نہیں ہے نا. یہ بات ہماری دونوں فریق جب فیصلے والا دن ہوگا، آپ اکٹھے ہوں گے، ہم اکٹھے، یہ 2-4 گھنٹے براڈ لگے گی. آپ اپنے نام دیں گے، ہم اپنی کتب کے نام، حوالہ جات، صفحہ نمبر دیں گے جہاں پہ انہوں نے لکھا ہوگا، آپ اپنی کتب کے حوالے دیں گے. جی میں یہ عرض کر رہا ہوں کہ یہ جو ہے نا فیصل والی بات، منصف والی بات، اس کی نہیں میں بات کر رہا. میں یہ بات کر رہا ہوں کہ آپ نے جو انعام رکھا ہے وہ ہم نے لینا کس سے ہے؟ مجھ سے میں نہیں دینا ہے نا انعام. میں نے رکھا ہے تو انعام کسی اور سے جا کے لینا ہے. اے نواں کٹا کھولیا دینے، رقم انعام کی ہے لیکن پہلے دے دو. حالت دیکھو نا. ایک منٹ ملک صاحب، کیا پچھلے سال میں نے میر لطیف کے لیے 500 یورو جمع نہیں کروایا تھا؟ آپ کے معاملات مجھے نہیں پتا، یورو جمع کرائے تھے نہیں کرائے تھے، میں ان معاملات میں نہیں تھا. میں اس کے اندر خود انوالو ہوں، آپ کے سامنے فیس ٹو فیس بات کر رہا ہوں، میں اس کا ذمہ دار ہوں. ایک منٹ ہے، ابھی پچھلے مہینے کی بات ہے، جس بندے نے 1000 یورو میں نے انعام رکھا، اس بندے نے میری ضمانت دی کہ نہیں دی؟ جا کے اعظم سیفی سے پوچھیں. ہاں ضمانت میں آپ کو بندہ دے دیتا ہوں. یہ ٹھیک ہے، بندہ دے دیں ضمانت. ضمانت میں آپ کو سنا، میں نے کسی سے پوچھنا ہے تو ہے نا، ہمیں دے دو. آپ کی طرح کہ میں نہیں دینا، نواں کٹا کھولے. مجھے ٹائم دے دیں، شام کو آپ آ جائیں میرے پاس، جب میں آپ کے پاس آ جاؤں گا، میں آپ کو بندے سے بات کر کے کنفرم آپ کو بندہ اپنا دے دوں گا، شاید جو بھی آپ مان رہے ہو. ظاہر ہے وہ ضامن تو ایسا ہی ہونا چاہیے جو ہمیں بھی قبول ہو، جس سے ہمیں مل جائیں کل کو. گارنٹر جو مانگ رہے ہو میں ایسے نہیں مانگوں گا، اپنی اسٹیٹمنٹ اسے سینڈ کروں گا ابھی، اور اسے بتاؤں گا کہ یہ میرے الحمدللہ جو بھی ہے مانگے تانگے ہے میرے پاس، اور میں اللہ کو حاضر ناظر جان کے کہتا ہوں، قرآن کی قسم کھا کے کہتا ہوں کہ میں دوں گا، اور وہ میری گارنٹی دے گا. آپ نے اس کو قرآن دینا ہے، اسٹیٹمنٹ دینی ہے، میں اس کو لے دوں گا بھائی، میں جانوں وہ جانے، بس میں اپنا ایک گارنٹر دوں گا. ہمیں بیرون سے غرض ہے، ہم نے پیڑ نہیں گننے. گارنٹر دوں گا، لیکن ایک گارنٹر آپ بھی دو گے. کس بات کا؟ آپ گارنٹر دو گے کہ اگر میں نے آپ کے علماء جو نتھو پتو خیرے نہیں نام والے علماء، اگر میں نے ان کے زیادہ والے آپ کو دے دیے تو آپ اپنی غلطی کی معافی مانگو گے. کس غلطی کی؟ یہ جو غلطی کی ہے کہ ہمارے علماء نے نہیں مانا کہ اس صدی میں امام مہدی کا ظہور آنا، اس کی غلطی کی بات ہے کہ وہ پروو ہو جائے گا. نہ پروف نہیں ہو جائے گا، میرا دماغ خراب ہے. غلطی مانو گے کہ ہم سے غلطی ہوئی ہے. ہاں میں یہ کہہ رہا ہوں کہ موقف آپ کا درست، ہمارا غلط ثابت ہو جائے گا. یہ تو آپ ہوگا، لیکن آپ بولو کہ ہم سے غلطی ہوئی تھی بھائی، اس معاملے میں ہم میں بول دوں گا. ہاں یہ گارنٹی آپ نے ایک اپنا گارنٹر دینا ہے جو یہ بات آپ کی گارنٹی دے گا. بھائی ملک صاحب، زبان کی گارنٹی کیا ہوتی ہے؟ ساڑھی زبان دی کوئی نہیں، تو خانقاہ میں جو پیدا ہو گیا ہے. میری بات تو سن، میں ابھی لکھ کر دے دیتا ہوں. میں بھی لکھ کر دے دیتا ہوں، میں بھی لکھ کر سینڈ کر دیتا ہوں. سن تو لینا، میں نے صرف دینا ہے کال، آپ نے دینے ہیں پیسے. پیسے دینے نہیں ہیں، دینے ایسے نہیں ہیں. اگر آپ نے ثابت کیا، ہاں وہی تو کہہ رہے ہیں پہلے ہی نا میں نے بڑھا دیو دیندار دینے ہیں، کتوں دینے ہیں. میرا کہنے کا مطلب ہے کہ جس نے پیسے دینے ہیں اس کی تو پھر دینے ہیں، کس نے دینے ہیں؟ دماغ خراب ہے، یعنی دینے ہیں ہی نہیں. وہ اگر میں ہاروں گا تو دینے ہیں نا، پہلے کیا دینے نا آپ نے ہار تو جانا ہے آپ نے، کیونکہ آپ کے پاس بڑے ہار تو جانا ہے. آہو تواڈے کول جڑیاں کہانیاں نے نا، بندہ کیڑا تواڈے کول؟ او میں کہہ رہا ہوں خدا کی قسم میں اتنے حوالے دوں گا کہ تسے مر جانا. ملک صاحب تساں اوتھے چکوال چ سنی ہونی کوئی گل کسے گلی محلے دے مولوی کولوں. علماء نے کتابوں میں یہ لکھا ہو. وہ آپ کا ڈاکٹر علامہ طاہر القادری صدی کے سر پہ وہ ٹائم بنتا تھا جو محمد صلی اللہ علیہ وسلم نے کیا تھا. وہ ڈاکٹر علامہ طاہر القادری وڈا ہے، ڈاکٹر علامہ طاہر القادری وڈا ہے. بھائی میں دیکھ لوں گا طاہر القادری، اگر طاہر القادری پاری فکس کر دیں تو پھر فیصلہ کر لیں طاہر القادری پاری. بات لاک کرنا. ایک جو آگے انہوں نے کیا کہا ہے، کسی کو ماننا، مرزا صاحب کو ماننے کی بات نہیں ہے. انہوں نے تو صرف 1000 کے بعد 13ویں صدی کے سر پر وہ ٹائم بنتا تھا جو آقا محمد صلی اللہ علیہ وسلم نے امام مہدی کے آنے کا ٹائم دیا تھا. یہ آپ کے ڈاکٹر علامہ طاہر القادری صاحب کی تحریرات. طاہر القادری صاحب نے یہ کہا ہے کہ 1000. عامر بھائی بات سنیں، یہ باتیں ہوگی جب دلیل پیش کی جائے گی. کس نے کیا کہا ہے؟
हाँ जब इन्होंने दलील 60 पेश और करेंगे तब जंग देखेंगे अल्लामा साहब ने क्या लाख कर दियो, लाख कर दियो। गुफ्तगू खत्म करें, ये वहां पेश होनी है। जामन ले आओ मलक साहब, जामन ले आओ, गुफ्तगू लाख हो गया थे। आमिर भाई बस टप देना, आमिर भाई बस बात इतनी पे खत्म और लॉक करें, और जैसे जिया भाई कहते तो हैं आ उनकी जाओ, गैर लोग मौजूदगी में वापस आ लॉक जाओ, करो। कहे सारे ही थोड़े चीफ हो ना, सारे ही हमें सब बलातुल हराम की तरफ आ जाओ। नहीं मुफ्ती साहब नहीं हुन बस गल आना है। मैं आका मोहम्मद नहीं, मलक साहब, आ जाना मलक कि साहब, एक जमाना आएगा मेरी मलक उम्मत साहब, जलमा सूअर कुत्ते मलक खंजीर साहब ना बच्चे करो तो ना। बदतर होंगे। मलक साहब ऐसा इसीलिए तो हम हकीम नूरुद्दीन को ना चुप करो मौलवी। ओ यार मौलवी नईम साहब चुप, नहीं भाई चुप कर जाओ यार, एक मिनट वास्ते रुक जाओ। मैं म्यूट कर देंगे जेड़ा बोले या थले ला दें। गल ये है हुन साडे दरमियान एक बड़ी सोहनी गल तय 200 पा साल गई। पहले मेरे आका मोहम्मद सल्लल्लाहु मलक साहब अलैहि चुप वसल्लम कर जाओ, मैं उन्होंने चुप कराता उन्होंने म्यूट करदा, तो मैं म्यूट करना। सुभान अल्लाह। कोई बंदा हुन माइक ना पुटिया जे जिन्हें पुटिया ए सब दे सामने ओनू मैं थले ला देना। गल ये है हुन गल एक खुश उसलूबी नाल तय पा गई है। आज शाम नू मलक साहब ने गारंटेड देना है। जिस बंदे ने मलक साहब दे लाख यूएई दिरहम दी गारंटी देनी है, ओदे बाद इन्हां कोल सबूत हवे तैरुल कादरी दा, इन्हां कोल सबूत हवे नवाब सदीक हसन भोपाली दा, इन्हां कोल सबूत हवे जनाब मोहम्मद हुसैन बटालवी दा, पीर मेहर अली शाह दा, किसे बंदे दा सबूत हवे। ਇਹ ਲੈਵਣ ਇਹਨਾਂ ਨੇ ਆਖਿਆ ਮੈਂ 60 ਉਲਮਾ ਸੋਚ ਹੂੰ, ਉਹ ਸਾਬਤ ਕਰਾਂਗਾ ਕਿ 60 ਉਲਮਾ ਇਹ ਕਹਿੰਦੇ ਹੋਣਗੇ ਕਿ 14ਵੀਂ ਸਦੀ ਚ ਨਿਆਮਣਾ। ਬਹੁਤ ਅੱਛੀ ਗੱਲ ਹੈ, अगर गल दुरुस्त साबित होगी मैं सब के सामने लाले लान साहब आमिर साहब, दजल और बेईमानी अल्फाजों की जंग से हर मरतबा ना किया करो। मैंने ये कहा है, आपने कहा 50, मैंने कहा आपने 50 किए तो मैं 51 पेश करूं, आपने 51 किए मैं 52 आपसे ज्यादा पेश करूं। ये बात है, फसाते हर जगह अल्फाजों की जंग से मुकाबला करके जीतने की नाकाम कोशिश करते हो आप। आपसे ज्यादा जितने उलमा आप बयान करोगे, जितने उलमा आप बयान करोगे उससे ज्यादा का मैं सबूत देखूंगा कि उनका ईमान था कि 14वीं सदी में मेहदी का ज़हूर होगा। आपके पास कितने हैं वैसे लगभग अंदाजे से? मैं कह रहा हूँ छोड़ दे, एक भी नहीं है, आप छोड़ दो उसको। 10-15 तो ले ही आएंगे ना। और मैं एक आना दो आना, मैं आपसे ज्यादा का लेके नत्थू पत्तू मौलवी ना ले आना अपनी मस्जिद देख कर उठ के मेरे शमसुद्दीन साहब मेरे महले दी मस्जिद थी मौलवी ने किया सी। ऐसा मौलवी पाकिस्तान जानता हो, पाकिस्तानी लोग जानते हो। ये तो मेरा ख्याल है कि तुसा दरमियाल दा कोई बंदा गली महल दा फाड़ मैं ले आऊंगा, मेरी फिक्र ना करो, मैं दरमियाल दा लेके आया या फैसलाबाद का लेके आऊंगा, मैं बताऊंगा। और मैं तो आपके डॉक्टर अल्लामा तैरुल कादरी साहब का बात वो तो 10 पे बारी है। आमिर नजीर साहब डॉक्टर अल्लामा तैरुल कादरी से बड़े होंगे, ये मुफ्ती साहब उनसे बड़े हैं। वो कह रहे हैं कि 13वीं सदी के आखिर में मलक साहब बनता था जो मोहम्मद सल्लल्लाहु अलैहि वसल्लम ने इमाम मेहदी के मलक साहब ए दलीलां पे आंदा जी तू गुफ्तगू लाख करती है, ਤੁਸੀਂ ਸਿਰਫ ਤੈਰੁਲ ਕਾਦਰੀ ਤੇ ਹੀ ਗੱਲ ਕਰ। ਤੁਸੀਂ ਖੁਦ ਛੇੜਦੇ ਹੋ ਕਿ ਮਸਜਿਦ ਤੋਂ ਲੈ ਆਏਗਾ ਤੇ ਉੱਥੋਂ ਲੈ ਆਏਗਾ, ਤਾਂ ਫਿਰ ਮੈਂ ਨਹੀਂ ਦੱਸਣਾ ਮੈਂ ਕਿੱਥੋਂ ਲੈ ਕੇ ਆਉਂਗਾ। ਹੁਣ ਹੋ ਗਏ ਨੇ ਯੂਰਪੀਅਨ ਵਕਤ ਦੇ ਮੁਤਾਬਕ 3:45 ਵਜੇ ਸੈਣੀ ਸਾਹਿਬ ਦੀ ਬਰਾੜ ਤੇ ਜਾਮਨ ਲੈ ਕੇ ਆ ਜਾਓਗੇ, ਫਿਰ ਉੱਥੇ ਗੁਫ਼ਤਗੂ। नहीं हुसैनी भाई की बराड़ नहीं, मैं अपनी उधर और निजाम होता है, मैं अपनी बराड़ लगाऊंगा, आप उधर आ जाना। ਨਹੀਂ ਮੈਂ ਉੱਥੇ ਗੱਲ ਕਰਨੀ WhatsApp पे फिर फोन पे कर, मैं ਹੁਣ ਵੇਖਿਆ ਮੈਸੇਜ ਉਹਨਾਂ ਦਾ ਆਇਆ ਹੈ सिद्दको किज़ब मिर्जा पे बात जब आपकी बात वहां पर खत्म हो जाएगी फिर आप मेरे पास आ जाना सीधा, मैं आपको इधर ਜਿਹੜਾ ਜ਼ਾਮਨ ਹੋਏਗਾ ਉਹ ਮੈਨੂੰ ਆਪ ਨਹੀਂ ਰਾਬਤਾ ਕਰ ਸਕਦਾ, ਮੈਂ ਜ਼ਾਮਨ ਮਲਕ ਸਾਹਿਬ। ਉਹ ਤੁਹਾਡੇ ਨਾਲ ਰਾਬਤੇ ਦੀ ਕੀ ਲੋੜ ਹੈ ਕਿ ਆਮੇ ਸਾਨੂੰ ਫੋਨ ਕਰੇ, ਮੈਂ ਜ਼ਾਮਨ ਹਾਂ ਜੀ। ਜ਼ਮਾਨਤ ਉਹਨੇ ਮੈਨੂੰ ਦੇਣੀ, ਕਿਹਨੂੰ ਦੇਣੀ ਸੀ? ਉਹ ਜ਼ਮਾਨਤ ਇੱਥੇ ਆ ਕੇ ਮੇਰੇ ਸਾਹਮਣੇ ਦੇਗਾ ਜੀ ਮਲਕ ਸਾਹਿਬ ਦੇ ਜਿਹੜੇ ਪੈਸੇ ਨਾਲ ਦੇ ਜ਼ਿੰਮੇਦਾਰ ਆ, ਅਗਰ ਤੁਸੀਂ ਇਹ ਚੀਜ਼ ਸਾਬਤ ਕਰ ਦਿੱਤੀ ਤਾਂ ਮਲਕ ਪੈਸੇ ਦੇਗਾ ਹੀ, ਉਹਨੇ ਕਿਹੜਾ ਹੋਰ ਕੀ ਕਰਨਾ। ਉਹ ਠੀਕ ਹੈ ਦੇਗਾ ਤੇ ਐਸੇ ਤਰ੍ਹਾਂ ਹੀ, ਪਰ ਉਹ ਬੰਦਾ ਐਸਾ ਹੀ ਹੋਣਾ ਚਾਹੀਦਾ ਜਿਹਦਾ ਮੈਨੂੰ ਵੀ ਜ਼ਮਾਨਤ ਕਬੂਲ ਹੋਵੇ। और मैं ऐसा कैसा बंदा किथों आना ਜਿਹੜਾ ਸਵਾਨ ਕਾਬਲੇ ਕਬੂਲ ਤੁਸੀਂ ਦੁਬਈ ਤੋਂ ਕੋਈ ਬੰਦਾ ਲੈ ਜਿਹਨੂੰ ਮੈਂ ਜਾਣਦਾ ਹੀ ਨਾ ਹਾਂ, ਤੁਸੀਂ ਆਪਣਾ ਨਹੀਂ ਟਿਕ ਟਾਕ ਦਾ ਬੰਦਾ, ਟਿਕ ਟਾਕ ਦਾ ਹੀ ਬੰਦਾ ਲਿਆਵਾਂਗਾ ਨਾ। ਸੈਣੀ ਸਾਹਿਬ ਨੂੰ ਲੈ ਆਵੋ। सैनी भाई ਨੂੰ मैं ਕਿੱਥੇ, बुरी बात है ना, देखो ये खामख ऐसी बात नहीं है। ਜੇ ਸੈਣੀ ਸਾਹਿਬ ਜ਼ਮਾਨਤ ਦੇ ਦੇਣ ਤੇ ਮੈਂ ਆਪਣੇ ਮੁਸਲਮਾਨ ਭਰਾਵਾਂ ਨੂੰ ਸਮਝਾ ਲਾਂਗਾ, ਮੈਂ ਮੁਤਮਿਨ ਹਾਂ ਉਹਨਾਂ ਤੇ। नहीं ऐसे जरूरी नहीं है कि आप जिस पर मुतमईन हो मैं आपको कहूँ, नहीं ऐसा नहीं है। सैनी भाई मेरा कहने का मकसद बंदा नहीं, मेरे जो बंदा मेरे नजदीक है, मेरी जिम्मेदारी वही उठा सकता है ना, गैर तो कोई नहीं उठाएगा। वो ਤੁਹਾਡੇ ਨਜ਼ਦੀਕ ਹੈ ਤੇ ਸਾਡੇ ਵੀ ਨਜ਼ਦੀਕ ਹੀ ਹੋਣਾ ਚਾਹੀਦਾ ਨਾ। ए नवा कट्टा खोले मेरे नजदीक जी, किसने आपको बताया जो मेरे नजदीक है वो आपके नजदीक? हमारी तो मुखालफत है, आप मुस्लिम लीग के हो, मैं मलक साहब PTI और मुस्लिम लीग दोनों कैसे?
ਤੁਸੀਂ ਮੈਨੂੰ ਸਲੀਮ ਮੀਰ ਦੀ ਜ਼ਮਾਨਤ ਦਿਓ, ਇਮਰਾਨ ਕਾਲੂ ਦੀ ਜ਼ਮਾਨਤ ਦਿਓਗੇ ਤੇ ਉਹ ਮੈਂ ਕਰ ਲਾਂਗਾ ਕਬੂਲ। ओ यार तो मैं किसकी दूं? मैं ਅੱਲਾਹ ਦੇ आपके ਬੰਦਿਓ, किसी की थोड़ी ਇਹਨਾਂ मैं ਸਾਰਿਆਂ आपको ਮਰਜ਼ਾਈਆਂ ਨਾਲ मलक ਮਲਕ ਸਾਹਿਬ कैसर की जमानत दूं, मलक मलक इमरान की जमानत दूं? ਮੇਰੀ ਸੁਣੋ, दिमाग खराब है तुम्हारा? ਇਹਨਾਂ ਮਰਜ਼ਾਈਆਂ ਟਿਕਟਾਕ ਦੇ ਮਰਜ਼ਾਈਆਂ ਦੀ ਜ਼ਮਾਨਤ ਦੇਣੀ ਤੇ ਉਹਨਾਂ ਨਾਲ ਮੈਨੂੰ ਤੁਸੀਂ ਕਬੂਲ ਹੋ, ਤੁਹਾਡੀ ਜ਼ਮਾਨਤ ਹੀ ਕਾਫੀ ਹੈ। तो फिर अब तो आपकी मर्जी है, मेरी कबूल है, तो मैं ਮੇਰਾ ਕਹਿਣ ਦਾ आपको ਮਕਸਦ ਹੈ ਨਾ ਮਰਜ਼ਾਈਆਂ ਦੇ ਜਿਹੜੇ ਮਰਜ਼ਾਈਆਂ ਦਾ मैं ਤੁਸੀਂ मेरी ਨਾਲ बात ਲੈ रिकॉर्ड कर लो। मैं ऐसे नहीं करूंगा, मैं मुझे अंदर खुदा का खौफ है। मैं 4 बंदे न्यूट्रल बिठाऊंगा, वहां पर आप आना, आप अपने हवाला जात, एक तहरीरात लिखी जाएगी आपके मौलवी का नाम, और मौलवी कोई ऐसा नहीं होना चाहिए महल्ले का मौलवी, ऐसा हो जड़ा हाई लेवल का, जिसको नाम लोगों ने सुना हुआ हो कि हाँ ये बंदा गुजरा है या होता था, वो उसकी बात होगी, वो बात की जाएगी, हवाले लिखे जाएंगे, किताब का नाम करेंगे। पहले जमानत तो दियो ना किसी बंदे दी जेड़ा वो यार जमानत हुण पता नहीं तुसी जमानत ही मैंने हराना है, मैं लगदा ही है ओहो जमानत नहीं है, हार गया मलक साहब, ਤੁਹਾਡਾ ਮੈਨੂੰ ਅਲਫਾਜ਼ਾਂ ਦੀ ਜੰਗ ਦਾ ਪਤਾ ਹੈ, ਤੁਸੀਂ ਨਿਕਲੋਗੇ ਕਿਸੇ ਨਾ ਕਿਸੇ ਕੋਈ ਨਾ ਕੋਈ ਇਹ ਜੀ ਗੱਲ ਉਠਾ ਕੇ ਮਲਕ ਸਾਹਿਬ ਬਹਾਨਾ ਬਣਾ ਕੇ ਤੁਸੀਂ ਨਿਕਲੋਗੇ ਗੱਲ ਚੋਂ। ਮਲਕ ਸਾਹਿਬ ਮੇਰੀ ਗੱਲ ਸੁਣੋ ਨਾ, ਮੈਂ ਜਿਹੜੇ ਬੰਦੇ ਦੀ ਜ਼ਮਾਨਤ ਦਿੱਤੀ ਏ ਉਸ ਬੰਦੇ ਦੇ ਕੋਲ ਪੈਸੇ ਜਮ੍ਹਾਂ ਕਰਵਾਉਣ ਉਹ ਵਾਸਤੇ ਯਾਰ ਤੁਸੀਂ ਕੀ ਕੀਤਾ ਹੈ? ਮੈਂ ਜ਼ਿੰਮੇਦਾਰ ਹਾਂ कि आमिन मेरे से हुज्जत है, मेरा रसूल नबी है, मैं अमल की सुन्नत करनी है, मैं अमल की सुन्नत करनी है। मैंने ਅਸੂਲੀ ਗੱਲ ਤੇ ਸੁਣ ਲਓ ਕਿ ਜਿਹੜੇ ਬੰਦੇ ਦੀ ਅਗਲਿਆਂ ਨੇ ਕਿਹਾ ਕਿ ਇਹ ਬੰਦਾ ਸਾਨੂੰ ਜ਼ਮਾਨਤ ਦੇਵੇ, ਉਸੇ ਬੰਦੇ ਨੂੰ ਮੈਂ ਪੇਸ਼ ਕੀਤਾ ਹੈ। वो खुदा के बंदे, मुझे जो बंदा आप कहते हो मैं उसको कहता हूँ, वो कहता है नहीं मौलवी साहब सॉरी, तो मैं हूँ उसे सिर पाड़ांगा, ਉਹਦੇ ਅਕਾਊਂਟ 'ਚ ਪੈਸੇ ਜਮ੍ਹਾਂ ਕਰਾਉਣ ਨੂੰ ਯਕੀਨ मेरा दिमाग खराब है भैन चोद लख दम दिल चाहे और तो वही खा जाए भैन चो 78 लाख रुपया बनता पर मैं अकाउंट जमा करा। पहली गल भेजन आने ते कढ़ाण ते मंगाण ते एक कम अज कम भी लाख 1.5 लाख रुपया पाकिस्तानी ये हो जाता है, खर्चा हो जाता है। ये गवर्नमेंट है, इधर कानून है, वैट टैक्स लगते हैं, पैसे भेजने में, निकालने में, मंगाने में, सब में टैक्स है। ਮੇਰੀ ਗੱਲ ਸੁਣੋ, ਤੁਹਾਡੇ ਕੋਲੇ ਜ਼ਮਾਨਤ ਕੋਈ ਨਹੀਂ ਤੇ ਮੇਰੇ ਖਿਆਲ ਤੁਸੀਂ ਰਜੂ ਹੀ ਕਰ ਲਓ। ये कि मैं पहले ही पता सी इन्होंने दौड़ना है, मैं सोचा थोड़ी देर पहले की इन्होंने जंग अल्फाज़ां दी जंग करके दौड़ना है, और दौड़े देने, और दौड़े देने, और नस्ब देने। ਗੱਲ ਸੁਣੋ सैनी साहब नहीं कबूल लफ्ज़ां नाल तुसी आमद सुनो सही सुनो ते सही मैं कहना लफ्ज़ां नाल ते किसी ਨੂੰ ਮਲਕ ਸਾਹਿਬ ਗੱਲ ਤੇ ਕਰ ਲੈਂਦੋ ਇਹ ਜਿਹੜੀ ਸਿਸਟਰ ਨੇ ਇੱਥੇ ਹਵਾਲਾ ਮੰਗਿਆ ਨਾ 14ਵੀਂ ਸਦੀ ਦੀ ਦੇਸ਼ ਦਾ, ਇਹ ਜ਼ਮਾਨਤ ਦੇ ਦੇਵੇ ਤਾਂ ਮੈਨੂੰ ਕਬੂਲ ਹੈ। ਉਹ ਮੇਰੇ ਦਿਮਾਗ ਖਰਾਬ है, वो औरत मुझे जानती नहीं है, मेरी जमानत कैसे जमात अहमदिया ना तल्लक है, जमात अहमदिया मेरी जिम्मेदार है कोई, या मैं उसका जिम्मेदार है? वो खातून मुझे बोले जमानत है, मैं नहीं दूंगा, मैं दिमाग खराब है मैं दूंगा? ये कोई तुम्हारी तरह थोड़ी है बात के जबान अल्फाज लड़ा के चला के जो जमानत देगा वो उसको देने पड़ते हैं। हाँ जाहिर जिन्हें जमानत देनी है भाईजान मैं आपको टिक टाक का आदमी दूंगा, ये मैं आपको कह सकता हूँ। टिक टाक तो 101 बंदे ने, लेकिन सारे मैं अब कैसे लाऊं, कहाँ से पैदा करूं? मैं कहना मरजाई तो सानू कबूल नहीं ना है ना, हुण मज़ही कबूल नहीं, हुण मैं सुन्नी मज़ही आपको कबूल नहीं है, सुन्नी मुझे कबूल है कि वो मेरी जमानत दे, मैं उसकी जमानत लूंगा, मैं किन्नू दिता पानी पा के मैं डूब मरांगा। मैं किथे दा बंदा दिता सी जमानत, मैं किथे दा यार वो मेरे लिए कोई अमन नजीर की सुन्नत है, मेरे से तू नबी रसूल है यार, असूली गल है कि मेरी गल सुनो ना। ओ भाई मेरे लिए आप कोई हुज्जत नहीं हो, आप जो मर्जी करो, मैंने जो फॉलो करो, मैं नहीं कह रहा तुसी मैनू फॉलो करो, मैं कह रहा ਇਹ ਗੱਲ ਅਸੂਲੀ ਤੌਰ ਤੇ ਦਰੁਸਤ ਹੈ ਕਿ ਜਦੋਂ ਕਿਸੇ ਨੂੰ ਜ਼ਮਾਨਤ ਦੇਣੀ ਹੋਵੇ ਤੇ ਉਹ ਜ਼ਮਾਨਤ ਹੁੰਦੀ ਜਿਹੜੀ ਅਗਲੇ ਨੂੰ ਕਬੂਲ ਹੋਵੇ। वो जमानत है किस चीज की? मैं कोई पैसे लेके दौड़ा हुआ हूँ आपका? हाँ भाई जमानत दे दो, जमानत दे दो, खुदा के बंदे ये इनामी रकम है, और इनाम जब आपने जीतना है 4 बंदे बिठाओ, उधर बिठा के जब जीतोगे वो कहेंगे हाँ 4 बंदे कहेंगे, मैं नहीं, मैं ऐसा इंसान नहीं हूँ कि मैं कहूँगा, क्योंकि मेरी जेब से तो पैसे जाने, मैं तो जीत भी जाओगे मैं इनकार कर दूंगा। मलक साहब एक कप टेबल उते पहले पे होने ते मैच बाद विच हां कप पहले रखेगा मैच एक मिनट खलो जो मलक साहब ਤੁਸੀਂ ਜਿਹੜੇ ਪਿੰਡ ਜੰਮੇ ਹੋ ਪਲੇ ਹੋ ਦਰਮਿਆਲ ਪਿੰਡ ਜੋ ਮੁਸਲਮਾਨ ਕੋ ਤੁਹਾਡਾ ਜ਼ਮਾਨਤ ਦੇਗਾ? देखो ना दरमियाल विच मैं पैदा होया, मैं आखिरी जिंदगी दे 3-4 साल दरमियाल रहा, मैं कराची पैदा होया, कराची मेरा घर है, उत्थे जम्मिया पलिया, आण जान साडा रहा पिंड कराची। कराची दे 100 बंदे नूं कह दिओ ते मैं जमानत दिवा देना।
ਉਹਨਾਂ ਨੂੰ ਤੁਸੀਂ ਜਾਣਦੇ ਨਹੀਂ ਨਾ। ਦਰਮਿਆਲ ਦੇ ਕਿਹੜੇ ਨੂੰ ਜਾਣਦੇ ਹੋ ਜੀ? ਤੁਸੀਂ ਚਲੋ ਦਰਮਿਆਲ ਦੇ ਕਿਸੇ ਬੰਦੇ ਦਾ ਨਾਂ ਲੈ ਲਿਓ, ਮੈਂ ਉਸ ਕੋਲ ਜ਼ਮਾਨਤ ਦਿਵਾ ਦਾਂਗਾ। ਦਰਮਿਆਲ ਤੇ ਮਲਕ ਕੈਸਰ ਦਾ ਮਾਮੂ ਹੁੰਦਾ ਨਾ, ਉਹਨਾਂ ਦਾ ਰਿਸ਼ਤੇਦਾਰ ਹੈ ਨੇ ਉੱਥੇ। ਕਿਹੜਾ ਮਲਕ ਕੈਸਰ? ਅਮਰੀਕਾ ਵਾਲਾ। ਇਹਦੇ ਕਿਹੜਾ ਮਾਮੂ ਦਰਮਿਆਲ ਵਿੱਚ ਹੁੰਦਾ? ਐਵੇਂ ਯਾਰੀਆਂ ਮਾਰਦਾ। ਇਹਨਾਂ ਦੇ ਮਾਮੂ ਉੱਥੇ ਨਾਲ ਵਾਲੇ ਪਤਾ ਨਹੀਂ ਪਿੰਡ ਹੁੰਦੇ ਨੇ, ਬੰਦਾ ਦਰਮਿਆਲ ਦੇ ਜਾਣਦੇ ਨੇ, 120 ਬੰਦੇ ਨੂੰ ਜਾਣਦੇ ਨੇ। ਉਹ ਕਿਸੇ ਦਾ ਨਾਂ ਦੱਸੋ, ਮੈਂ ਜ਼ਮਾਨਤ ਦਿਵਾ ਦਾਂਗਾ। ਮੈਂ ਉੱਠ ਕੇ ਤੇ ਮੈਂ ਦੇਖੋ ਮਲਕ ਸਾਹਿਬ ਨੀਚੇ ਬੈਠੇ ਨੇ, ਮਲਕ ਕੈਸਰ ਸਾਹਿਬ ਨੀਚੇ ਬੈਠੇ ਨੇ, ਜੇ ਚਾਹੀਦਾ ਗੱਲ ਸੁਣ ਲਓ। और नीचे ऊपर बैठे है, गल सुन लो। जेड़ा जब मेरा मुखालिफ ना होए अहमदी जमात की वजह से, क्योंकि मैं देख लो मेरी थोड़े नाल कितनी लड़ाइयां झगड़े, जिले मैं उत्थे रहा ना पिंड, ते मेरे अगे कोई थोड़े यार हलदा नहीं सी। मैं इत्थे नहीं निकलदा सिर्फ गल्लां, रब्बे इज्जत दी पाकीज़गी दी कसम सेम इस गल्लां मैं अपने पिंड करदा, लेकिन अल्लाह ताला दा शुक्र है जो भी सुनो जाती। देखो मेरी जिस नाल मुखालफत है वो ते मेरी जमानत नहीं देगा। उस तो बाद तुसी सुनिए दा भी किसी दा नाम लै को जेड़ा मैं जानदा है, मेरे उसने सिर्फ सलाम अलैकुम ओ मेरी मलक साहब जमानत। ਤੁਸੀਂ ਪਿਛਲੇ ਸਾਲ 2018 ਦੀ ਲੜਾਈ ਵਾਲੀ ਗੱਲ ਮੈਨੂੰ ਕਿਸੇ ਮੁਸਲਮਾਨ ਦੀ ਫੋਨ ਤੇ ਸੁਣਾਈ ਸੀ, ਯਾਦ ਜੇ ਭੁੱਲ ਗਏ ਹੋ? ਉਹ ਮੇਰਾ ਫੁੱਫੀ ਦਾ ਪੁੱਤਰ ਹੈ, ਸੱਕੀ ਫੁੱਫੀ ਦਾ ਪੁੱਤਰ ਹੈ। ਤੁਸੀਂ ਆਖਿਆ ਸੀ ਕਿ ਉਹ ਮੁਸਲਮਾਨ ਹੈ। ਬਿਲਕੁਲ मेरे पूरा खानदान, सारे फुफिया चाचे मामे सारे कई बंदे ने बंदे तो लग जाते हैं। मुसलमान ना क्या करो, सरकारी मुसलमान जी। नहीं मरजाई तो नहीं सी ना? सरकारी मुसलमान सी, सरकारी ਮਰਜ਼ਾਈ ਨਹੀਂ ਸੀ, ਮੁਸਲਮਾਨ ਸੀ ਨਾ। ਸਰਕਾਰੀ ਮੁਸਲਮਾਨ ਸੀ। ਹੁਣ ਗੱਲ ਇਹ ਹੈ ਕਿ ਤੁਸੀਂ ਉਹ ਬੰਦਾ ਉਹਨੂੰ ਕਹੋ ਬਈ ਆਪਣੇ ਪਿੰਡੋਂ ਕੋਈ ਜ਼ਾਮਨ ਦਿਓ, ਤੁਸੀਂ ਜਿਹਨੂੰ ਅਸੀਂ ਵੀ ਜਾਣਦੇ ਹੋ। ਉਹ ਉਸ ਬੰਦੇ ਦੀ ਜ਼ਮਾਨਤ ਸੁਣ ਕਾਬਲੇ ਕਬੂਲ ਹੈ? ਉਹਨੂੰ ਮੈਂ ਪਤਾ ਕਰ ਲੈਣਾ, ਉਹਦਾ ਪੁੱਛ ਲੈਣਾ। ਮੈਨੂੰ ਪਤਾ ਕਿ ਉਹਦਾ ਨਾਂ ਅਸਗਰ ਹੈ, ਇਹ ਚੇਅਰਮੈਨ ਮਲਕ ਸੂਬੇਦਾਰ ਮੁਹੰਮਦ ਯਾਕੂਬ ਦਾ ਮੁੰਡਾ ਹੈ। ਉਹ ਮੇਰੀ ਸੱਕੀ ਫੁੱਫੀ ਦਾ ਪੁੱਤਰ ਹੈ, ਉਹਦੀ ਜ਼ਮਾਨਤ ਚਾਹੀਦੀ ਹੈ, ਮੈਂ ਦਿਵਾ ਦੇਣਾ। ਹੋਰ ਕਿਸੇ ਬੰਦੇ ਦਾ ਨਾਲ ਜਿਸਦੀ ਮੇਰੇ ਨਾਲ ਸਲਾਮ ਅਲੈਕੁਮ ਹੈ, ਜਿਸਦੀ ਅਹਿਮਦੀਅਤ ਦੀ ਵਜ੍ਹਾ ਤੋਂ ਮੇਰੇ ਨਾਲ ਮੁਖਾਲਫਤ ਹੈ ਜਾਂ ਬੋਲ ਚਾਲ ਨਹੀਂ ਹੈ, ਅੱਧਾ ਪਿੰਡ ਮੇਰੇ ਨਾਲ ਬੋਲਦਾ ਨਹੀਂ ਹੈ, ਹੁਣ ਉਹਨੂੰ ਕਹੋ ਕਿ ਮੇਰੇ ਉਸ ਕੋਲੋਂ ਜ਼ਮਾਨਤ ਹੈ, ਉਸ ਕੋਲ ਮੈਂ ਮੁਖਾਲਫ ਦੀ ਨਹੀਂ ਗੱਲ ਕਰ ਰਿਹਾ। ਮੈਂ ਕਹਿ ਰਿਹਾ ਅਮਰ ਭਾਈ ਗੱਲ ਇੰਦੇ ਨਾ, ਅਮਰ ਭਾਈ ਗੱਲ ਇੰਦੇ ਕਿ ਜ਼ਮਾਨਤ ਉਸ ਬੰਦੇ ਦੀ ਹੋਣੀ ਚਾਹੀਦੀ, ਮਲਕ ਸਾਹਿਬ ਨਾ ਦੇਣ ਤਾਂ ਪੇ ਕਰਨ ਹਾਲ ਹੋਵੇ, ਉਸ ਪਰ ਇਸਤੀਕ ਮਾਲੀਅਤ ਹੋਣੀ ਚਾਹੀਦੀ ਹੈ। ਜ਼ਾਹਿਰ ਕੁੱਕਾ ਨਵੇਂ ਕੱਟੇ ਖੋਲਾਉਣ ਬੰਦਾ ਹੋਣਾ ਚਾਹੀਦਾ ਕਿ पहले मैं अपना तू अपने अकाउंट में 1 लाख यूई पा के दरम सानू भेज, फिर जमानत कबूल करन। वो खुदा दे तुसी ते मालिक बन बैठे हो कि 80 लाख रुपया जित गए। पहले सोचना है ना कि जमानतां देनियां पैणियां नो। मैंने की पता तुसी इतने जाहिल हो। मैं ते नामी रखे हुन कह रहा मुंशी कासिम है, आमिर भाई गल मुकाओ, आमिर भाई गल मुकाओ। मुंशी कासिम है पहले उसका जहर मानो। आमिर भाई गल मुला साहब ने हाथे बैत करके 300 रुपया रखा बैठा या ਜ਼ਮਾਨਤ ਪਹਲੇ ਜਹਿਰ ਮਾਨ। ਮੌਲੀ ਚੁੱਪ ਕਰ ਇੱਕ ਮਿੰਟ। ਕੀ ਹੋਇਆ? ਜਦੋਂ ਜ਼ਮਾਨਤ ਉਹ ਚੁੱਪ ਕਰੋ, ਛੱਡੋ। ਨਹੀਂ ਨਾ ਕਰਨ ਦਿਓ, ਕਰਨ ਦੇ ਅੱਗੇ ਆ ਪੁਰਾਣੀ ਗੱਲ ਕਰਦੇ ਨੇ। ਜਿਸ ਤਰ੍ਹਾਂ ਮੈਂ ਤੁਹਾਨੂੰ ਆਪਣੀ ਗੱਲ ਸੁਣਾਈ ਹੈ ਵੀ ਜਦੋਂ ਲੋਕੀ ਇਨਾਮ ਰੱਖਦੇ ਨੇ ਤੇ ਫਿਰ ਜਾਂ ਜ਼ਮਾਨਤ ਦਿੰਦੇ ਨੇ ਜਾਂ ਪੈਸੇ। ਪਹਿਲਾ ਇਨਾਮ ਹੈ ਦੁਨੀਆ ਦੀ ਹਿਸਟਰੀ ਕਹਿ ਰਿਹਾ, ਜਿਹੜਾ ਪਹਿਲਾ ਇਨਾਮ ਹੈ, ਜਿਹੜਾ ਇਨਾਮ ਜਿਹਨੂੰ ਅਗਰ ਉਹ ਕੰਮ ਕੀਤਾ ਮਿਲੇਗਾ, ਉਹ ਕਹਿੰਦਾ ਸਾਹਮਣੇ ਤਕਾ ਜ਼ਮਾਨਤ ਦੇ ਬੰਦੇ ਦੇ ਤਾਂ ਮੈਂ ਕਰਾਂਗਾ। ਉਹ ਮੁੰਸ਼ੀ ਕਾਸਮ ਪਾਗਲ ਹੈ, ਪਹਿਲਾਂ ਨਹੀਂ ਹੈ। ਉਹ ਮੁੰਸ਼ੀ ਕਾਸਮ ਤੇ ਫਤਵਾ ਲਾ ਰਿਹਾ ਜੇ 300 ਰੁਪਏ ਜਮਾ ਕਰਾਇਆ ਤਾਂ ਦਰਦਾ ਇਹ ਸਵਾਨ ਜਿਹੜੀਆਂ ਬਾਤ ਕਰਨ ਦਾ ਮਿਰਜ਼ਾਈ ਹੈ। ਦਰਦਾ ਤੁਹਾਡੇ ਪਿਓ ਦਾਦੇ ਸਵਾਨੂੰ ਤੁਹਾਡੀਆਂ ਔਲਾਦ ਨਸਲ ਜਾਣੀਆਂ, ਇਹ ਕਿਆਮਤ ਤੱਕ ਨੌਕਰੀਆਂ ਦੇ ਨਾਂ ਲੈਣੇ ਚੱਲਦੇ ਰਹਿਣੇ। ਮਲਕ ਸਾਹਿਬ ਚੁੱਪ ਕਰ ਜਾਓ। ਮੈਂ ਪਿਆਨਾ ਮਲਕ ਸਾਹਿਬ ਕਿ ਪਿਛਲੇ ਸਾਲ ਮੈਂ ਤੁਹਾਡੇ ਘਰੋਂ ਜ਼ਮਾਨਤ ਦਵਾਈ ਜਾਂ ਪੈਸੇ ਦਵਾਏ ਨੇ, ਇਸ ਸਾਲ ਵੀ ਤੁਹਾਡੇ ਘਰੋਂ ਜ਼ਮਾਨਤ ਦਵਾਈ ਜਾਂ ਪੈਸੇ ਦਵਾਏ ਨੇ। ਉਹ ਮੈਂ ਕਿਸੇ ਦਾ ਜ਼ਿੰਮੇਦਾਰ ਹਾਂ, ਮੇਰਾ ਕਿਹੜਾ ਘਰ? ਪਾਗਲ ਹੋ ਤੁਸੀਂ? ਤੁਸੀਂ ਆਂਦੇ ਹੋ ਨਾ ਕਿ ਬਈ ਇਹ ਪਹਿਲਾ ਇਨਾਮ ਹੈ ਜਿਹੜਾ ਰਾਮੇ ਸਾਹਿਬ ਨਾ ਮੇ ਦਿਮਾਗ, ਤੁਸੀਂ ਤੇ ਦਿਮਾਗ ਖਾਣ ਦੇ ਆਦੀ ਹੋ ਗਏ ਹੋ। ਮੇਰਾ ਨਾ ਦਿਮਾਗ ਖਾਓ। ਮੈਂ ਕਿਹਾ ਅਗਰ ਟਿਕਟਾਕ ਦੇ ਕੋਈ ਬੰਦਾ ਜ਼ਮਾਨਤੀ ਚਾਹੀਦਾ ਉਹ ਮੈਂ ਦੇ ਦਾਂਗਾ। ਮੇਰੇ ਪਿੰਡ ਦਾ ਉਹ ਜਿਹੜਾ ਬੰਦਾ ਮੈਂ ਕਿਹਾ ਤੇਰੀ ਗੱਲ ਕਰਾਈ ਤੁਸੀਂ ਨੇ ਆਪ ਕਿਹਾ ਉਹਦੀ ਜ਼ਮਾਨਤ ਚਾਹੀਦੀ, ਹੁਣ ਮੈਂ ਫੋਨ ਕਰਾ ਕੇ ਉਹਦੀ ਜ਼ਮਾਨਤ ਦਿਵਾ ਦੇਣ। ਹੋਰ ਸਾਡੇ ਪਿੰਡ ਦਾ ਜਿਹੜਾ ਬੰਦਾ ਕਹੋਗੇ, ਜਿਹੜਾ ਜਿਹਦੀ ਮੇਰੇ ਨਾਲ ਸਿਰਫ ਬੋਲ ਚਾਲ ਹੈ, ਜਿਹਦੇ ਨਾਲ ਮੇਰੀ ਬੋਲ ਚਾਲ ਨਹੀਂ ਹੈ, ਬੰਦ ਹੈ, ਉਸ ਦੀ ਜ਼ਮਾਨਤ ਤੇ ਮੇਰੀ ਤੇ ਨਹੀਂ ਦੇਗਾ। ਉਸ ਤੋਂ ਇਲਾਵਾ ਬੱਚੇ ਤੋਂ ਲੈ ਕੇ ਔਰਤ ਤੋਂ ਲੈ ਕੇ ਵੱਡੇ ਨਿੱਕੇ ਤੱਕ ਅਗਰ 100 ਬੰਦੇ ਦੀ ਕਹਿਣਾ ਤੇ ਮੈਂ ਰੱਬ ਦੀ ਕਸਮ ਅੱਜ ਹੀ 100 ਬੰਦੇ ਕੋਲੋਂ ਟੈਲੀਫੋਨ ਕਰਾਣਾ ਜਿਹੜਾ ਅਹਿਮਦੀ ਵੀ ਨਹੀਂ ਹੋਏਗਾ, ਫਨ ਕਾਲ ਕਰੇਗਾ ਕਿ ਅਸੀਂ ਦੀ ਜ਼ਮਾਨਤ ਦੇ। ਨਹੀਂ ਤੁਹਾਡੀ ਜ਼ਮਾਨਤ ਕੋਈ ਤੁਸੀਂ ਕਹਿੰਦੇ ਮਿਰਜ਼ਾ ਸਾਹਿਬ ਨੇ ਇਖਤਲਾਫ ਕੀਤਾ ਜਾ ਸਕਦਾ ਹੈ, ਪੱਪੂ ਆ ਗਿਆ ਕਹਿੰਦਾ ਨਹੀਂ ਇਖਤਲਾਫ ਕੀਤਾ ਜਾਏ, ਤੁਹਾਡੇ ਤੇ ਜ਼ਮਾਨਤ
ਮੇਰਾ ਖਿਆਲ ਹੈ ਜਮਾਤ ਆਪਣੇ ਤੁਹਾਡੇ ਹਾਲਾਤ ਖਰਾਬ ਨਹੀਂ ਚਲੋ ਤੁਸੀਂ ਨਵੇਂ ਖਾਤੇ ਵਾਲੇ ਪਾਸੇ ਨਾ ਗੱਲ ਲੈ ਜਾਓ, ਨਵੇਂ ਫਸਾਦ ਵਾਲੇ ਪਾਸੇ ਨਾ ਲੈ ਜਾਓ ਗੱਲ, ਜਿਹੜੀ ਗੱਲ ਹੋ ਰਹੀ है ਉੱਥੇ ही अस्सलाम वालेकुम रहमतुल्लाह जी। आमीन नज़ीर साहब, मलिक साहब का थोड़ा सा ब्लड प्रेशर का इशू है, आप उनको ना इस तरह किया करें ना, अच्छी बात नहीं है ये ना, यहाँ बुला के तमाशा लगाना। ये मिर्ज़ा साहब अलैहिस्सलाम की तालीमात नहीं है जो ये पेश करते हैं। बहरहाल फिर इनसे लाख इख्तिलाफात हो सकते हैं, लेकिन अगर ये मिर्ज़ा साहब की तालीमात नहीं है और ये यहाँ पेश करते हैं तो जमात मर गई या पीछे से नहीं चेक करती है? जनाब, कल मुझे इनकी एक बात बुरी लगी थी, इन्होंने कहा कि मिर्ज़ा साहब से इख्तिलाफ हो सकता है। मेरा मानना सिर्फ इतना है कि इस दुनिया में सिर्फ 2 अशख़ास हैं जिनसे इख्तिलाफ नहीं हो सकता, एक आन हज़रत सल्लल्लाहु अलैहि वसल्लम और दूसरा मिर्ज़ा साहब अलैहिस्सलाम। मिर्ज़ा साहब पर नबी करीम सल्लल्लाहु अलैहि वसल्लम पर मेरे माँ बाप कुर्बान हैं। वो भाई आपके माँ बाप तो पता नहीं पहले ही हो सकता है कुर्बान हो गया, लेकिन मसला ये है ना, अगर ये मलिक साहब ऐसी तालीम पेश कर रहे हैं जो मिर्ज़ा साहब की तालीम नहीं है, तो क्या जमात पीछे से चेक नहीं करती? यहाँ टिक टाक पर है। मेरी गल करन दे, गल कर ले मनु चाचा, तू पिछू आके तो बहुत ही फुर्ती ना वहाँ। आपसे पहले यहाँ पर एक सिस्टर है, आज जो मर्जी बात कर लो, आज मैंने इससे बात ही नहीं करनी है ना। मुतमिन हो जाओ, तुसी मुतमिन हो, तुसी ठंडे हो जाओ, तुसी म्यूट कर लो, सुनते रहो, मैंने म्यूट कर लो, जवाब नहीं देने, जो मर्जी तुसी म्यूट कर लो, तुसी ना जवाब मर्जी आप कर लो, मैंने जवाब गल करन दे, लड़ाई नहीं करनी मैंने, बिल्कुल भी। आज जो म्यूट कर लो, तुसी म्यूट कर लो। मैं कह रहा कि यहाँ पर एक सिस्टर ने यहाँ पर सिर्फ ब्राड लगाकर ये लोग चाहते हैं, सरकारी मुसलमान चाहते हैं यही हम दोनों के बीच में। मरज़ैया चुप कर, गल करने दे मैनू। मैं ये कह रहा हूँ, यहाँ पर टिक टाक से शिकायत की गई कि यहाँ पर एक सिस्टर है, उसका तल्लुक जमात अहमदिया से है, वो किताबें पढ़ती है मिर्ज़ा साहब की। मिर्ज़ा साहब की किताबें पढ़ना इतना बड़ा जुर्म साबित हुआ, उनका जमात से इखराज हो गया। पता है आपको? मिर्ज़ा साहब की किताबें पढ़ें तो इखराज होता है, मिर्ज़ा साहब से इख्तलाफ का ऐलान करें तो जमात सुम्म बुकमन हो जाती है, रज़ाई लेके ऊपर सो जाती है। ये क्या है जमात आपकी? आमीन नज़ीर साहब, ये मलिक साहब का अपना फहम है, ये जमात का तर्जुमान नहीं है। ये खुद भी मानेंगे ये बात कि जमात का तर्जुमान नहीं है। भाई आपकी जमात का यहाँ पर तर्जुमान है कौन? आप तर्जुमान हो? नहीं, मैंने तो कौन है तर्जुमान यहाँ पे? किससे पूछें, किससे वकील करें, किससे मुंसफी चाहें? मैं आपको बता रहा हूँ ना, मैं आपको अपना बता रहा हूँ, बेसिक है, कॉमन सेंस की बात है। मिर्ज़ा साहब कॉमन सेंस नहीं, कॉमन सेंस नहीं भाई, कॉमन सेंस नहीं किया जा सकता। आप वो बात बताएं जो सारी जमात अहमदिया कहे कि हाँ ये हमारा मौक़िफ़ है। कोई फिर हमारे बड़े मुरब्बी साहब ही आगे कोई बता सकते हैं। बाकी मेरा फहम यही है कि मिर्ज़ा साहब कोई मुरब्बी है आपका यहाँ पे टिकटॉक पे नहीं किया जा सकता। आप देख ले, होगा कोई ना कोई तो होगा ही। फुरकान भाई के पास चले जाएं, आप नादिर भाई के पास जाएं, फुरकान भाई के पास जाएं, वो आपको अच्छा गाइड करेंगे। आपको नादिर कौन है? आपकी तंबीर ला लेनी है। कौन? फुरकान भाई और आमिर, वो फुरकान भाई और नादिर भाई ने आपकी तंबीर ला लेनी है। तो कल कह रहा कि मलिक साहब दी जन्म कुंडली ओदे कोल है। आप क्या कैसी बातें करते हो यार? आपको छोड़ देना, मलिक साहब को बीच में नहीं लेकर आए। मलिक साहब से तो फिर उनके क्यों को आप इस्तेमाल करके तमाशा लगाते हैं। उनके पास कोई 30 लेटर है जमात का? एक मिनट और केड़े पास से टूट जाते हो यार। अच्छा रहील साहब, ये जो फुरकान साहब बुखारी की मुस्लिम की हदीस पर ब्राड लगाते हैं, ये जमात का ऑफिशियल मौक़िफ़ है? ये वो जमात का मौक़िफ़ माना जाएगा? आप उनको पेश कर रहे हैं जमात के मौक़िफ़ पर। चलो बात ये कर रहा था आमिर भाई, मैनू भी थोड़ा जिहा दस दिओ कि मेरी गल खत्म हो गई है कि अजे टुरनी है? ਤੁਹਾਡੀ ਗੱਲ ਤੇ ਵਿੱਚ ਫਸ ਗਈ ਸੀ ਨਾ, ਮਸ਼ੀਨ ਦੇ ਵਿੱਚ ਆ ਗਈ ਸੀ। ਆਮਿਰ ਭਾਈ ਉਹ ਤਾਂ ਚਲੇ ਗਏ ਨੇ, ਤੇ ਹੁਣ ਗੱਲ ਕੋਈ ਤੈਅ ਹੋ ਗਈ ਜਾਂ ਕੋਈ ਲੌਕ ਕੀਤੀ ਹੈ ਕਿਸੇ ਪਾਸੇ ਕਿ ਕੁਝ ਨਹੀਂ ਕੀਤਾ? ਨਹੀਂ, ਉਹ ਤੇ ਸ਼ਾਮੀ ਮਲਕ ਸਾਹਿਬ ਨੇ ਦੇਣਾ ਨਾ ਗਰੰਟਡ ਕੋਈ ਆਪਣਾ। ਠੀਕ ਹੈ, ਮਤਲਬ ਇਹ ਗੱਲ ਖਤਮ ਹੋ ਗਈ ਹੈ ਨਾ ਕਿ ਗਰੰਟਰ ਆਏਗਾ ਰਾਤ ਸ਼ਾਮੀ? ਹਾਂ ਠੀਕ ਹੈ, ਠੀਕ। ਹੁਣ ਦੇਖ ਲਓ ਨੀਚੇ। हाँ तो फिर अगे गल शुरू कर लीजिए ਉਹੀ ਗੱਲ ਨੂੰ ਅੱਗੇ। ਨਾਸਰ ਸਾਹਿਬ ਬੈਠੇ ਸਨ, ਗੱਲ 14ਵੀਂ ਦੀ ਇੱਥੋਂ ਸ਼ੁਰੂ ਹੋਈ ਸੀ ਤੇ ਉਹ ਫਿਰ ਨਿਕਲ ਗਏ ਜੇ ਲੱਗਦਾ ਹੈ। अस्सलाम वालेकुम रहमतुल्लाह। ਇਹਨਾਂ ਨੇ ਰੈਫਰ ਕੀਤੀ ਸੀ ਅੱਗੇ ਤੱਲਾ ਸਾਹਿਬ ਦੀ ਤਰਫ।
ਹੁਣ ਮਲਕ ਸਰ ਸਾਹਿਬ ਜੀ ਇੱਕ ਮਾਸੂਮ ਮੌਲਵੀ ਵੀ ਇੱਕ ਥੱਲੇ ਆਇਆ ਬੈਠਾ, ਮੈਨੂੰ ਥੋੜਾ ਜਿਹਾ ਮੁਖਤਸਰ ਜਿਹਾ 30 ਸਕਿੰਟਾਂ ਦਾ ਖੁਲਾਸਾ ਦੱਸ ਦਿਓ, ਅੱਧੀ ਗੱਲ ਤਾਂ ਮੈਨੂੰ ਸਮਝ ਆ ਗਈ। ਉਹ ਆਓ ਜੀ, ਸਲਾਮ ਤੁਹਾਨੂੰ, ਸਲਾਮ ਹੈ ਜ਼ਿਆਰ ਰਸੂਲ ਸਾਹਿਬ, ਕਿੱਥੇ ਹੈ ਜਨਾਬ ਕਿ ਉਹ ਮਰਜ਼ਈਆਂ ਨੂੰ ਅਸੀਂ ਕਾਫਰਾਂ ਨੂੰ ਸਲਾਮ ਨਹੀਂ ਲੈਂਦੇ ਜੀ। ਅਸੀਂ ਤਾਂ ਤੈਨੂੰ ਸਲਾਮ ਦਿੰਨੇ ਆ। ਨਾਸਰ ਸਾਹਿਬ ਨੇ ਇੱਕ ਹਦੀਸ ਪੇਸ਼ ਕੀਤੀ 14ਵੀਂ ਸਦੀ ਦੀ, ਤੇ ਉਹਦੇ ਉੱਤੇ ਮੈਂ ਨੱਪ ਲਿਆ ਇਹਨਾਂ ਨੂੰ, ਤੇ ਮੈਂ ਕਿਹਾ ਕਿ ਹਦੀਸ ਕੱਢ ਕੇ ਵਹਾ ਦਿਓ ਤੇ ਤੁਹਾਨੂੰ ਅਸੀਂ ਮੂੰਹ ਮੰਗਾ ਇਨਾਮ ਦਿਆਂਗੇ। ਉੱਥੋਂ ਕੰਮ ਟੁਰਿਆ ਤੇ ਜਨਾਬ ਉਹ ਮਿਰਜ਼ਾ ਕਾਦੀਆਨੀ ਸਾਹਿਬ ਤੱਕ ਪਹੁੰਚ ਗਿਆ। ਅਸੀਂ 4 ਹਦੀਸਾਂ ਮਿਰਜ਼ੇ ਸਾਹਿਬ ਦੀਆਂ ਪੇਸ਼ ਕਰ ਦਿੱਤੀਆਂ ਕਿ ਮਿਰਜ਼ਾ ਸਾਹਿਬ ਨੇ ਵੀ ਗੱਪਾਂ ਮਾਰੀਆਂ ਸਨ, ਤੇ ਉਹ ਫਿਰ ਜਨਾਬ ਗੱਲ ਇੱਥੇ ਤੱਕ ਪਹੁੰਚੀ कि मिर्जा साहब ने फरमाया है कि झूठ के मुर्दार को किसी तरह ना छोड़ना, ये कुत्तों का तरीक है ना इंसानों का। झूठ बोलने से बदतर दुनिया में और कोई बुरा काम नहीं। झूठ बोलना मुर्ताद होने से कम नहीं। वो कंजर जो वलदुल ज़ना कहलाते हैं वो भी झूठ बोलते हुए शर्माते हैं। झूठ बोलना एक बराबर है। पिछला दसना जरा दोबारा। वो कंजर जो वलदुल ज़ना यानी हरामी कहलाते हैं, वो भी झूठ बोलते हुए। यार वैसे इन्होंने वैसे गल इन्होंने वलदुल ज़ना बनने का बड़ा शौक है। इल्मी खुसरे नहीं यार झूठ सामने बैठे ने वलदुल ज़ना हरामी के तो बड़ा नहीं दे। ओ हेलो चुप कर जो कम नहीं करना। ਤੁਹਾਡੇ ਤੇ ਤੁਹਾਡੇ ਨਬੀ ਦਾ ਫਤਵਾ ਆ ਗਿਆ ਜੀ ਵਲਦੁਲ ज़ना। आने पुराने नहीं यार मैं एक बार और सुनाना जरा है हवाला जरा यार जा भाई अमन साहब बड़ा वलदुल ज़ना ते एडे खुश होते हैं। ठीक हो गए, ठीक हो गए। ਛੱਡ ਦੋ रुक जाओ जिया भाई छोटी गल ਇਹ ਹੈਗੀ ਆ ਕਿ ਗੱਲ ਇੱਥੇ ਆ ਕੇ ਮੁੱਕ ਗਈ ਹੈਗੀ ਆ ਕਿ ਮਲਕ ਸਾਹਿਬ ਨੇ ਕਿਹਾ ਹੈਗਾ ਵਾ ਕਿ ਮੈਂ ਤੁਹਾਡੇ 1880 ਤੋਂ ਲੈ ਕੇ 1980 ਦੇ ਇੱਕ ਸਦੀ ਦੇ ਜਿੰਨੇ ਮੌਲਵੀ ਤੁਸੀਂ ਦਿਖਾਓਗੇ ਉਸ ਤੋਂ ਵੱਧ ਮੌਲਵੀ ਮੈਂ ਵਿਖਾਵਾਂਗਾ। ਮਤਲਬ ਤੁਸੀਂ ਅਗਰ 51 ਦਿਖਾਓਗੇ ਮੈਂ 52 ਵਿਖਾਵਾਂਗਾ, ਤੁਸੀਂ 60 ਵਿਖਾਓਗੇ ਮੈਂ 61 ਵਿਖਾਵਾਂਗਾ, ਤੁਸੀਂ 70 ਵਿਖਾਓਗੇ ਮੈਂ 71 ਵਿਖਾਵਾਂਗਾ। ਕਿ ਉਹ ਮੌਲਵੀਆਂ ਨੇ ਇਹ ਇਜਮਾ ਸੀ ਤੁਹਾਡਾ ਕਿ 14ਵੀਂ ਸਦੀ ਦੇ ਵਿੱਚ ਹੀ ਇਮਾਮ ਮਹਦੀ ਨੇ ਆਣਾ ਵਾ। ਅਗਰ ਇਹ ਸ਼ੈ ਮੈਂ ਤੁਹਾਨੂੰ ਨਾ ਸਾਬਤ ਕਰ ਸਕਿਆ ਤੇ ਮੈਂ ਇਨਾਮੀ ਤੌਰ ਤੇ ਤੁਹਾਨੂੰ 1 ਲੱਖ ਦਰਮ ਪੇਸ਼ ਦਵਾਂਗਾ। ਠੀਕ ਹੋ ਗਈ ਗੱਲ। ਉਹ ਝੂਠਾ ਜਿਹੜਾ ਨੇ ਮਿਰਜ਼ੇ ਕੋਲੋਂ ਮਰਜ਼ਈਆਂ ਕੋਲੋਂ ਸੁਣਿਆ ਇਹਨੇ ਅੱਗੇ ਵੀ ਮਾਰਿਆ। ਪੂਰੀ ਗੱਲ ਸੁਣ ਲਓ। ਪਹਿਲੇ ਝੂਠ ਮਾਰਿਆ ਮੈਂ ਖੁਦਕੁਸ਼ੀ ਕਰਨੀ ਹੈ, ਮੈਂ ਟਿਕਟੌਕ ਕਰਨੀ ਹੈ। ओ मिरासी इल्मी मिरासी ले उन लत्ता चुप करो भाई लगा अगे तू टिकटॉक चुप करो एक मिनट चढ़ने लगा मैं देर बर्दाश्त चुप करो। मैं बंदा एक चुकिया मैनू ओदे नाल गल पुछण दी एक आमिर नज़ीर भाई जरा थोड़ा जी एक गल थोड़ी जी बस ओ एक मेरी एक गल सुन लो आमिर नज़ीर भाई सिर्फ थोड़ी जी आमिर नज़ीर भाई साहब नु गल करना। आमिर भाई मैं ए कहना सी कि ए जेड़ा एक मिनट भाई यार एक मिनट भाई छोटी जी गल करनी है साहब आ जाओ मिरासी यार आमिर नज़ीर साहब छोटी जी गल छोटी जी गल कर ਉਹ ਮੈਂ ਗਾਰੰਟੀ ਦੇਣ ਆਇਆ ਵਾਂ ਕਿ ਛੋਟੀ ਜੀ ਗੱਲ ਕਰਨੀ ਹੈ ਯਾਰ। ਇੱਕ ਮਿੰਟ ਜ਼ਰਾ ਮਿਹਰਬਾਨੀ ਸਰ ਛੋਟੀ ਜੀ ਗੱਲ। ਅੱਛਾ ਆਮਿਰ ਨਜ਼ੀਰ ਭਾਈ ਇਹ ਜਿਹੜਾ 1 ਲੱਖ ਰਿਆਲ ਤੁਸੀਂ ਜੁਤਨਾ ਹੈ ਮਲਕ ਦਰਮ ਅਵਾਨ ਸਾਹਿਬ ਕੋਲੋਂ ਤਲਤ ਸਾਹਿਬ ਕੋਲੋਂ, ਤੇ ਉਹ ਮੈਨੂੰ ਮਿਲੇਗਾ ਕਿ ਤੁਹਾਨੂੰ ਮਿਲੇਗਾ? ਇਹ ਬਸ ਪੁੱਛਣਾ। ਜਾ ਰਸੂਲ ਦੇ ਮਦਰਸੇ ਜਾਏਗਾ, ਮਦਰਸੇ ਹੀ ਲਾ ਦੇਣਾ ਤੁਸੀਂ। ਜਾ ਰਸੂਲ ਦੇ ਮਦਰਸੇ ਜਾਏਗਾ। ਆਲਾ ਟੈਨ ਲੱਗ ਪਈ ਹੈ ਤੁਹਾਨੂੰ ਮੁਫਤੀ ਸਾਹਿਬ ਪਸੰਦ ਦਾ ਨਾਮ ਕਰਦਾ ਵੇ। ਆਮਨ ਨਜ਼ੀਰ ਸਾਹਿਬ ਮੇਰੀ ਗਾਰੰਟੀ ਲੈ ਲਓ, ਮੈਂ ਤੁਹਾਨੂੰ ਦਿੰਦਾ। ਮੁਫਤੀ ਸਾਹਿਬ ਨੂੰ ਚੁੱਪ ਲੱਗ ਗਈ ਹੈ ਸੁਣ ਕੇ। ਹੁਣ ਮਦਰਸੇ ਦੋ ਨੇ, ਇੱਕ ਜ਼ਿਆਰ ਰਸੂਲ ਦਾ ਹੈ ਤੇ ਇੱਕ ਮੁਫਤੀ ਸਾਹਿਬ ਦਾ। 1 ਲੱਖ ਤੁਹਾਡਾ ਵੀ ਕੁਝ ਕਰਾਂਗੇ ਮੁਫਤੀ ਸਾਹਿਬ, ਤੁਹਾਡਾ ਵੀ ਕੁਝ ਕਰ ਲਾਂਗੇ, ਕੋਈ ਗੱਲ ਨਹੀਂ, ਕੁਝ ਕਰ। ਅੱਛਾ ਹੁਣ 1 ਮਿੰਟ ਖਲੋ ਜੋ ਜਰਾ ਨਾ, ਬੰਦਾ ਮੈਂ ਚੁੱਕਿਆ। ਵੈਸੇ ਅਸੂਲੀ ਤੌਰ ਤੇ ਵੇਖੋ ਉਹ ਮੈਨੂੰ ਮਿਲਣੇ ਚਾਹੀਦੇ ਨੇ ਕਿਉਂਕਿ 14ਵੀਂ ਸਦੀ ਦੀ ਗੱਲ ਤੇ ਮੇਰੇ ਨਾਲ ਹੋ ਰਹੀ ਹੈ ਨਾ। ਗੱਲ ਤਾਂ ਤੁਸੀਂ ਕੀਤੀ ਹੈ ਨਬੇੜੀ। ਅਸੂਲੀ ਤੌਰ ਤੇ ਮੈਨੂੰ ਮਿਲਣੇ। ਅਮੀਰ ਸਾਹਿਬ ਇਹਨੇ ਦੇ ਦੇਣਾ, ਇਹਨਾਂ ਨੂੰ ਕਹਿਣਾ ਮਾਫੀ ਵੀ ਇੱਥੇ ਆ ਕੇ ਮੰਗਣੀ ਨੇ, ਛਲਾ ਪਾਥੇ ਨਹੀਂ ਲੈਣੇ, ਮਾਫੀ ਵੀ ਮੰਗਣੀ ਨੇ।
ਉਹ ਨਹੀਂ ਨਹੀਂ ਉਹ ਮੈਂ ਮਦਰਸੇ ਨਹੀਂ ਲਾਣੇ ਮੈਂ ਜ਼ਾਤੀ ਮਸਰਫ ਦੇ ਵਿੱਚ ਲਾਣੇ ਨੇ ਉਹ ਜ਼ਾਤੀ ਮਸਰਫ ਚ ਲਾਣੇ ਨੇ ਅੱਧੇ ਕਰ ਦਿਆਂਗੇ ਜ਼ਾਤੀ ਮਸਰਫ ਦੇ ਵਿੱਚ ਮੈਂ ਲਾਣੇ ਨੇ। ਹੌਸਲਾ ਕਰ ਦਿਆਂਗੇ ਜੀ ਹੌਸਲਾ ਕਰ ਲਓ ਹੌਸਲਾ ਕਰ ਲਓ ਸਾਰੇ ਹੁਣ ਵੱਡੇ ਗੱਲ ਮੈਨੂੰ ਕਰਨ ਦੋ। ਅਬਦੁੱਲਾ ਯੂਸਫ ਸਾਹਿਬ ਆਏ ਨੇ ਸਾਡੇ ਕੋਲ, ਨਵੇਂ ਗੈਸਟ ਨੇ, ਤੁਸੀਂ ਮਿਊਟ ਲਾਓ ਸਾਰੇ। ਤੇ ਅਬਦੁੱਲਾ ਯੂਸਫ ਸਾਹਿਬ ਵੈਲਕਮ ਜਨਾਬ ਹੋ ਗਿਆ। ਤੇ ਤੁਹਾਨੂੰ ਇਹ ਪੁੱਛਣਾ ਹੈ ਕਿ ਮਿਰਜ਼ਾ ਸਾਹਿਬ ਨਾਲ ਵੀ ਇਖਤਲਾਫ ਤੁਸੀਂ ਕਰ ਲੈਂਦੇ ਹੋ? ਕਰਨ ਦੀ ਇਜਾਜ਼ਤ ਹੁੰਦੀ ਹੈ? ਕਿਉਂਕਿ ਮਲਕ ਸਾਹਿਬ ਕਹਿੰਦੇ ਨੇ ਕਿ ਮਿਰਜ਼ਾ ਸਾਹਿਬ ਨਾਲ ਵੀ ਇਖਤਲਾਫ इस प्रोग्राम में शरीक मेहमान और कॉल करने वालों की आरा, मौक़िफ़ और ख़यालात उनके अपने ज़ाती हैं और ज़रूरी नहीं कि वो हमारे चैनल और टीम के ख़यालात, आरा और मौक़िफ़ की अक्कासी करें। हम किसी दूसरे फ़र्द की आरा और मौक़िफ़ के ज़िम्मेदार नहीं।